ਸਵਾਗਤ ਜੀ ਆਪ ਜੀ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ ਤੇ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਅਸੀਂ ਆਪਣੇ ਸਮੇਂ ਮੁਤਾਬਕ ਰੋਜ਼ ਅੱਪੜ ਜਾਈਦਾ ਜੀ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜੋ ਕੁਝ ਖਬਰਾਂ 'ਚ ਹੋਇਆ ਵਾਪਰਿਆ ਹੋਵੇ ਆਪ ਜੀ ਦੇ ਨਾਲ ਸਾਂਝਾ ਕਰ ਲਈਏ। ਅੱਜ ਵੀ ਜੋ ਕੁਝ ਘਟਿਆ ਵਾਪਰਿਆ ਜੀ ਉਹ ਆਪ ਜੀ ਦੇ ਨਾਲ ਗੱਲਾਂ ਬਾਤਾਂ ਕਰ ਲਵਾਂਗੇ ਤੇ ਕੁਝ ਇਹੋ ਜਿਹੀਆਂ ਵਿਚਾਰਾਂ ਵੀ ਹੁੰਦੀਆਂ ਕਿਸੇ ਵੇਲੇ ਜਿਹੜੀਆਂ ਜ਼ਰੂਰੀ ਹੁੰਦੀਆਂ ਕਰਨ ਵਾਲੀਆਂ, ਕਿਉਂਕਿ ਜੇ ਵਿਚਾਰਾਂਗੇ ਤਾਂ ਗੱਲ ਅੱਗੇ ਤੁਰਦੀ ਹੈ। ਪਿਛਲੇ ਸਮੇਂ 'ਚ ਅਸੀਂ ਇਹ ਜੋ ਸਾਨੂੰ ਸਮਝ ਆਈ ਹੈ ਕਿ ਜਿਹੜਾ ਵੀ ਵਿਸ਼ਾ ਕੋ ਆਪ ਜੀ ਦੀ ਕਚਹਿਰੀ 'ਚ ਰੱਖਿਆ ਜਾਵੇ ਜਾਂ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਰੱਖਿਆ ਜਾਵੇ, ਉਹ ਹੌਲੀ ਹੌਲੀ ਅੱਗੇ ਤੋਂ ਅੱਗੇ ਪਹੁੰਚਦਾ ਉਹਨਾਂ ਕੰਨਾਂ ਤੱਕ ਅੱਪੜ ਜਾਂਦਾ ਜਿਨ੍ਹਾਂ ਕੰਨਾਂ ਦੇ ਵਿੱਚੋਂ ਸੁਣੀ ਗੱਲ ਹਰੇ ਪੈਨ ਤੋਂ ਗਾਂਹ ਦਸਤਖਤਾਂ ਜਾਂ ਹੁਕਮਾਂ ਦੇ ਰੂਪ ਦੇ ਵਿੱਚ ਹੋ ਜਾਂਦੀ ਹੈ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਕੁਛ ਅੱਜ ਵੀ ਕਰ ਲਵਾਂਗੇ। ਨਾਲ ਆਪਣੇ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਤਿ ਸ਼੍ਰੀ ਅਕਾਲ ਕਿਉਂ ਨਹੀਂ ਸਤਿ ਸ਼੍ਰੀ ਅਕਾਲ ਹੋਣੀ ਚਾਹੀਦੀ ਹੈ ਸੰਧਾਲੀਆ ਸਾਹਿਬ, ਕਿਉਂਕਿ ਜਦੋਂ ਸਾਰੇ ਸੱਜਣ ਬੈਠੇ ਵੇਖਦੇ ਸੁਣਦੇ ਹੋਣ, ਗੱਲਾਂ ਬਾਤਾਂ ਸਾਰੀਆਂ ਟੱਬਰਾਂ ਵਾਲੀਆਂ ਕਰਨੀਆਂ ਹੋਵੇ। ਪੰਜਾਬ ਦੇ ਵਿੱਚੋਂ ਇੱਕ ਵੀਡੀਓ ਮੇਰੇ ਜ਼ਿਹਨ ਦੇ ਵਿੱਚ ਆਈ ਕਿ ਚਰਚਾ 'ਚ ਹੈ। ਮੀਂਹ ਪਿਆ ਕਾਫੀ। ਜਦੋਂ ਮੀਂਹ ਪੈਂਦਾ ਤੇ ਆਮ ਤੌਰ 'ਤੇ ਹੁੰਦਾ ਕਿ ਜਾਂ ਤਾਂ ਥੋੜ੍ਹੀ ਚਲੋ ਗਰਮੀ ਘਟੀ ਜਾਂ ਠੰਡ ਵਧੀ, ਫਸਲ ਨੂੰ ਵਧੀਆ ਜਾਂ ਫਸਲ ਲਈ ਮਾਰੂ, ਆਹ ਚਾਰ ਹੀ ਖਬਰਾਂ ਹੁੰਦੀਆਂ। ਪਰ ਜਿਹੜੀ ਇੱਕ ਖਬਰ ਪੱਕੀ ਹੁੰਦੀ ਹੈ ਉਹ ਹੁੰਦੀ ਹੈ ਕਿ ਸ਼ਹਿਰਾਂ 'ਚ ਪਾਣੀ ਭਰਿਆ, ਗੋਡੇ ਗੋਡੇ ਪਾਣੀ। ਖਬਰਾਂ ਇੱਕਦਮ ਲੱਗਦੀਆਂ ਜਲ ਥਲ ਨਾ, ਇਹ ਤਾਂ ਦੋ ਸ਼ਬਦ ਪੱਕੇ ਹੀ ਹੁੰਦੇ ਆ ਮੂਹਰੇ, ਬਸ ਸ਼ਹਿਰ ਕਿਹੜਾ ਹੈ ਉਹਦਾ ਨਾਂ ਪਾਉਣਾ ਹੁੰਦਾ। ਇੱਕ ਵੀਡੀਓ ਕੀ ਚੱਲਦੀ ਹੈ ਕਿ ਪਾਣੀ ਸੜਕ ਦੇ ਉੱਤੇ ਬਹੁਤ ਹੈ, ਦੁਕਾਨਾਂ ਨੇ ਆਲੇ ਦੁਆਲੇ ਦੋਨੇ ਪਾਸੇ, ਤਾਂ ਇੱਕ ਗਾਂ ਤੁਰੀ ਜਾਂਦੀ ਹੈ, ਪਾਣੀ ਗੋਡੇ ਗੋਡੇ ਖੜਾ। ਉਹ ਜਾ ਕੇ, ਕਿਉਂਕਿ ਗਾਂ ਨੂੰ ਨਹੀਂ ਪਤਾ ਕਿਹੜੀ ਚੀਜ਼ ਖਤਰੇ ਵਾਲੀ ਹੈ ਕਿਹੜੀ ਨਹੀਂ, ਉਹ ਜਾ ਕੇ ਨਾ ਉਹਦਾ ਸਿਰ ਖੰਭੇ ਨੂੰ ਲੱਗਦਾ, ਨਾਲ ਹੀ ਉਹਨੂੰ ਕਰੰਟ ਲੱਗਦਾ। ਕਰੰਟ ਲੱਗਦਾ ਇੱਕ ਵਾਰੀ ਪਿੱਛੇ ਨੂੰ ਹੁੰਦੀ ਹੈ, ਫਿਰ ਨਹੀਂ ਉਹਨੂੰ ਪਤਾ ਹੁੰਦਾ, ਫਿਰ ਖੰਭੇ ਨਾਲ ਲੱਗ ਜਾਂਦੀ ਹੈ। ਹੌਲੀ ਹੌਲੀ ਪੁੱਠੀ ਹੋ ਕੇ ਡਿੱਗ ਪੈਂਦੀ। ਇਹਨਾਂ ਨੂੰ ਇੱਕ ਦੁਕਾਨਦਾਰ ਬਾਹਰ ਆਉਂਦਾ, ਕਿਉਂਕਿ ਕੈਮਰੇ ਜਿਹੜੇ ਲੱਗੇ ਹੁੰਦੇ ਅੱਜ ਕੱਲ੍ਹ ਤੁਹਾਨੂੰ ਪਤਾ, ਉਹਦੇ ਵਿੱਚ ਉਹ ਫਿਰ ਅੰਦਰ ਜਾਂਦਾ ਤੇ ਇੱਕ ਕੱਪੜਾ ਹੀ ਲੈ ਕੇ ਆਉਂਦਾ, ਕੱਪੜੇ ਜਿਹਾ ਨਾਲ ਹੀ ਉਹਦੀਆਂ ਲੱਤਾਂ ਨੂੰ ਪਾ ਕੇ ਖਿੱਚਦਾ ਦੂਰੋਂ ਕੱਪੜੇ ਨਾਲ। ਫਿਰ 2 ਜਣੇ ਆਉਂਦੇ, 3 ਜਣੇ ਆਉਂਦੇ ਆ ਤੇ ਉਹ ਗਾਂ ਨੂੰ ਖਿੱਚ ਲੈਂਦੇ ਆ ਪਿੱਛੇ ਨੂੰ। ਸੀਗਾ ਤਾਂ ਖਤਰਾ ਹੀ ਪਾਣੀ ਹੈ ਆਲੇ ਦੁਆਲੇ। ਹੁਣ ਮੈਨੂੰ ਨਹੀਂ ਪਤਾ ਕਿ ਬਿਜਲੀ ਦੇ ਮਾਮਲੇ ਦੇ ਵਿੱਚ ਕਿਹੜੀ ਕਿਹੜੀ ਪ੍ਰੀਕਾਸ਼ਨ ਹੋਰ ਵਰਤੀ ਜਾਣੀ ਚਾਹੀਦੀ ਸੀ, ਪਰ ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਤਾਂ ਅਸੀਂ ਕਈ ਵਾਰੀ ਬੰਦਾ ਵੀ ਜ਼ਖਮੀ ਤੜਫਦਾ ਪਿਆ ਹੋਵੇ ਤਾਂ ਉਹਨੂੰ ਚੁੱਕਦੇ ਨਹੀਂ, ਤੇ ਦੂਸਰੇ ਪਾਸੇ ਉਹਨੇ ਬੰਦੇ ਨੇ ਮਿੰਟ ਇੱਕ ਲਾਇਆ ਤੇ ਉਹ ਗਾਂ ਦੀ ਜਾਨ ਬਚ ਗਈ। ਮਸਲਾ ਇਹ ਨਹੀਂ ਕਿ ਉਹ ਗਾਂ ਸੀ, ਪਸ਼ੂ ਸੀ ਜਾਂ ਬੰਦਾ ਸੀ। ਰੌਲਾ ਇਹ ਹੈ ਕਿ ਜਦੋਂ ਤੁਹਾਡੇ ਅੰਦਰ ਇਨਸਾਨੀਅਤ ਦਾ ਮਾਦਾ ਹੁੰਦਾ ਨਾ, ਉਦੋਂ ਫਿਰ ਤੁਹਾਡੇ ਕੋਲ ਸਭ ਕੁਝ ਹੁੰਦਾ। ਹੋ ਸਕਦਾ ਤੁਹਾਡੇ ਕੋਲ ਘਰ ਨਾ ਹੋਵੇ, ਕਾਰ ਨਾ ਹੋਵੇ, ਪੈਸੇ ਨਾ ਹੋਣ, ਲੋਕਰ ਨਾ ਹੋਵੇ, ਪਰ ਫਿਰ ਤੁਹਾਡੇ ਕੋਲ ਦੁਨੀਆ ਹੁੰਦੀ ਹੈ। ਇੱਕ ਪਾਸੇ ਉਹ ਵੀ ਲੋਕ ਨੇ ਜਿਹੜੇ ਕਿ ਬੰਦਾ ਮਾਰਨ ਲੱਗੇ ਮਿੰਟ ਨਹੀਂ ਲਾਉਂਦੇ। ਆਪਾਂ ਧਰਮ ਦੇ ਨਾਂ ਦੇ ਉੱਤੇ, ਜਾਤੀ ਦੇ ਨਾਂ ਦੇ ਉੱਤੇ, ਪਤਾ ਨਹੀਂ ਕਦ ਦੇਸ਼ਾਂ ਦੇ ਨਾਂ ਦੇ ਉੱਤੇ ਕੁੱਟ ਵੀ ਬੰਦੇ ਮਾਰ ਦਈਦੇ ਆ। ਤੇ ਦੂਜੇ ਪਾਸੇ ਇਹ ਵੀ ਲੋਕ ਨੇ ਜਿਹੜੇ ਜਾਨ ਖਤਰੇ 'ਚ ਪਾ ਕੇ ਕਹਿੰਦੇ ਨਾ ਭਾਈ, ਕੋਈ ਪਸ਼ੂ ਆ, ਪੰਛੀ ਆ ਜਾਂ ਬੰਦਾ, ਜਾਨ ਤਾਂ ਸਾਰਿਆਂ 'ਚ ਬਰਾਬਰ ਹੀ ਹੈ। ਇਹ ਗੱਲ ਹੈਗੀ ਹੈ। ਦੇਖੋ ਇੱਕ ਗੱਲ ਤੇ ਬਾਠ ਸਾਹਿਬ ਇਹ ਵਧੀਆ ਤੁਸੀਂ ਵਿਸ਼ਾ ਚੁੱਕਿਆ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਛੋਟੀ ਅਣਗਹਿਲੀ ਜਿਹੜੀ ਹੈ ਨਾ ਉਹ ਗਾਂ ਅੱਗੇ ਜਾ ਕੇ ਤੰਗ ਕਰਦੀ ਹੈ ਜੀ। ਆਪਾਂ ਆਮ ਦੇਖ ਲੈਂਦੇ ਹਾਂ, ਮੇਰਾ ਖਿਆਲ ਵਾਹਵਾ ਚਿਰ ਪਹਿਲਾਂ ਦੀ ਗੱਲ ਹੈ ਕਿ ਵੀ ਕੋਈ ਇੱਕ ਛੋਟੇ ਬੱਚੇ ਦੀ ਤੇ ਐਂਡ ਉਹਦੇ ਸ਼ਾਇਦ ਪਰਿਵਾਰਕ ਮੈਂਬਰ ਦੀ, ਸ਼ਾਇਦ ਉਹਦੀ ਮਾਤਾ ਜਾਂ ਉਹਦਾ ਪਿਤਾ ਸੀ, ਐਂਡ ਉਹਨਾਂ ਦੀ ਮੌਤ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉਹ ਸੜਕ ਕ੍ਰਾਸ ਕਰਨ ਲੱਗੇ ਸੀ ਐਂਡ ਸੜਕ ਦੇ ਵਿੱਚ ਜਿਹੜਾ ਲੱਗਿਆ ਹੋਇਆ ਉਹ ਸਟਰੀਟ ਲਾਈਟਾਂ ਵਾਲਾ ਖੰਭਾ ਸੀ, ਉਹਦੇ 'ਚ ਕਰੰਟ ਆਉਂਦਾ ਸੀ। ਕਰੰਟ ਕਿਉਂ ਆਉਂਦਾ ਸੀ? ਕਿਉਂਕਿ ਜਿਹੜੇ ਜੋੜ ਸੀਗੇ ਉਹ ਆਮ ਤੌਰ 'ਤੇ ਹੁੰਦਾ ਵੀ ਕੇਬਲ ਜਾਂ ਉੱਤੋਂ ਦੀ ਆਉਂਦੀ ਜਾਂ ਥੱਲੇ ਆਉਂਦੀ ਆ, ਅਤੇ ਉਦੋਂ ਬਾਅਦ ਹਰੇਕ ਲਾਈਟ ਨੂੰ ਆਪਾਂ ਜੋੜ ਲਾ ਕੇ ਅਤੇ ਉਹ ਕਨੈਕਸ਼ਨ ਦਿੱਤਾ ਹੁੰਦਾ। ਉਹ ਸ਼ੁਰੂ 'ਚ ਜਦੋਂ ਲਾਈਟ ਲੱਗਦੀ ਉਦੋਂ ਤਾਂ ਬੜਾ ਐ ਸੱਚ ਸਾਰਾ ਕੁਛ ਹੁੰਦਾ ਵੀ ਆਹ ਇਹਦਾ ਗ੍ਰਿਪ ਹੈ, ਆਹ ਇਹਦਾ ਸਵਿੱਚ ਹੈ, ਆਹ ਇਹਦਾ ਸੈਂਸਰ ਹੈ, ਪਰ ਬਾਅਦ 'ਚ ਨਾ ਸੁੱਚ ਹੁੰਦਾ, ਨਾ ਗ੍ਰਿਪ ਹੁੰਦਾ, ਨਾ ਸੈਂਸਰ ਹੁੰਦਾ। 2 ਤਾਰਾਂ ਹੁੰਦੀਆਂ, ਉਹ ਵੀ ਐਂ ਬਾਹਰ ਨੂੰ ਕੱਢੀਆਂ ਹੁੰਦੀਆਂ ਅਤੇ ਦੋਵਾਂ 'ਤੇ ਕਾਲੀ ਟੇਪ ਲਪੇਟੀ ਹੁੰਦੀ ਜੀ। ਉਹ 'ਤੇ ਟੇਪ ਤੱਕ ਵੀ ਨਹੀਂ ਸੀ, ਜਾਂ ਕਿਤੇ ਲਪੇਟੀ ਹੋਊਗੀ ਤਾਂ ਹੋ ਸਕਦਾ ਗਰਮੀ ਨਾਲ, ਧੁੱਪ ਨਾਲ, ਮੌਸਮ ਨਾਲ ਉਹ ਖਤਮ ਹੋ ਗਈ ਹੋਵੇ। ਉਹਨਾਂ ਨਾਲ ਉਹ ਕਿਤੇ ਟੱਚ ਹੁੰਦੇ ਅਤੇ ਉਦੋਂ ਬਾਅਦ ਉਹਨਾਂ ਦੀ ਮੌਤ ਹੋਈ। ਮੈਂ ਕੁਦਰਤੀ ਸੋਚਦਾ ਸੀ ਵੀ ਇਹੋ ਜਿਹੀਆਂ ਨਿੱਕੀਆਂ ਅਣਗਹਿਲੀਆਂ ਆਪਾਂ ਆਮ ਦੇਖਦੇ ਹਾਂ। ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਵੀ ਇਹ ਕਿਤੇ ਕਿਦਾਂ ਹੀ ਲੱਭਦੀਆਂ। ਸੜਕਾਂ 'ਤੇ ਸਟਰੀਟ ਲਾਈਟਾਂ, ਕਿਉਂਕਿ ਵਾਲਾ ਜਿਹੜਾ ਉਹ ਖੰਭਾ ਉਹ ਵੀ ਲੋਹੇ ਦਾ, ਜਾਂ ਉੱਪਰ ਕਿਤੇ ਨੇ ਆਖਿਆ ਵੀ ਚੱਲ ਕੋਈ ਨਹੀਂ ਯਾਰ ਕੀ ਫਰਕ ਪੈਂਦਾ, ਲਿਫਾਫਾ ਬੰਨ੍ਹ। ਹੋ ਸਕਦਾ ਆਪਾਂ ਅੱਜ ਲਿਫਾਫਾ ਬੰਨ੍ਹਤਾ, ਪਰ ਲਿਫਾਫਾ ਕਿਹੜਾ ਵੀ ਬੁਲਟ ਪ੍ਰੂਫ ਆ। ਧੁੱਪ ਆ, ਗਰਮੀ ਆ, ਮਹੀਨੇ ਨੂੰ ਨਹੀਂ ਡੂਢ ਨੂੰ ਗਲ ਜੂਗਾ। ਅਤੇ ਜਦੋਂ ਉਹ ਗਲ ਗਿਆ, ਜਿਹੜੀ ਥੱਲੇ ਵਾਲੀ ਤਾਰ ਆ ਜਾਂ ਜਿਹੜਾ ਲੋਹਾ, ਉਹ ਜਿੱਥੇ ਟੱਚ ਕੀਤਾ ਉਹਨੇ ਕਿਤੇ ਨਾ ਕਿਤੇ ਕਰੰਟ 'ਤੇ ਲਿਆਉਣਾ ਹੀ ਲਿਆਉਣਾ। ਉਹਦੇ ਤੋਂ ਬਾਅਦ ਫਿਰ ਇਹੋ ਜਿਹੀਆਂ ਜਿਹੜੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ। ਇਹ ਚੀਜ਼ ਆਪਾਂ ਆਮ ਦੇਖਦੇ ਹਾਂ ਕਿਸੇ ਵੇਲੇ, ਅਤੇ ਆਪਾਂ ਜਿਹੜੇ ਆਪਣੇ ਹੁੰਦੇ ਘਰ ਬਾਹਰ ਉਹਦੇ ਵਿੱਚ ਵੀ ਵੇਖ ਲੈਂਦੇ। ਖਾਸ ਕਰਕੇ ਮੈਂ ਕਿਸਾਨ ਭਾਈਚਾਰੇ ਨੂੰ ਬੇਨਤੀ ਕਰਾਂ, ਅੱਜ ਕੱਲ੍ਹ ਝੋਨੇ ਦਾ ਸੀਜ਼ਨ ਹੈ ਜੀ, ਮੋਟਰਾਂ ਦੇ ਆਸ-ਪਾਸ ਆਪਾਂ ਇਹ ਬਹੁਤ ਕੰਮ ਕਰਦੇ ਹਾਂ ਵੀ ਜੀ ਆਪਣਾ ਮੰਨ ਲਓ ਵੀ ਕੋਠਾ ਤੇ ਕਈ ਵਾਰ ਆਪਾਂ ਸਟਾਰਟਰ ਭੁੰਜੇ ਹੀ ਰੱਖਿਆ, ਕੋਈ ਨਹੀਂ ਯਾਰ 4 ਇੱਟਾਂ ਉੱਤੇ ਤਰਪਾਲ ਪਾਈ ਆ, ਆਪਣਾ ਟਾਈਮ ਹੀ ਪਾਸ ਕਰਨਾ। ਉਹ ਟਾਈਮ ਪਾਸ ਕਰਨ ਦੀ ਅਣਗਹਿਲੀ ਕਿਸੇ ਵੇਲੇ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ। ਇਸ ਕਰਕੇ ਬੇਨਤੀ ਇਹ ਹੈ ਵੀ ਜਿੱਥੇ ਵੀ ਆਪਾਂ ਨੂੰ ਲੱਗਦਾ ਵੀ ਬਿਜਲੀ ਨਾਲ ਸੰਬੰਧਿਤ ਕੋਈ ਚੀਜ਼ ਹੈਗੀ ਆ, ਉਹਦੇ ਨਾਲ
ਉਥੋਂ 10 ਰੁਪਏ ਦੀ ਟੇਪ ਆਉਂਦੀ ਆ, ਜੇ ਆਪਾਂ ਨੂੰ ਲੱਗਦਾ ਵੀ 4 ਵਾਰਾਂ ਲਪੇਟਣੀ ਚਾਹੀਦੀ ਆ, ਉਹਨੂੰ 8 ਨਾਲ ਲਪੇਟਦੀ, ਕੀ ਫਰਕ ਪੈ ਜਾਊਗਾ? ਨਹੀਂ, ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਸੰਧਾਲੀਆ ਸਾਹਿਬ ਇਦੋਂ ਵੀ ਛੋਟੀ ਗੱਲ ਕਰਦਾ, ਚੇਤੇ ਆ ਗਿਆ ਕਿ ਇੱਥੇ ਵੀ ਕਮੀਜ਼ਾਂ ਉਹ ਮਿਲਦੀਆਂ, ਭਾਰਤ ਦੇ ਵਿੱਚ ਤਾਂ ਮਿਲਦੀਆਂ ਐਨ ਚੰਗੇ ਤਰੀਕੇ ਡੱਬੇ 'ਚ ਬੰਦ ਹੁੰਦੀਆਂ, ਫੋਲਡ ਕੀਤੀਆਂ, ਪੈਕ ਕੀਤੀਆਂ ਹੁੰਦੀਆਂ। ਜਦੋਂ ਅੱਜ ਤੱਕ ਉਹ ਮੇਰੇ ਮਨ ਦੇ ਵਿੱਚ ਇੱਕ ਧੜਕੂ ਜਿਹਾ ਹੀ ਰਿਹਾ, ਹੋ ਸਕਦਾ ਕਿਸੇ ਹੋਰ ਦੇ ਮਨ ਦੇ ਵਿੱਚ ਵੀ ਹੋਵੇ। ਜਦੋਂ ਆਪਾਂ ਕਿਸੇ ਫੋਲਡ ਕੀਤੀ ਕਮੀਜ਼ ਨੂੰ ਖੋਲ੍ਹਦੇ ਹਾਂ ਨਾ, 8 ਤੋਂ ਲੈ ਕੇ 16 ਤੱਕ ਉਹਦੇ ਵਿੱਚ ਪੱਗ ਵਾਲੀਆਂ ਜਿਹੜੀਆਂ ਜਿੱਦਾਂ ਦੀਆਂ ਪਿੰਨਾਂ ਹੁੰਦੀਆਂ ਉਹ ਲਾਈਆਂ ਹੁੰਦੀਆਂ, ਕਾਲਰ ਦੇ ਕੋਲ ਜਿੱਥੋਂ ਕਿਤੋਂ ਫੋਲਡ ਕੀਤੀ ਆ, ਬਾਹਾਂ ਜਿਹੀਆਂ ਉਹਦੀਆਂ ਮਰੂੜੀਆਂ ਹੁੰਦੀਆਂ। ਆਪਾਂ ਜਦੋਂ ਕੋਈ ਕਮੀਜ਼ ਆਪਾਂ ਨੂੰ ਦੇ ਕੇ ਜਾਂਦਾ ਜਾਂ ਖਰੀਦ ਕੇ ਲਿਆਉਂਦੇ ਆ, ਉਹਦੇ ਵਿੱਚੋਂ ਕੱਢੀ ਜਾਂਦੇ ਆ, ਰੱਖੀ ਜਾਂਦੇ ਆ, ਤੇ ਮੁੜ ਕੇ ਕਮੀਜ਼ ਪ੍ਰੈਸ ਕਰ ਲਈਦੀ ਆ, ਕਾਲਰ ਦੇ ਵਿੱਚ ਉਹ ਗੱਤਾ ਜਿਹਾ ਕੱਢ ਕੇ ਪਰੇ ਮਾਰੀਦਾ, ਇੰਨਾ ਕੰਮ ਹੁੰਦਾ। ਮੈਨੂੰ ਅੱਜ ਤੱਕ ਇਸ ਗੱਲ ਦੇ ਉੱਤੇ ਮੈਂ ਕਿ ਸਿੱਟੇ ਤੇ ਨਹੀਂ ਪਹੁੰਚ ਸਕਿਆ ਕਿ ਠੀਕ ਹੈ, ਜਿਹੜਾ ਬੰਦਾ ਤਾਂ ਪੱਗ ਪਿੰਨ ਵਰਤਦਾ, ਦਸਤਾਰ ਸਜਾਉਂਦਾ ਹੈ, ਉਹਦੇ ਤਾਂ ਉਹ ਕੰਮ ਆਉਂਦੀ ਹੈ, ਵੀ ਬਾਕੀ ਉਹਨੂੰ ਸਾਂਭਣ ਕਿੱਥੇ? ਕਿਉਂਕਿ ਆਪਾਂ ਮੰਨ ਲਓ ਕਿ ਉਹੀ ਸਿੱਟਤਾ, ਨਿਆਣੇ ਮਿੱਟੀ 'ਚ ਖੇਡਦੇ ਆ, ਭੜਕ ਨੂੰ ਉਹਨਾਂ ਦੇ ਲੱਗੇ, ਕਿਸੇ ਦੇ ਪੈਰ ਦੇ ਵਿੱਚ ਲੱਗੇ, ਕੋਈ ਪਸ਼ੂ ਖਾਵੇ ਉਹਨੂੰ ਨਾ, ਕੋਈ ਵੀ ਸਮੱਸਿਆ ਆ ਸਕਦੀ ਹੈ। ਵੀ ਜਾਣੀ ਹੋ ਸਕਦਾ ਕਿ ਇੱਧਰਲੇ ਮੁਲਕਾਂ ਦੇ ਵਿੱਚ, ਭਾਰਤ ਦੇ ਵਿੱਚ ਵੀ ਕਿਸੇ ਦੇ ਕੋਲ ਆਮ ਘਰ ਦੇ ਵਿੱਚ ਵੀ ਉਹਨੂੰ ਆਪਾਂ ਕਿੱਥੇ ਸਾਂਭਣਾ, ਕਿਹੜੀ ਚੀਜ਼ ਦੇ ਵਿੱਚ ਸਾਂਭਣਾ, ਉਹਦਾ ਕੋਈ ਢੰਗ ਤਰੀਕਾ। ਵੈਸੇ ਤਾਂ ਬਹੁਤ ਸਾਰੇ ਸੱਜਣਾਂ ਨੇ ਆਪਣੇ ਘਰ ਦੇ ਵਿੱਚ ਕਿਸੇ ਡੱਬੇ ਦੇ ਵਿੱਚ ਚੁੰਬਕ ਪਾਇਆ ਹੁੰਦਾ, ਉਹਦੇ ਨਾਲ ਲਾ ਦਿੰਦੇ ਆ, ਪਰ ਇਹਦੇ ਤੋਂ ਬਿਨਾਂ ਕੋਈ ਹੋਰ ਵੀ ਹੱਲ ਹੈਗਾ। ਬੜੇ ਸੱਜਣ ਨੂੰ ਆਪਾਂ ਕਹਿ ਰਹੇ ਆਮ ਤੌਰ ਤੇ ਹੁੰਦਾ ਕਿ ਰੱਖ ਦਿਓ, ਅੰਗੀਠੀ ਰੱਖ ਦਿਓ, ਇੱਥੇ ਰੱਖ ਦਿਓ, ਉਹ ਹੌਲੀ ਦਿਨ ਕਿਸੇ ਦਾ ਹੱਥ ਲੱਗਾ, ਕੁਝ ਹੋਰ ਲੱਗਾ, ਥੱਲੇ ਡੇ ਪਈ ਆਪਣੀ ਕਿਸੇ ਦੇ ਚੁੱਪਣੀ ਹੈ। ਜਿਹੜੀ ਛੋਟੀ ਚੀਜ਼ ਹੈ ਉਸ ਲਈ ਮਿੰਟ ਇੱਕ ਲੱਗਣਾ, ਪਰ ਹੋ ਸਕਦਾ ਕਿ ਭਲਕ ਨੂੰ ਕਿਸੇ ਦੇ ਲਈ ਉਹ ਦੁਖਦਾਇਕ ਫਿਰ ਸਾਬਤ ਨਾ ਹੋਵੇ ਜੇ ਅਸੀਂ ਸਾਂਭ ਲਈਏ। ਮਤਲਬ ਨਿੱਕੀਆਂ ਅਣਗਹਿਲੀਆਂ ਕੱਚ ਵੀ ਹੈ, ਢੇਰ ਤੇ ਸਿੱਟਦੀ ਤਾਂ ਬਿਲਕੁਲ ਆਪਾਂ ਕਰ ਲੈਂਦੇ ਆ। ਮਤਲਬ ਵੀ ਉਹ ਅਣਗਹਿਲੀਆਂ ਨੇ ਜਿਹੜੀਆਂ ਆਪਾਂ ਨੂੰ ਆਦਤ ਬਣ ਚੁੱਕੀ ਹੈ, ਕਿਉਂਕਿ ਆਪਾਂ ਸਹਿ ਸੁਭਾਅ ਹੀ ਮਤਲਬ ਕਹਿ ਦਿੰਦੇ ਚੱਲ ਕੋਈ ਨਹੀਂ ਯਾਰ ਕੀ ਫਰਕ ਪੈਂਦਾ, ਜਾਂ ਕਿਸੇ ਹੋਰ ਬੰਦਾ ਟੈਨਸ਼ਨ 'ਚ ਹੁੰਦਾ ਜਾਂ ਦਿਮਾਗ ਕਿਤੇ ਹੋਰ ਹੁੰਦਾ, ਤੇ ਫਿਰ ਚੇਤਾ ਵੀ ਆਉਂਦਾ, ਪਤਾ ਨਹੀਂ ਯਾਰ ਇੱਥੇ ਮੈਂ ਕਿਤੇ ਰੱਖ ਲਿਆ ਕਿਤੇ। ਹਾਂ, ਹੋ ਸਕਦਾ 2-4-5 ਮਿੰਟ ਲਈ ਆਪਾਂ ਨੂੰ ਉਹਦਾ ਫਿਕਰ ਵੀ ਹੁੰਦਾ, ਅਚਾਨਕ ਫਿਰ ਕੋਈ ਹੋਰ ਚਿੰਤਾ ਜਾਂ ਦਿਮਾਗ 'ਚ ਕੰਮ ਆ ਜਾਂਦਾ, ਫਿਰ ਬੰਦੇ ਦਾ ਧਿਆਨ ਉੱਧਰ ਹੋ ਜਾਂਦਾ ਤੇ ਉਹ ਚੀਜ਼ ਉੱਥੇ ਦੀ ਉੱਥੇ ਰਹਿ ਜਾਂਦੀ। ਹੋ ਸਕਦਾ ਵੀ ਇਹ ਗੱਲਾਂ ਤੁਸੀਂ ਸੋਚੋ ਵੀ ਯਾਰ ਪ੍ਰਾਈਮ ਏਸ਼ੀਆ TV ਦੇ ਪ੍ਰਾਈਮ ਫੋਕਸ ਪ੍ਰੋਗਰਾਮ ਦੇ ਵਿੱਚ ਇਹ ਬੰਦਿਆਂ ਦੇ ਪਿੰਨਾਂ ਸਾਂਭ ਲਓ, ਨੰਗੀ ਤਾਰ ਤੇ ਟੇਪ ਲਾ ਲਓ, ਉਹ ਰਾਸ਼ਟਰਪਤੀ ਨੂੰ ਛੱਡ ਕੇ, ਇਲੈਕਸ਼ਨ ਨੂੰ ਛੱਡ ਕੇ ਕੱਚ ਸਾਂਭਦੇ ਫਿਰਦੇ ਆ। ਮਤਲਬ ਦੇਖੋ ਕਾਰਨ ਇਹ ਆ ਵੀ ਉੱਤੇ ਤਾਂ ਵੀਰ ਮੇਰੇ ਉਹ ਇਲੈਕਸ਼ਨ ਪਹਿਲਾਂ ਵੀ ਚੱਲਦੀ ਸੀ, ਹੁਣ ਵੀ ਚੱਲੀ ਜਾਣੀ ਆ। ਧਮਾਤੜ ਬੰਦੇ ਦਾ ਜੋ ਮਰਜ਼ੀ ਹੋ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਧਮਾਤੜ ਬੰਦਾ ਆਪਣੇ ਲਈ ਆਪ ਕੀ ਕਰ ਸਕਦਾ, ਆਪਾਂ ਉਹ ਤਾਂ ਡਿਸਕਸ ਕਰਦੇ ਹੁੰਦੇ ਆ ਵੀ ਉਹ ਗੱਲਾਂ ਨੇ, ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਵਿਚਾਰਨ ਦੀ ਲੋੜ। ਇੱਕ ਬੇਨਤੀ ਆਪਾਂ ਹੋਰ ਕਰ ਦਈਏ, ਉਹ ਇਹ ਆ ਵੀ ਜਦੋਂ ਤੋਂ ਆ ਕੋਵਿਡ ਜਿਹਾ ਕੰਮ ਲੰਘਿਆ ਨਾ, ਆਪਾਂ ਜਵਾਕਾਂ ਨੂੰ ਫੋਨ ਦਿੰਦੇ ਆ ਜੀ, ਫੋਨ ਤੁਸੀਂ ਨਾਮ ਹੀ ਦਿਓ, ਅਗਲਾ ਕਹਿੰਦਾ ਨਾ ਮੈਂ ਤਾਂ ਇਹਦੇ ਬਿਨਾਂ ਵੱਜਦਾ ਨਹੀਂ। ਹੁਣ ਫੋਨ ਆ, ਫੋਨ ਦੀ ਬੈਟਰੀ ਡਾਊਨ ਹੋਣੀ ਆ, ਫਿਰ ਆਪਾਂ ਨੂੰ ਹੁੰਦਾ ਵੀ ਇਹਦੀ ਬੈਟਰੀ ਡਾਊਨ ਹੋ ਗਈ ਹੈ ਤੇ ਹੁਣ ਚਾਰਜਿੰਗ ਤੇ ਲਾਉਣਾ। ਪਹਿਲਾਂ ਹੋ ਸਕਦਾ ਵੀ ਆਪਾਂ ਆਪ ਲਾ ਦਈਏ, ਹੌਲੀ ਹੌਲੀ ਫਿਰ ਜਵਾਕ ਨੂੰ ਲੱਗਦਾ ਵੀ ਯਾਰ ਇਹਨਾਂ ਵੀ ਤਾਂ ਲਾਉਣਾ ਹੀ ਆ, ਮੈਂ ਚਾਰਜ ਕਰ ਲੈਣਾ। ਹੁਣ ਕਾਰਨ ਇਹ ਆ ਵੀ ਜਵਾਕ ਨੇ ਜਦੋਂ ਚਾਰਜ ਕਰਨਾ ਉਹਨੇ ਉਹਨੂੰ ਬੱਤੀ ਵਾਲੇ ਪਾਸੇ ਲਾਉਣਾ ਹੀ ਲਾਉਣਾ। ਆਪਾਂ ਕਈ ਵਾਰਾਂ ਦੇਖਦੇ ਹਾਂ ਵੀ ਹੋ ਸਕਦਾ ਆਪਾਂ ਨੂੰ ਲੱਗਦਾ ਵੀ ਉੱਧਰ ਤਾਂ ਸ਼ੂ ਲੱਗਾ ਹੀ ਆ ਜੀ, ਤੇ ਇਧਰੋਂ ਮੋਬਾਈਲ ਦੇ ਨਾਲ ਹੀ ਤਾਰ ਲਾਉਣੀ, ਕਿਹੜੀ ਗੱਲ ਆ, ਪਰ ਉਹ ਸ਼ੂ ਪੱਕਾ ਨਹੀਂ ਲੱਗਾ ਉੱਥੇ। ਹੋ ਸਕਦਾ ਕਿਸੇ ਦਿਨ ਉਹ ਢਿੱਲਾ ਹੋ ਜੇ, ਆਪਣੇ ਵਾਲਾ ਜਵਾਕ ਇਹਨੂੰ ਆਖੇ ਵੀ ਮੈਂ ਹੁਣ ਉਹਨੂੰ ਚੰਗੀ ਤਰ੍ਹਾਂ ਫਿੱਟ ਕਰਦਾ, ਉੱਥੇ ਆਪਾਂ ਬਿਲਕੁਲ ਧਿਆਨ ਨਹੀਂ ਦਿੰਦੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ, ਪਰ ਉਹ ਵੀ ਚੀਜ਼ਾਂ ਨੁਕਸਾਨ ਕਰ ਸਕਦੀਆਂ ਨੇ। ਪਿਛਲੇ ਸਮੇਂ 'ਚ ਕੋਈ ਖਬਰਾਂ ਆਈਆਂ ਵੀ। ਇੱਕ ਸੰਧਾਲੀਆ ਸਾਹਿਬ ਬੇਨਤੀ ਕਰਕੇ ਫਿਰ ਆਪਾਂ ਖਬਰਾਂ ਵਾਲੇ ਪਾਸੇ ਨੂੰ ਵਧ ਜਾਂਦੇ ਹਾਂ। ਆਪਣੇ ਪਿੰਡਾਂ ਸ਼ਹਿਰਾਂ 'ਚ ਢੇਰ ਹੁੰਦੇ ਆ ਕੂੜੇ ਦੇ, ਤੇ ਆਮ ਹੀ ਹੁੰਦਾ ਕਿ ਘਰ ਦੇ ਵਿੱਚ ਕੋਈ ਗਲਾਸੀ ਟੁੱਟ ਗਈ, ਕੋਈ ਸ਼ੀਸ਼ਾ ਟੁੱਟ ਗਿਆ, ਕੋਈ ਵੀ ਕੱਚ ਦੀ ਵਸਤੂ, ਆਪਣੇ ਕੋਲ ਉੱਥੇ ਕਿਹੜਾ ਸਾਧਨ ਨਹੀਂ ਹੈ ਨਾ, ਜੇ ਆਪਾਂ ਉਸ ਪੱਧਰ ਤੇ ਪਹੁੰਚਣਾ ਕਿ ਵੱਖਰੇ ਵੱਖਰੇ ਡਸਟਬਿਨ ਨਹੀਂ ਹੈਗੇ। ਜੇ ਘਰ ਦੇ ਵਿੱਚ ਤੁਸੀਂ ਵੱਖਰੇ ਵੱਖਰੇ ਡਸਟਬਿਨ ਕਿ ਇਹਦੇ ਵਿੱਚ ਸਬਜ਼ੀਆਂ ਦੀ ਛਿੱਲਾਂ ਸਿੱਟਣੀਆਂ, ਰਸੋਈ ਦਾ ਗਾਰਬੇਜ ਸਿੱਟਣਾ ਹੈ, ਇਹਦੇ ਵਿੱਚ ਆਪਾਂ ਗੱਤੇ ਕਾਗਜ਼ ਸਿੱਟਣੇ, ਇਹਦੇ ਵਿੱਚ ਆਪਾਂ ਕੱਚ ਸਿੱਟਣਾ, ਜੇ ਆਪਾਂ ਘਰ ਦੇ ਵਿੱਚ ਵੱਖਰੇ ਕਰ ਵੀ ਲਵਾਂਗੇ ਉਹਨੂੰ ਚੱਕ ਕੇ ਕੌਣ ਲਿਜਾਊ? ਉਹ ਸਾਰੀ ਪ੍ਰਕਿਰਿਆ ਅਜੇ ਵਿਚਾਰ ਅਧੀਨ ਵੀ ਹੈ ਨਹੀਂ। ਹੁਣ ਕੱਚ ਮੰਨ ਲਓ ਟੁੱਟ ਗਿਆ, ਆਪਾਂ ਤਾਂ ਆਪਣੇ ਘਰ ਦੇ ਵਿੱਚੋਂ ਐਂ ਇਕੱਠਾ ਕੀਤਾ ਝਾੜੂ ਨਾਲ, ਉਹਨੂੰ ਇਕੱਠਾ ਕਰਕੇ ਲਿਫਾਫੇ 'ਚ ਪਾਇਆ, ਉਹਨੂੰ ਕੂੜੇ ਦੇ ਵਿੱਚ ਜਿਹਾ ਕਰ ਦਿੱਤਾ, ਚੱਕ ਕੇ ਢੇਰ 'ਤੇ ਸਿੱਟ ਦਿੱਤਾ। ਠੀਕ ਹੈ, ਤੁਸੀਂ ਆਪਣੇ ਵੱਲੋਂ, ਕਿਉਂਕਿ ਤੁਹਾਡੇ ਕੋਲ ਕੋਈ ਆਪਸ਼ਨ ਹੀ ਨਹੀਂ, ਤੁਸੀਂ ਆਪਣੇ ਵੱਲੋਂ ਆਪਣੇ ਘਰ ਦਾ ਕੱਚ ਕੇ ਕਿਤੇ ਨਿਆਣੇ ਦੇ ਪੈ, ਆਪਾਂ ਪਰੇ ਹੋ ਜਾਓ, ਨਿਆਣੇ ਐ ਨੂੰ ਨਾ ਆਇਓ, ਇਹਨਾਂ ਨੂੰ ਇੱਧਰ ਨਾ ਆਉਣ ਦੀ, ਇਹਨੂੰ ਕੁੜੇ ਫੜ ਲਾ, ਛੋਟਾ ਬੱਚਾ ਹੁੰਦਾ ਨਾ, ਆਪਾਂ ਆਪ ਦਾ ਬੱਚਾ ਬਚਾ ਲਿਆ। ਕੱਚ ਤੁਹਾਡੇ ਕੂੜੇ ਦੇ ਡੱਬੇ ਦੇ ਵਿੱਚੋਂ, ਲਿਫਾਫੇ ਦੇ ਵਿੱਚੋਂ, ਝੋਲੇ ਦੇ ਵਿੱਚੋਂ ਢੇਰ 'ਤੇ ਚਲਾ ਗਿਆ, ਢੇਰ ਦੇ ਉੱਤੇ ਛਿੱਲਾਂ ਵੀ ਚਲੇ ਗਈਆਂ, ਢੇਰ ਦੇ ਉੱਤੇ ਬਾਕੀ ਸਾਰਾ ਕੁਝ ਵੀ ਚਲੇ ਗਿਆ, ਤੇ ਉਧਰੋਂ ਇਹ ਤਰਾਸਦੀ ਆ, ਮਨੁੱਖੀ ਤਰਾਸਦੀ, ਤੇ ਮਨੁੱਖੀ ਤਰਾਸਦੀ ਇਹ ਕਹਿੰਦੀ ਹੈ ਕਿ ਉਸੇ ਢੇਰ ਦੇ ਉੱਤੇ ਲਿਬੜੇ ਤਿਬੜੇ ਬੱਚਿਆਂ ਨੇ ਆਉਣਾ, ਜਿਨ੍ਹਾਂ ਦੇ ਇੱਥੇ ਪਿੱਛੇ ਬੂਰਾ ਫੜਿਆ ਹੋਣਾ। ਉਹ ਬੱਚੇ ਤੁਹਾਡੇ ਬੱਚਿਆਂ ਦੀ, ਸਾਡੇ ਬੱਚਿਆਂ ਦੀ ਉਮਰ ਦੇ ਹੋਣੇ ਆ। ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਢੇਰ ਤੋਂ, ਇਹ ਹੈ ਮਨੁੱਖੀ ਤਰਾਸਦੀ, ਮੈਂ ਕਹਿੰਦਾ ਅੱਜ ਦੇ ਸਮਾਜ ਦੇ ਮੱਥੇ ਤੇ ਕਲੰਕ ਹੀ ਹੈ, ਉਹਨਾਂ ਨੇ ਉੱਥੋਂ ਬਚਿਆ ਖੁਚਿਆ ਕੇਲਾ ਚੱਕ ਕੇ ਵੀ ਖਾਣਾ,
ਉਹਨਾਂ ਨੇ ਉੱਥੋਂ ਬਚੇ ਖੁਚੇ ਜਿਹੜੇ ਤੁਹਾਡੇ ਕੱਪੜੇ, ਕਿਸੇ ਨੇ ਕੋਈ ਬੂਟ ਸਿਰ ਤੇ, ਉਹਨਾਂ ਨੇ ਉਹ ਵੀ ਚੱਕ ਕੇ ਝੋਲੇ 'ਚ ਪਾਉਣੇ ਕਿ ਭਾਈ ਮੈਂ ਪਾਉਂ, ਪੈਰ ਨੰਗੇ ਹੋਣੇ ਉਹਨਾਂ ਦੇ। ਉਹਨਾਂ ਨੇ ਉੱਥੋਂ ਪਲਾਸਟਿਕ ਵੀ ਇਕੱਠਾ ਕਰਨਾ ਹੈ, ਬਾਕੀ ਚੀਜ਼ਾਂ ਵੀ ਇਕੱਠੀਆਂ ਕਰਨੀਆਂ। ਤੇ ਤੁਹਾਡੇ ਘਰ ਦਾ, ਸਾਡੇ ਘਰ ਦਾ ਟੁੱਟਿਆ ਕੱਚ ਜਦੋਂ 4 5 3 6 ਸਾਲ ਦੇ ਬੱਚੇ ਦੇ ਪੈਰ 'ਚ ਐਦਾਂ ਖੁੱਭਣਾ, ਤਾਂ ਜਿਹੜੀ ਉਹਦੀ ਲੇਰ ਨਿਕਲਣੀ ਆ, ਜਿਹੜੀ ਉਹਦੀ ਚੀਕ ਨਿਕਲਣੀ ਆ, ਸੰਧਾਲੀਆ ਸਾਹਿਬ ਸਾਡੇ ਬੱਚੇ ਦੀ ਵੀ ਹੋ ਸਕਦੀ ਹੈ। ਜਾਣੀ ਉਹਨਾਂ ਦੀ ਮਜਬੂਰੀ ਹੈ। ਕੋਈ ਵੀ ਆਪਾਂ ਮੁੜ ਕੇ ਚੱਪਲਾਂ ਨਹੀਂ ਪਾ ਹੁੰਦੀਆਂ ਤੇ ਤੋਂ ਬੂਟ ਜੇ ਪਾ ਹੁੰਦੀਆਂ ਤੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿ ਆਪਦੇ ਬੱਚੇ ਨੂੰ ਅਸੀਂ ਕੂੜੇ ਦੇ ਢੇਰਾਂ ਤੇ ਚਾੜੀਏ। ਇਹ ਸੱਚ ਹੈ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਦਾ। ਤੇ ਉਹਨਾਂ ਬੱਚਿਆਂ ਦੀ ਉਸ ਚੀਕ ਨੂੰ, ਉਸ ਲੇਰ ਨੂੰ ਅਸੀਂ ਇੱਕ ਛੋਟੀ ਜਿਹੀ ਆਪਣੀ ਸਾਵਧਾਨੀ ਨਾਲ ਬਚਾ ਸਕਦੇ ਹਾਂ ਕਿ ਭਾਈ ਕੱਚ ਕੋ ਝੂਣਾ ਸਿੱਟੋ। ਮੈਨੂੰ ਨਹੀਂ ਪਤਾ ਕਿ ਉਹਨੂੰ ਦੱਬਣਾ ਚਾਹੀਦਾ, ਮੈਨੂੰ ਨਹੀਂ ਪਤਾ ਉਹਨੂੰ ਕੀ ਕਰਨਾ ਚਾਹੀਦਾ, ਪਰ ਤੁਸੀਂ ਬਹੁਤ ਸਿਆਣੇ ਹੋ, ਸਾਰਿਆਂ ਨੂੰ ਪਤਾ ਹੈ। ਪਰ ਘੱਟੋ ਘੱਟ ਉਹਨਾਂ ਬੱਚਿਆਂ ਦੇ ਪੈਰ ਪਾੜ ਨੂੰ ਬਚਾਓ। ਨਹੀਂ, ਮੇਰੇ ਖਿਆਲ ਨਾਲ ਤੇ ਉਹਦਾ ਇੱਕ ਹੱਲ ਹੋ ਸਕਦਾ ਹੁੰਦਾ। ਉਹਦਾ ਹੱਲ ਹੋ ਸਕਦਾ ਹੁੰਦਾ ਜਿਹੜੇ ਆਪਣੇ ਕਬਾੜੀਏ ਆਉਂਦੇ, ਉਹ ਲੈਂਦਾ ਹੁੰਦਾ ਨਾ ਖਾਲੀ ਬੋਤਲਾਂ। ਉਹ ਜਿਹੜੀਆਂ ਖਾਲੀ ਬੋਤਲਾਂ ਹੁੰਦੀਆਂ ਨੇ, ਅਲਟੀਮੇਟਲੀ ਤਾਂ ਉਹਨਾਂ ਨੇ ਵੀ ਇੱਕ ਪਾਸੇ ਕੱਚ ਵਾਲੀਆਂ, ਇੱਕ ਪਾਸੇ ਪਲਾਸਟਿਕ ਵਾਲੀਆਂ ਕਰਨੀਆਂ ਹੁੰਦੀਆਂ। ਉਹਨਾਂ ਨੂੰ ਪੁੱਛਿਆ ਜਾਂਦਾ, ਵੀਰ ਮੇਰਾ ਕੁਛ ਤੇ ਹੈਗੀਆਂ ਪੂਰੀਆਂ, ਪਾਪਾ ਜੀ ਹੁਣ ਉੱਦਾਂ ਰੱਖ ਲਈਆਂ ਸੀ ਜੀ, ਤੇ ਕੁਛ ਫਿਰ ਉਦੋਂ ਲੜ ਪਏ ਤੇ ਉਦੋਂ 2 ਭੰਨੀਆਂ ਵੀ ਇਹਨਾਂ ਨੇ ਜੀ, ਹੈ ਨਾ। ਉਹਨਾਂ ਨੂੰ ਪੁੱਛ ਲਓ ਵੀ ਭਾਈ ਸਬੂਤੀ ਵੀ ਲੈ ਜਾਣਾ, ਤੇ ਨਾਲ ਜਿਹੜੀ ਦੂਸਰੀ ਉਹ ਵੀ ਅਸੀਂ ਤੈਨੂੰ ਲਿਫਾਫੇ 'ਚ ਪਾ ਕੇ ਦੇ ਦਿੰਦੇ ਹਾਂ, ਉਹ ਜਾਣਾ ਜਿੱਥੇ ਤੇਰੇ ਉਹ ਕੰਮ ਹੋਏ ਵੀ ਨਾਲ ਲੈ ਜੀ। ਸੋ ਇਹ ਉਹ ਚੀਜ਼ਾਂ ਨੇ ਜਿਹੜੀ ਆਪਾਂ ਨੂੰ ਕਰਨ ਦੀ ਲੋੜ ਆ। ਮੈਂ ਬੇਨਤੀ ਕਰਾਂ ਕਿ ਵੀ ਅਸੀਂ ਇਹ ਗੱਲਾਂ ਤਾਂ ਰੋਜ਼ ਥੋੜ੍ਹੀਆਂ ਗੱਲਾਂ ਕਰਦੇ ਰਹਿੰਦੇ ਹੁੰਦੇ ਹਾਂ ਵੀ ਕਿਸੇ ਵੇਲੇ ਆਪਣੇ ਧਿਆਨ 'ਚ ਹੀ ਨਹੀਂ ਆਉਂਦਾ, ਕਿਉਂਕਿ ਹੋਰ ਫਿਕਰ ਬਹੁਤ ਆ ਦੁਨੀਆ ਦੇ ਵਾਸਤੇ ਜੀ, ਚਿੰਤਾਵਾਂ ਬੜੀਆਂ। ਫਲਾਨੀ ਚੀਜ਼ ਦੀ ਕਿਸ਼ਤ ਦੇਣੀ, ਉਹ ਢੀਂਡੇ ਦਾ ਇਲਾਜ ਕਰਾਉਣਾ ਹੀ, ਡਾਕਟਰ ਨੂੰ ਮਿਲਣਾ, ਡਾਕਟਰ ਟਾਈਮ ਨਹੀਂ ਦਿੰਦਾ, ਜਾਂ ਫਲਾਣਾ ਡਾਕਟਰ ਨੇ ਵੀ ਟਾਈਮ ਦੇ ਦਿੱਤਾ, ਆਪਰੇਸ਼ਨ ਦੀ ਤਰੀਕ ਲੈ ਲਈ ਪਰ ਪੈਸੇ ਨਹੀਂ। ਉਹ ਪਤਾ ਨਹੀਂ ਕਿੰਨੀਆਂ ਕੁ ਟੈਨਸ਼ਨਾਂ ਨੇ। ਉਹਨਾਂ ਸਾਰੀਆਂ ਟੈਨਸ਼ਨਾਂ 'ਚ ਆਪਾਂ ਨੂੰ ਕਿਸੇ ਵੇਲੇ ਜਿਹੜੀਆਂ ਚੀਜ਼ਾਂ ਬੜੀਆਂ ਨਿੱਕੀਆਂ ਲੱਗਦੀਆਂ, ਪਰ ਇਹ ਉਹ ਅਣਗਹਿਲੀਆਂ ਨੇ ਜਿਹੜੀਆਂ ਆਪਣੇ ਕੋਲੋਂ ਹੋ ਜਾਂਦੀਆਂ ਤੇ ਕਿਸੇ ਵੇਲੇ ਬਹੁਤ ਨੁਕਸਾਨ ਕਰਦੀਆਂ ਜੀ। ਆਪਾਂ ਹੁਣ ਖਬਰਾਂ ਵਾਲੇ ਪਾਸੇ ਵੀ ਆ ਜੀ। ਨਹੀਂ, ਆਉਣਾ ਹੀ ਪੈਣਾ। ਮੈਨੂੰ ਐਂ ਲੱਗਦਾ ਕਿ ਆਪਾਂ ਮੂੰਗੀ ਤੋਂ ਸ਼ੁਰੂ ਹੋਣਾ, ਫਿਰ ਉਪ ਰਾਸ਼ਟਰਪਤੀ ਦੀ ਚੋਣ ਤੱਕ ਜਾਣਾ। ਮੂੰਗੀ ਤੋਂ ਇਸ ਕਰਕੇ ਸ਼ੁਰੂ ਹੋਣਾ ਕਿਉਂਕਿ ਆਪਾਂ ਆਸ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਖੇਤੀਬਾੜੀ ਜਿਹੜੀ ਹੈ ਦਰੁਸਤ ਹੋਵੇ। ਅਸੀਂ ਨਹੀਂ ਕਹਿੰਦੇ, ਨਹੀਂ, ਪਰ ਮੈਨੂੰ ਤੁਸੀਂ ਗੱਲ ਮਾੜੀ ਕੀਤੀ ਹੈ ਜਦੋਂ ਤੁਸੀਂ ਕਹਿ ਰਹੇ ਮੂੰਗੀ ਤੋਂ ਆਪਾਂ ਸ਼ੁਰੂ ਹੋਣਾ ਹੈ। ਜਦੋਂ ਇੰਨੀ ਗੱਲ ਆਖੀ ਤੇ ਮੈਂ ਬੰਦਾ ਨੂੰ ਕੜਾਹ ਤੇ ਜਾਊ ਮੂੰਗੀ ਦੇ ਤੇ ਬੰਦਾ ਹੋਰ ਹੀ ਪਾਸੇ ਤੁਰ ਪੈਂਦਾ। ਨਹੀਂ ਮਹਾਰਾਜ, ਸਾਨੂੰ ਹਮੇਸ਼ਾ ਅਸੀਂ ਹੈ ਕਿ ਆਮ ਬੰਦੇ, ਸਾਨੂੰ ਖਾਣ ਦਾ ਹੀ ਨਹੀਂ ਹੁੰਦਾ ਹਮੇਸ਼ਾ। ਨਹੀਂ, ਤੁਸੀਂ ਆਪਣੇ ਹਿਸਾਬ ਨਾਲ ਠੀਕ ਸੋਚਿਆ। ਮੈਂ ਤਾਂ ਤੁਹਾਡੀ ਸੋਚ ਦੀ ਉਡਾਰੀ ਦੀ ਮੈਂ ਦਾਤ ਦਿੰਨਾ, ਸਾਰੇ ਦੇਣਗੇ। ਮੈਂ ਉਹੀ ਕਹਿ ਰਿਹਾ ਵੀ ਬੰਦਾ ਕਹਿੰਦਾ ਮੂੰਗੀ ਦੀ ਗੱਲ ਕਰਦੇ, ਮੂੰਗੀ ਤੋਂ ਸ਼ੁਰੂ ਹੋ ਕੇ ਕੜਾਹ ਤੱਕ ਜਾਣਾ ਮੂੰਗੀ ਦੇ। ਜਸਵਿੰਦਰ ਭੱਲਾ ਕਹਿੰਦਾ ਇਹ ਪਤਾ ਨਹੀਂ ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡਾਊਨ ਜੀ ਕਰਤੀ। ਹੁਣ ਤਾਂ ਸਾਰੇ ਕਹਿੰਦੇ ਯਾਰ ਵੀ ਦਾਲ ਖਾਇਆ ਕਰੋ, ਵਧੀਆ ਹੈ, ਹੌਲੀ ਹੌਲੀ ਧੀਮੀ ਆਂਚ ਤੇ ਨਾ ਪਕਾ ਕੇ ਬਣਾ ਕੇ ਇਹਨੂੰ, ਫਿਰ ਜੇ ਬਣਾ ਕੇ ਫਿਰ ਆਂਚ ਥੋੜੀ ਹੋਣੀ ਹੈ। ਅੱਛਾ, ਦਾਲ ਬਣਾਉਣੀ ਨਹੀਂ ਹੈ, ਪਕਾਉਣੀ ਹੈ। ਵੇਖੋ ਅਸੀਂ ਮੈਂ ਫਿਰ ਉਹੀ ਘੁੰਮ ਫਿਰ ਕੇ ਮੂੰਗੀ ਵਾਲੇ ਕੜਾਹ ਤੇ ਜਾ ਵੜਨਾ, ਕੀ ਕਰੀਏ। ਚਲੋ ਕੋਈ ਨਹੀਂ। ਸੰਧਾਲੀਆ ਸਾਹਿਬ ਹੋਇਆ ਕੀ ਕਿ ਮਿਲਿਆ ਨਹੀਂ ਯਾਰ, ਵਾਹਵਾ ਚਿਰ ਹੋ ਗਿਆ WhatsApp। ਅੱਜ ਤਾਂ ਨਹੀਂ, ਕੱਲ ਤੱਕ ਦੇਖ ਲੈਂਦੇ ਆ, ਪਰਸੋਂ ਤੱਕ ਵੀ ਹੋ ਸਕਦਾ, 2 ਦਿਨ ਠੀਕ ਹੈ ਜੀ। ਇਹ ਤਾਂ ਸੁਣ ਲਿਆ, ਸੁਣਨ ਵਾਲਿਆਂ ਨੇ ਗੱਲ ਕਿਹੜੀ ਹੈ। ਅੱਛਾ, ਚੱਲਦੇ ਹੁਣ ਆਪਾਂ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਸਾਹਿਬ, ਉਧਰਲੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ, ਮੈਂਬਰ ਪਾਰਲੀਮੈਂਟ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ, ਸ਼੍ਰੀ ਅਸ਼ਵਨੀ ਸ਼ਰਮਾ ਜੀ ਭਾਜਪਾ ਦੇ ਸੂਬਾ ਪ੍ਰਧਾਨ, ਤੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਉਹ ਸਹਿਮਤ ਨੇ। ਨਹੀਂ, ਬਾਕੀ ਸਾਰੀਆਂ ਕਿਦਾਂ 3-4 ਪਾਰਟੀਆਂ ਦੇ ਹੋਰ ਨਾਂ ਲਾਓ। ਨਹੀਂ, ਸਤਿਕਾਰ ਦੇਣਾ ਸੀ ਨਾ ਅੱਜ। ਅੱਛਾ, ਸਤਿਕਾਰ ਦਿੱਤਾ। ਇਸ ਗੱਲ ਤੇ ਸਹਿਮਤ ਨੇ ਕਿ ਪੰਜਾਬ ਖੇਤੀਬਾੜੀ ਤੇ ਨਿਰਭਰ ਕਰਦਾ, ਸਾਰੇ ਸਹਿਮਤ ਨੇ, ਕੋਈ ਬੰਦਾ ਵਿਰੋਧ ਨਹੀਂ ਕਰ ਸਕਦਾ। ਇਸ ਗੱਲ ਦੇ ਉੱਤੇ ਵੀ ਸਾਰੇ ਸਹਿਮਤ ਨੇ ਕਿ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲਣਾ ਪਊ। ਇਸ ਗੱਲ ਦੀ ਵੀ ਸਾਰੇ ਸਰਾਹਨਾ ਕਰਦੇ ਆ ਕਿ ਭਾਈ ਆਪਾਂ ਨੂੰ ਕੋਈ ਤੀਸਰੀ ਚੌਥੀ ਫਸਲ ਦਾ ਮੁੱਲ ਮਿਲੇ। ਕੇਂਦਰ ਸਰਕਾਰ ਨੇ ਮੂੰਗੀ ਦਾ ਮੁੱਲ ਨਿਰਧਾਰਿਤ ਕੀਤਾ, ਬਹੁਤ ਧੰਨਵਾਦ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਉਸ ਨਿਰਧਾਰਿਤ ਮੁੱਲ ਤੇ ਖਰੀਦਾਂਗੇ, ਉਹਨਾਂ ਦਾ ਵੀ ਧੰਨਵਾਦ। ਬਾਕੀ ਸਾਰੀਆਂ ਸਿਆਸੀ ਧਿਰਾਂ ਨੇ ਕਿਹਾ ਕਿ ਇਹ ਚੰਗਾ ਕਦਮ ਹੈ, ਉਹਨਾਂ ਦਾ ਸਭ ਤੋਂ ਵੱਧ ਧੰਨਵਾਦ। ਚਲੋ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਮੂੰਗੀ ਬੀਜੋ ਬਈ, ਖਰੀਦਾਂਗੇ ਬਈ। ਸਾਰਿਆਂ ਨੇ ਕਿਹਾ ਜੀ ਬੜਾ ਵਧੀਆ। ਤੇ ਲੋਕ ਤਾਂ ਜਾਣੀ ਆਪਾਂ ਕਿੰਨੀ ਵਾਰ ਕਹਿੰਦੇ ਹੁੰਦੇ ਆ ਕਿ ਲੋਕ ਝੋਨਾ ਨਹੀਂ ਲਾਉਣਾ ਚਾਹੁੰਦੇ, ਹੋਏ ਲੋਕ ਝੋਨਾ ਜੂਨ ਦੇ ਵਿੱਚ ਨਹੀਂ ਲਾਉਣਾ ਚਾਹੁੰਦੇ, ਲੋਕਾਂ ਦੀ ਮਜਬੂਰੀ ਹੈ ਭਾਈ। ਤੇ ਜਿਹੜੀ ਮੂੰਗੀ 47,000 ਏਕੜ 'ਚ ਸੀ ਪਿਛਲੀ ਵਾਰ, ਐਤਕੀ 1.25 ਲੱਖ ਏਕੜ 'ਚ ਹੋ ਗਈ, ਤਕਰੀਬਨ 2.25 ਗੁਣਾ ਵੱਧ ਗਈ। ਦੂਸਰੇ ਪਾਸੇ ਜਦੋਂ ਫਿਰ ਆਪਾਂ ਬਾਰ-ਬਾਰ ਇਹ ਵੀ ਸੀਗਾ ਕਿ ਉਹ ਜੇ ਨਾ ਵਿਕੀ ਨਾ, ਤੁਸੀਂ 20 ਸਾਲ ਲੋਕਾਂ ਦਾ ਭਰੋਸਾ ਤੋੜ ਲੈਣਾ, ਮੁੜ ਕੇ ਨਹੀਂ ਕਿਸੇ ਨੇ ਗੱਲ ਮੰਨੀ। ਚਲੋ, ਮੂੰਗੀ ਵੱਡੀ ਹੋਈ, ਮੂੰਗੀ ਖੇਤਾਂ 'ਚੋਂ ਮੰਡੀ 'ਚ ਆਈ, 7275 ਰੁਪਏ ਨੂੰ ਵਿਕਣੀ ਚਾਹੀਦੀ ਸੀ, ਕਿਤੇ 6000 ਨੂੰ, ਕਿਤੇ 6500 ਨੂੰ, ਕਿਤੇ 5800 ਨੂੰ।
ਖਾਸ ਤੌਰ ਦੇ ਉੱਤੇ ਮਾਝੇ ਦੇ ਵਿੱਚੋਂ ਤੇ ਮਾਲਵੇ ਦੇ 2 ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਸਮੱਸਿਆਵਾਂ। ਕਿਸਾਨਾਂ ਦੇ ਰੋਜ਼ ਟੈਲੀਫੋਨ ਸੁਨੇਹੇ ਕਿ ਭਾਈ ਮੂੰਗੀ ਲੈ ਕੇ ਬੈਠੇ ਆ, ਸਰਕਾਰੀ ਅਧਿਕਾਰੀ ਆਉਂਦੇ ਆ, ਦੇਖ ਕੇ ਮੁੜ ਜਾਂਦੇ ਆ, ਸੁੱਕੀ ਆ, ਗਿੱਲੀ ਆ, ਟੋਟਾ ਆ, ਦਾਣਾ ਖੋਖਲਾ ਆ, ਵੀ ਅਸੀਂ ਕਹਿੰਦੇ ਵਿੱਚ ਕਰਕੇ ਖੋਖਲੇ ਕੀਤੇ ਆ। ਫਿਰ ਕਈਆਂ ਦੇ ਸੁਨੇਹੇ ਆਏ ਜੀ ਪ੍ਰਾਈਵੇਟ ਪਲੇਅਰ ਖਰੀਦਦੇ ਆ, ਸਰਕਾਰੀ ਬੰਦੇ ਨਹੀਂ ਖਰੀਦਦੇ। ਚਲੋ ਚਿੰਤਾ ਪੈਦਾ ਹੋਈ ਸਾਰਿਆਂ ਦੇ ਵਿੱਚ ਤੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਿਹਾ ਵੀ ਆ ਦੇਖੋ ਜੀ ਮੂੰਗੀ ਦਾ ਬੁਰਾ ਹਾਲ ਹੋ ਗਿਆ। ਬਹੁਤ ਚੰਗਾ ਹੋਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਬੀਤੇ ਕੱਲ ਕਹਿ ਦਿੱਤਾ ਕਿ ਭਾਈ 7275 ਰੁਪਏ ਮੁੱਲ ਹੈ ਤੇ 15% ਪੰਜਾਬ ਸਰਕਾਰ ਦੀ ਏਜੰਸੀ ਨੇ ਖਰੀਦੀ ਹੈ। ਅਸੀਂ ਢਿੱਲ ਦੇ ਰਹੇ ਹਾਂ ਕਿ ਸੁੱਕੀ ਹੈ, ਵੱਡੀ ਹੈ, ਗਿੱਲੀ ਹੈ, ਕਿ ਅਸੀਂ ਨਿਯਮਾਂ 'ਚ ਢਿੱਲ ਦੇਤੀ। ਤੇ ਇਹ ਗੱਲ ਜਿਹੜੀ ਬਹੁਤ ਇੰਪੋਰਟੈਂਟ ਸੀ ਕਿ ਜਿਹਨਾਂ ਦੀ ਪਹਿਲਾਂ ਵਿਕੀ ਹੈ ਉਹ ਕਹਿੰਦੇ ਜੀ ਜੇ ਕਿਸੇ ਦੀ 7000 ਨੂੰ ਵਿਕੀ ਹੈ, ਸਾਡੇ ਕੋਲ ਰਿਕਾਰਡ ਹੈ, ਉਹਨੂੰ ਪ੍ਰਤੀ ਕੁਇੰਟਲ 275 ਰੁਪਏ 7275 ਹੈ ਨਾ ਮਿਨੀਮਮ ਸਪੋਰਟ ਪ੍ਰਾਈਸ, ਉਹ ਪੰਜਾਬ ਸਰਕਾਰ ਆਪਣੇ ਕੋਲੋਂ ਦੇਊ। ਜੇ ਕਿਸੇ ਦੀ 6500 ਨੂੰ ਵਿਕੀ ਹੈ, ਇਹਦਾ ਮਤਲਬ 775 ਰੁਪਏ ਘੱਟ ਵਿਕੀ ਹੈ, ਉਹ 775 ਰੁਪਏ ਪੰਜਾਬ ਸਰਕਾਰ ਆਪਣੇ ਕੋਲੋਂ ਦੇਊ। ਬਹੁਤ ਚੰਗੀ ਗੱਲ ਹੈ। ਤੀਸਰੀ ਗੱਲ ਕਹਿੰਦੇ ਜੀ ਜੇ ਕਿਸੇ ਦੀ ਬਹੁਤੀ ਮਾੜੀ ਹੈ ਮੂੰਗੀ, ਉਹਦੀ 6000 ਨੂੰ ਵਿਕੀ ਹੈ, 1000 ਰੁਪਈਆ ਫਿਰ ਵੀ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਕੋਲੋਂ ਦੇਊ ਕਿ ਅਸੀਂ 7000 ਨੂੰ ਉਹਦੀ ਵੀ ਲਵਾਂਗੇ। ਕਈਆਂ ਦੀ 5800 ਨੂੰ ਵੀ ਵਿਕੀ ਹੈ, 57 ਨੂੰ ਵੀ। ਪਹਿਲੀ ਗੱਲ ਹੈ ਕਿ ਫੈਸਲਾ ਵਧੀਆ। ਦੂਸਰੀ ਗੱਲ ਹੈ ਕਿ ਅਸੀਂ ਵਿਰੋਧੀ ਪਾਰਟੀਆਂ ਤੋਂ ਉਮੀਦ ਕਰਦੇ ਹਾਂ ਕਿ ਭਾਈ ਇਹ ਮਸਲਾ ਰਾਜਨੀਤੀ ਦਾ ਹੈ ਨਹੀਂ, ਇਹ ਮਸਲਾ ਪੰਜਾਬ ਦੇ ਪਾਣੀ ਦਾ, ਪੰਜਾਬ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣ ਦਾ, ਪੰਜਾਬ ਦੇ ਕਿਸਾਨ ਦੇ ਗਲ ਚੋਂ ਫਾਹਾ ਕੱਢਣ ਦਾ। ਜੇ ਲੱਗਦਾ ਹੈ ਕਿ ਸਰਕਾਰ ਆਪਣੇ ਕੀਤੇ ਹੋਏ ਫੈਸਲੇ ਦੇ ਨੇੜੇ ਰਹੀ ਹੈ 70-80% ਵੀ, ਤਾਂ ਉਹਨਾਂ ਨੂੰ ਹੌਸਲਾ ਦੇ ਕੇ ਗਾਂਹ ਨੂੰ ਤੋਰੋ। ਤੇ ਜੇ ਇਦਾਂ ਹੋ ਗਿਆ ਕਿ ਮੂੰਗੀ ਦੇ ਪੈਸੇ ਭਾਵੰਤਰ ਸਕੀਮ ਹੀ ਹੋ ਗਈ ਸੂਬੇ ਦੀ ਇੱਕ ਤਰ੍ਹਾਂ ਦੇ ਨਾਲ, ਪੰਜਾਬ ਸਰਕਾਰ ਦੇਣ 'ਚ ਕਾਮਯਾਬ ਰਹੀ, ਕਿਸਾਨਾਂ ਦਾ ਹੌਸਲਾ ਬਣ ਜੂ, ਸਰਕਾਰ ਨੂੰ ਵੀ ਲੱਗੂਗਾ ਕਿ ਭਾਈ ਲੋਕ ਚੰਗੀ ਚੀਜ਼ ਨੂੰ ਪਸੰਦ ਕਰਦੇ ਆ। ਜੇ ਹੋ ਗਿਆ ਤਾਂ ਨਹੀਂ ਹੋ ਗਿਆ ਤਾਂ, ਪਰ ਮੈਨੂੰ ਆਸ ਹੈ ਵੀ ਹੁਣੇ ਹੋ ਜੂ, ਕਿਉਂਕਿ ਇਦੋਂ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਹਫਤਾ 10 ਦਿਨ ਹੋ ਗਿਆ ਆਪਾਂ ਇਹ ਜ਼ਿਕਰ ਕਰਦੇ ਸੀ ਇਸ ਚੀਜ਼ ਦਾ ਵੀ ਯਾਰ 7275 ਰੇਟ ਹੈ ਜੀ, ਪਰ 7275 ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਗੁਲਾਬੀ ਰੰਗ ਦੀ ਪਰਚੀ ਤੇ ਲਿਖ ਕੇ ਦਿੱਤਾ ਗਿਆ ਵੀ ਤੇਰੀ ਇੰਨੇ ਨੂੰ ਲੈ ਲਈ। ਬਹੁਤਾ ਕਰਕੇ ਲੋਕਾਂ ਨੇ ਗੱਲ ਤੁਹਾਡੀ ਠੀਕ ਹੈ ਵੀ 7000 ਤੋਂ ਥੱਲੇ ਨੂੰ ਆਉਂਦੇ 5500 ਤੱਕ ਵੀ ਆਵਾਜ਼ ਮੈਂ ਸੁਣੀ। ਸੋ ਬਹੁਤ ਵੱਡਾ ਫਰਕ ਹੈ। ਸੋ ਉਸ ਫਰਕ ਨੂੰ ਜੇ ਹੁਣ ਪੰਜਾਬ ਸਰਕਾਰ ਪੂਰਾ ਕਰ ਦੇਵੇ, ਜਿਹਨੇ ਮਿਹਨਤ ਕੀਤੀ ਹੈ ਉਹਨੂੰ ਮਿਹਨਤ ਦਾ ਮੁੱਲ ਮਿਲ ਜਵੇ ਤੇ ਵਧੀਆ ਗੱਲ ਹੈ। ਕਿਉਂਕਿ ਕਾਰਨ ਇਹ ਆ ਵੀ ਅਗਲੇ ਸਾਲ ਇਹ 7750 ਨੂੰ ਵਿਕਣੀ ਹੈ, ਕਿਉਂਕਿ 480 ਰੁਪਏ ਰੇਟ 7750 ਤੋਂ ਵੱਧ ਜਾਣਾ, 7750 ਰੇਟ ਹੋ ਜਾਣਾ। ਤੇ ਇਹ ਨਾ ਹੋਵੇ ਵੀ ਅਗਲੀ ਵਾਰ ਸਗੋਂ ਵੱਧ ਪੈਸੇ ਮਿਲਣੇ ਸੀ, ਅਪਰੋਕਸੀਮੇਟਲੀ 500 ਰੁਪਈਆ, ਤੇ ਐਤਕੀ ਜਿਹਦਾ ਦਿਲ ਟੁੱਟ ਗਿਆ ਉਹਨੇ ਅਗਲੀ ਵਾਰ ਮੂੰਹ ਨਹੀਂ ਕਰਨਾ ਮੂੰਗੀ ਵਾਲੇ ਪਾਸੇ। ਨਾ ਬਿਲਕੁਲ ਇਹ ਜਿਹੜੀ ਚੀਜ਼ ਆ ਇਹ ਜੇ ਪੰਜਾਬ ਸਰਕਾਰ ਕਰ ਲਵੇ ਤੇ ਬਹੁਤ ਚੰਗੀ ਗੱਲ ਹੈ। ਅਸੀਂ ਆਸ ਉਮੀਦ ਕਰਦੇ ਹਾਂ ਵੀ ਪੰਜਾਬ ਸਰਕਾਰ ਇਸ ਚੀਜ਼ ਨੂੰ ਜਿੰਨਾ ਹੋ ਸਕੇ ਤੇ ਜਿੰਨਾ ਵਧੀਆ ਢੰਗ ਨਾਲ ਹੋ ਸਕੇ ਨੇਪਰੇ ਚਾੜ ਲਵੇ। ਪਰ ਇਹਦੇ 'ਚ ਵੱਡੀ ਜ਼ਿੰਮੇਵਾਰੀ ਮੈਨੂੰ ਲੱਗਦਾ ਵੀ ਉਹ ਰਾਜ ਕਰਦੀ ਧਿਰ ਨਾਲੋਂ ਵੀ ਵਿਰੋਧੀ ਧਿਰਾਂ ਦੀ ਹੈ, ਕਿਉਂਕਿ ਰਾਜ ਕਰਦੀ ਧਿਰ ਵਾਲਿਆਂ ਨੂੰ ਤੇ ਹੋ ਸਕਦਾ ਵੀ ਜੇ ਮਾੜੀ ਮੋੜ ਕਿਤੇ 19-21 ਹੋਈ ਵੀ ਤਾਂ ਕੋਈ ਨਹੀਂ, ਚੱਲ ਛੱਡ ਖੜਾ ਕਾਹਨੂੰ ਗੱਲ ਕਰਨੀ ਜੀ। ਤੇ ਜੇ ਵਿਰੋਧੀ ਧਿਰ ਗੱਲ ਕਰਨਗੇ ਉਹਨਾਂ ਨੂੰ ਡਬਲ ਫਾਇਦਾ। ਪਹਿਲਾ ਫਾਇਦਾ ਉਹਨਾਂ ਨੂੰ ਇਹ ਵੀ ਇੱਕ ਤਾਂ ਉਹਨਾਂ ਨੂੰ ਕਮਜ਼ੋਰੀ ਲੱਭਣ ਦਾ ਮੌਕਾ ਮਿਲ ਜੂ ਵੀ ਲੈ ਭਾਈ ਇੱਥੇ ਆ ਕਮੀ ਦੇ ਅਸੀਂ ਦੱਸੀ ਜੀ। ਤੇ ਦੂਜੀ ਗੱਲ ਇਹ ਵੀ ਜਿੱਥੇ ਵੀ ਜਿਹੜੀ ਵੀ ਮਤਲਬ ਉਹਨਾਂ ਦਾ ਇਲਾਕਾ ਕਹਿ ਲਓ, ਜਿਹੜਾ ਵੀ ਹਲਕਾ ਕਹਿ ਲਓ, ਉਹਦੇ 'ਚ ਉਹ ਜਿਉਂਦੇ ਹੋ ਜਾਣਗੇ ਲੋਕਾਂ 'ਚ ਯਾਰ ਅਸੀਂ ਭਾਵੇਂ ਐਤਕੀ ਬੰਦਾ ਹਰਾਤਾ ਪਰ ਫਿਰ ਵੀ ਸਾਡੀ ਗੱਲ ਕਰਦਾ ਹੀ ਨਹੀਂ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਇਹ ਲੱਗਦਾ ਕਿ ਦੇਖੋ ਵਿਰੋਧੀ ਪਾਰਟੀਆਂ ਇੱਕ ਗੱਲ ਸਿੱਖਣ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਸੀ, ਲੋਕਾਂ ਨੇ ਉਹਨਾਂ ਦੀ ਸਰਕਾਰ ਬਣਾਈ ਆ। ਇਹ ਨਹੀਂ ਕਿ ਤੁਸੀਂ ਕੰਮ ਕਰਕੇ ਸਰਕਾਰ 'ਚ ਹੋ ਕੇ ਹੀ ਅੱਗੇ ਨੂੰ ਵਧਣਾ, ਤੁਸੀਂ ਵਿਰੋਧੀ ਧਿਰ ਦੇ ਵਿੱਚ ਵੀ ਹੋ ਤਾਂ ਵੀ ਅੱਗੇ ਵੱਧ ਸਕਦੇ ਹੋ। ਬਸ ਰਾਜਾ ਵੜਿੰਗ ਹੋਰਾਂ ਨੇ ਪਿਛਲੇ ਦਿਨੀ ਗੱਲ ਕੀਤੀ ਸੀ ਨਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਪੈਸੇ ਦਿੱਤੇ, ਬਹੁਤ ਚੰਗਾ। ਲੋਕ ਇੱਥੇ ਰੱਖਦੇ ਹੁੰਦੇ ਗੱਲਾਂ ਕਿ ਭਾਈ ਇਹ ਚੰਗੇ ਫੈਸਲੇ ਨੂੰ ਚੰਗਾ ਕਹਿੰਦੇ ਆ, ਇਹ ਹੋਰ ਸੁਧਾਰ ਦੀ ਗੱਲ ਕਰਦੇ ਆ। ਇੱਦਾਂ ਹੀ ਆ ਪੰਜਾਬ ਦੇ ਲੱਖਾਂ ਲੋਕ ਨੇ, ਦੁਚਿੱਤੀ ਨਹੀਂ ਆਉਣੀ ਚਾਹੀਦੀ ਮਨ 'ਚ। ਮੈਂ ਕਹਿੰਦਾ ਕਿ ਆ ਮੂੰਗੀ ਵਾਲੇ ਫੈਸਲੇ ਤੇ ਪਿੱਠ ਥਾਪੜ ਕੇ ਨਾ ਸਬਜ਼ੀਆਂ ਦੀ MSP ਦੀ ਗੱਲ ਰੱਖ ਦੇਣ ਕਿ ਭਾਈ ਅਗਲੇ ਸਾਲ ਤੱਕ ਕਰੋ, ਜ਼ਰੂਰੀ ਆ ਕੰਮ ਤੁਸੀਂ ਚੰਗਾ ਕੀਤਾ, ਅਗਲੇ ਦੇ ਉੱਤੇ ਅਗਲੇ ਨੂੰ ਮਾਣ ਵੀ ਹੋ ਤੇ ਭਾਰ ਵੀ ਪੈ ਜੂ। ਇਹ ਬੜਾ ਜ਼ਰੂਰੀ। ਇੱਕ ਹੋਰ ਬੇਨਤੀ ਕਰੀਏ, ਇਹ ਨਾ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਚੱਲਦੀ ਆ, ਆਈ ਡੋਂਟ ਨੋ ਕਿਉਂ ਚੱਲਦੀ ਹੈ ਜਾਂ ਕਿਉਂ ਚਲਾਈ ਜਾ ਰਹੀ ਆ, ਉਹ ਕਿੰਨੀ ਕੁ ਜੈਨੂਅਨ ਆ ਕਿੰਨੀ ਕੁ ਜੈਨੂਅਨ ਨਹੀਂ ਆ। ਉਹ ਇਹ ਚਰਚਾ ਚੱਲਦੀ ਆ ਵੀ ਜਿਹੜਾ ਝੋਨਾ ਜੀ ਇਹਨੂੰ ਜਾਣ ਬੁੱਝ ਕੇ ਖਤਮ ਕਰਵਾਇਆ ਜਾ ਰਿਹਾ ਰੌਲਾ ਪਾ ਕੇ ਮੀਡੀਆ ਵੱਲੋਂ ਇੱਧਰੋਂ ਉੱਧਰੋਂ, ਕਿਉਂਕਿ ਝੋਨੇ ਤੋਂ ਮਜ਼ਦੂਰ ਭਾਈਚਾਰੇ ਨੂੰ ਮਜ਼ਦੂਰੀ ਮਿਲਦੀ ਆ ਤੇ ਇਹ ਚਾਹੁੰਦੇ ਆ ਵੀ ਝੋਨਾ ਲੱਗੂਗਾ ਨਹੀਂ ਤੇ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲੂਗੀ ਤੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਗਲ ਘੁੱਟਣ ਦੀ ਕੋਸ਼ਿਸ਼ ਹੈ। ਹੁਣ ਜਿੰਨੀ ਗੱਲ ਜਿੱਦਾਂ ਮੈਂ ਕੀਤੀ ਇਸ ਢੰਗ ਨਾਲ ਹੀ ਕਿਸੇ ਨੂੰ ਵੀ ਸੁਣਾਈ ਦੱਸੀ ਜਾਵੇ ਤਾਂ ਅਗਲੇ ਨੂੰ ਲੱਗੂਗਾ ਯਾਰ ਗੱਲ ਤਾਂ ਠੀਕ ਹੈ ਵੀ ਜੇ 6 ਮਹੀਨਿਆਂ ਬਾਅਦ ਝੋਨਾ ਆਉਂਦਾ, ਜੇ ਮੰਨ ਲਾ ਵੀ ਅਸੀਂ ਸਾਰਾ ਟੱਬਰ ਇਕੱਠਾ ਹੋ ਕੇ 10 ਕਿੱਲੇ ਲਾ ਲੈਂਦੇ ਹਾਂ ਜੀ, ਜੇ 10 ਕਿੱਲੇ ਝੋਨਾ ਆਪਾਂ ਐਵਰੇਜ ਵੀ ਮੰਨ ਕੇ ਚੱਲੀਏ ਵੀ ਜੇ 4000 ਨੂੰ ਵੀ ਕਿੱਲਾ
ਲਵਾਈ ਸਾਨੂੰ ਮਿਲ ਗਈ ਲੇਬਰ 10 ਵੈਸੇ ਤਾਂ ਬਹੁਤ ਲੱਗਦੇ, ਮੈਂ ਐਵਰੇਜ ਦੱਸ ਰਿਹਾ ਜਸਟ ਵੀ 10 ਕਿੱਲੇ ਵੀ ਲਾ ਲੇ ਤਾਂ ਵੀ 40,000 ਬਣ ਗਿਆ ਵੀ 40,000 ਦੀ ਸਾਡੀ ਮਿਹਨਤ ਮਜ਼ਦੂਰੀ ਹੈ ਜਿਹੜੀ ਛਮਾਈ ਦੀ ਸਾਨੂੰ ਮਿਲ ਜਾਂਦੀ ਸੀ ਤੇ ਵੀ ਯਾਰ ਇਹ ਬੰਦੇ ਤਾਂ ਸਾਡੇ ਕੋਲ ਖੋਲਣਗੇ ਫਿਰ। ਹੁਣ ਇਸ ਚੀਜ਼ ਨੂੰ ਪ੍ਰਚਾਰਿਆ ਇਦਾਂ ਜਾ ਰਿਹਾ, ਪਰ ਇਹ ਸਾਰੇ ਕੁਛ ਦੇ ਵਿੱਚ ਕੋਈ ਬੰਦਾ ਇਹ ਨਹੀਂ ਦੱਸ ਰਿਹਾ ਵੀ ਇਹਨੂੰ ਬੰਦ ਕਰਕੇ ਇਹ ਤਾਂ ਹੈ ਨਹੀਂ ਵੀ ਪੈਲੀ ਖਾਲੀ ਰਹਿਣੀ 6 ਮਹੀਨੇ, ਉੱਥੇ ਜਿਹੜੀ ਚੀਜ਼ ਲੱਗਣੀ ਆ ਉਹਨੇ ਗੋਡੀ ਵੀ ਮੰਗਣੀ ਆ, ਉਹਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੰਗਣੀਆਂ। ਹੋ ਸਕਦਾ ਵੀ ਝੋਨਾ ਤੇ ਏਕਰਾਂ ਲਾ ਕੇ ਹਟ ਜਾਂਦਾ, ਜੇ ਹੁਣ ਮੰਨ ਲਓ ਵੀ ਆਪਾਂ ਸਬਜ਼ੀ ਵਾਲੇ ਪਾਸੇ ਤੁਰ ਪਈਏ, ਸਬਜ਼ੀ ਤੇ ਲਾਉਣ ਤੋਂ ਲੈ ਕੇ ਤੇ ਉਸ ਤੋਂ ਬਾਅਦ ਉਹਨੂੰ ਜਦ ਤੱਕ ਵੱਡੀ ਹੋ ਕੇ ਤੇ ਤੋੜ ਕੇ ਤੇ ਮੰਡੀ ਤੱਕ ਨਹੀਂ ਜਾਂਦੀ ਉਦੋਂ ਤੱਕ ਲੇਬਰ ਦੀ ਲੋੜ ਰਹਿਣੀ। ਨਹੀਂ ਵੈਸੇ ਵੀ ਸੰਧਾਲੀਆ ਸਾਹਿਬ ਦੇਖੋ, ਜੇ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਕਿਸਾਨ ਨੂੰ 4 ਪੈਸੇ ਬਚੇ, ਉਹ ਦੁਕਾਨ ਤੋਂ ਜਾ ਕੇ ਸਮਾਨ ਲਿਆਊਗਾ, ਉਹ 2 ਗੋਲ ਗੱਪੇ ਵੱਧ ਖਾ ਲੂਗਾ, ਉਹ ਖਿਲਾਉਣੇ ਕਿਹਨੇ? ਜੇ ਉਹ ਘਰ ਬਣਾਊਗਾ ਪੱਥਰ ਲਾਉਣਾ ਕਿਹਨੇ? ਉੱਥੇ ਉਹ ਸਾਰੀ ਦਾ ਕੰਮ ਕਰਨਾ ਕਿਹਨੇ? ਹੋ ਸਕਦਾ ਕਿ ਉਹਦੇ ਕੋਲ 4 ਪੈਸੇ ਆਉਣ, ਉਹ ਕਹਿੰਦਾ ਗ੍ਰੀਨ ਹਾਊਸ ਬਣਾਉਣਾ ਭਾਈ ਆਪਾਂ, ਸਬਜ਼ੀ ਫਰੂਟ ਉਹ ਲਾਇਆ ਕਰਨਾ ਆਪਾਂ, ਤੇ ਉਹ ਸਬਜ਼ੀ ਤੇ ਫਰੂਟ ਤਾਂ ਬਹੁਤ ਹੀ ਮਿਹਨਤ ਮੰਗਦੇ ਹੁੰਦੇ ਆ। ਜਿੱਦਾਂ ਪਿਛਲੇ ਸਮੇਂ ਦੇ ਵਿੱਚ ਗਜਿੰਦਰ ਸ਼ੇਖਾਵਤ ਸਾਹਿਬ ਕਹਿ ਕੇ ਗਿਆ ਸੀ ਸੰਗਰੂਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਕਿ ਭਾਈ ਆਪਾਂ ਸੰਗਰੂਰ, ਲਹਿਰਾ ਗਾਗਾ, ਬਰਨਾਲੇ ਵਾਲੇ ਏਰੀਏ ਦੇ ਵਿੱਚ ਸਟੋਰੇਜ ਕਪੈਸਿਟੀ ਵੀ ਵਧਾਉਣੀ ਆ, ਤੇ ਆਪਾਂ ਇੱਥੋਂ ਜਿਹੜਾ ਸਿੱਧੇ ਤੌਰ ਤੇ ਜਹਾਜ਼ਾਂ ਦੇ ਵਿੱਚ ਲੱਦ ਕੇ ਲਿਜਾਈਦਾ ਸਮਾਨ, ਫਰੂਟ ਹੋ ਗਿਆ, ਸਬਜ਼ੀਆਂ ਹੋ ਗਈਆਂ, ਉਹਨਾਂ ਨੇ ਸਾਰਾ ਕੰਮ ਕਰ ਦੇਣਾ ਆ। ਤੇ ਸਬਜ਼ੀ ਤੇ ਫਰੂਟ ਦੇ ਵਿੱਚ ਤਾਂ ਜਿੰਨਾ ਮਰਜ਼ੀ ਕੰਮ ਕਰੋ ਤੇ ਟੌਰ ਨਾ ਕੰਮ ਕਰੋ। ਹੁਣ ਝੋਨਾ ਥੋੜੀ 4 ਮਹੀਨੇ ਪੱਟ ਕੇ ਖਾ ਲੈਣਾ ਬੰਦਾ, ਫਰੂਟ ਦੇ ਵਿੱਚ ਹੋਊਗਾ ਤਾਂ 2-4 ਚੀਜ਼ਾਂ ਛਕ ਵੀ ਲਊਗਾ ਵਿੱਚ। ਇੱਕ ਅੱਜ ਕੱਲ੍ਹ ਹੋਰ ਬੜਾ ਟ੍ਰੈਂਡ ਹੈ ਪੰਜਾਬ 'ਚ ਵੀ ਹੌਲੀ ਹੌਲੀ ਵਾਹਵਾ ਜ਼ੋਰ ਫੜਨ ਲੱਗ ਪਿਆ, ਉਹ ਇਹ ਆ ਕਿ ਵੀ ਪਹਿਲਾਂ ਹੁੰਦਾ ਸੀ ਮੁਰਗੀ ਖਾਨਾ ਜਾਂ ਮੁਰਗੀ ਪਾਲਣ ਕਰਨਾ ਤੇ ਮੁਰਗੀ ਖਾਨਾ ਬਣਾਓ, ਵੀ ਮਤਲਬ ਉਹ ਕੌਲੇ ਜੇ ਕੱਢ ਕੇ ਤੇ ਉਦੋਂ ਬਾਅਦ ਉਹ ਮੋਟੀ ਜਿਹੀ ਜਾਲੀ ਲਾ ਕੇ ਮੁਰਗੀਆਂ ਵਾਲੀ ਤੇ ਉਹਦੇ ਵਿੱਚ ਕੁੜਕੁੜ ਕਰਦੇ ਉਹ ਲੈਣ, ਫਿਰ ਮੁਰਗੀਆਂ ਹੋਣੀਆਂ ਤੇ ਫਿਰ ਉਹਨਾਂ ਨੂੰ ਫੀਡ ਪਾਉਣੀ ਤੇ ਉੱਥੇ ਹੀ ਉਹ ਆਂਡੇ ਤੇ ਹੈ ਨਾ, ਮਤਲਬ ਇੱਕ ਥੋੜ੍ਹੇ ਜਿਹੇ ਏਰੀਏ ਦੇ ਵਿੱਚ ਕਮਰਿਆਂ ਦੇ ਵਿੱਚ ਮੁਰਗੀਆਂ ਪਾਲਣ ਵਾਲਾ ਕੰਮ। ਫਿਰ ਚੱਲਿਆ ਵੀ ਨਹੀਂ ਯਾਰ ਇਹ ਵਾਲੀਆਂ ਮੁਰਗੀਆਂ ਤੇ ਇਹਨਾਂ ਦੇ ਆਂਡੇ ਹੈਲਦੀ ਨਹੀਂ, ਕਿਉਂ ਨਾ ਜੇ ਪਹਿਲੀਆਂ ਦੇਸੀ ਕੁਕੜੀਆਂ ਆਮ ਤੁਰੀਆਂ ਫਿਰਦੀਆਂ ਤੁਸੀਂ ਵਿਹੜਿਆਂ 'ਚ, ਜਾਂ ਮੰਨ ਲਓ ਵੀ ਤੁਸੀਂ ਕਿਤੇ ਉਹ ਇੱਧਰੋਂ ਬਾਹਰ ਰੂੜੀ ਤੋਂ ਗੇੜਾ ਮਾਰਿਆ, ਫਿਰ ਗਲੀ ਉਹ ਗਲੀ, ਜੇ ਕਿਸੇ ਸਾਈਕਲ ਸਕੂਟਰ ਤੋਂ ਵੱਜ ਗਈਆਂ ਤੇ ਫਿਰ ਘਰੇ ਆ ਗਈਆਂ ਤੇ ਉਦੋਂ ਬਾਅਦ ਸਿੱਧੀਆਂ ਖੁੱਡੇ ਤੇ ਫਿਰ ਆਖਣ ਆਹ ਪੁੱਤ ਵੇਖਾਂ ਭਲਾ ਕੁਕੜੀ ਨਿਕਲੀ, ਉਹ ਆਂਡਾ ਦਿੱਤਾ ਹੀ ਇਹਨੇ, ਹੈ ਨਾ। ਉਹ ਜਿਹੜਾ ਕੰਮ ਸੀਗਾ ਉਹ ਕੌਨਸੈਪਟ ਹੁਣ ਓਪਨ ਫਸਲਾਂ ਦੇ ਵਿੱਚ ਵੀ ਹੋਣ ਲੱਗ ਪਿਆ ਵੀ ਯਾਰ ਤੁਸੀਂ ਜਿਹੜੀ ਜ਼ਮੀਨ ਦੇ ਵਿੱਚ ਤੁਸੀਂ ਵੀ ਕੋਈ ਆਰਗੈਨਿਕ ਖੇਤੀ ਕਰਦੇ ਹੋ, ਜਿੱਥੇ ਤੁਸੀਂ ਇਹੋ ਜਿਹਾ ਕੁਛ ਲਾਉਣਾ, ਚਾਹੇ ਬਾਗ ਹੀ ਹੈ, ਹੁਣ ਬਾਗ ਦੇ ਨਾਲ ਤੁਸੀਂ ਮੁਰਗੀਆਂ ਰੱਖ ਲਈਆਂ, ਹੁਣ ਬੂਟਾ ਦੇ ਉੱਪਰ ਰਹਿ ਗਿਆ ਤੇ ਨਾਲੇ ਤੇ ਮੁਰਗੀਆਂ ਜਿਹੜੀਆਂ ਉਹਨੇ ਥੱਲੇ ਤੁਰੀਆਂ ਫਿਰਨਾ, ਉਹ ਜਿਹੜੀਆਂ ਮੁਰਗੀਆਂ ਨੇ ਆਂਡਾ ਦੇਣਾ, ਉਹ ਆਂਡੇ ਕਿੰਨੇ ਚੁੱਕਣੇ ਉੱਥੋਂ? ਬਸ ਠੀਕ ਹੈ। ਝੋਨੇ ਦਾ ਤਾਂ ਇਹ ਹੋ ਗਿਆ ਨਾ ਵੀ ਉਹਨੇ 3-4 ਮਹੀਨੇ ਜਾ ਕੇ ਬਣਨਾ, ਮੁਰਗੀ ਨੇ ਤੇ ਆਂਡਾ ਰੋਜ਼ ਹੀ ਦੇਣਾ ਜੀ। ਉਹਦੇ ਲਈ ਵੀ ਬੰਦੇ ਚਾਹੀਦੇ ਨੇ। ਇਹਦਾ ਮਤਲਬ ਇਹ ਹੋ ਗਿਆ ਵੀ ਆਪਾਂ ਜੇ ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ ਉਹੋ ਜਿਹਾ ਕਨਸੈਪਟ ਲੈ ਕੇ ਆਈਏ ਜਿਹਦੇ ਨਾਲ ਆਪਣਾ ਪੰਜਾਬ ਵੀ ਬਾਜੇ, ਸਗੋਂ ਕੰਮ ਡੇਲੀ ਵਾਲਾ ਲੱਭੇ, ਬਜਾਏ ਦੇ ਇਹ ਨਹੀਂ ਵੀ ਛਮਾਈ ਵਾਲਾ ਕੰਮ ਹੋਵੇ, ਡੇਲੀ ਵਾਲਾ ਕੰਮ ਲੱਭੇ ਵੀ ਜਿੱਥੇ ਬੰਦੇ ਐਡਜਸਟ ਹੋਣ ਉਹ ਜਾਣੇ। ਉਹਦੇ ਨਾਲ ਇੱਕ ਜਿਹੜਾ ਬੰਦਾ ਇਸ ਵਕਤ ਖੇਤੀ ਕਰ ਰਿਹਾ ਉਹਨੂੰ ਵੀ ਭਿੰਤ ਵਾਲੇ ਪਾਸੇ ਮੋੜਾ ਕੱਟ ਲਿਆ, ਤੇ ਦੂਜੇ ਪਾਸੇ ਇਹ ਵੀ ਹੁੰਦਾ ਵੀ ਯਾਰ ਝੋਨਾ ਲੱਗ ਗਿਆ ਹੁਣ ਤੇ ਵਿਹਲਿਆਂ ਖਾਦ ਹੀ ਪਾਉਣੀ ਆ, ਜਾਂ ਜੇ ਕਿਤੇ ਹੁਣ ਤੇ ਕੰਬਾਈਨ ਨਾਲ ਵੱਢ ਲੈਂਦੇ, ਜੇ ਕੋਈ ਥੋੜ੍ਹੇ ਬਹੁਤ ਹੋਏਗਾ ਬਾਸਮਤੀ ਝਾੜਨ ਵਾਲੇ ਤੇ ਮਿਲ ਜੂ, ਨਹੀਂ ਤੇ ਫਿਰ ਉਸ ਤੋਂ ਬਾਅਦ ਵੇਖਾਂਗੇ ਸਬਜ਼ੀ ਵਾਲਾ ਕੰਮ, ਉਹਨੂੰ ਵੀ ਰੋਜ਼ ਦਾ ਕੰਮ ਮਿਲ ਜੂ। ਵੈਸੇ ਵੀ ਸੰਧਾਲੀਆ ਸਾਹਿਬ ਹਰ ਪਿੰਡ ਦੇ ਵਿੱਚ ਹਾਹਾਕਾਰ ਮਚੀ ਹੁੰਦੀ ਆ ਕਿ ਭਾਈ ਮਜ਼ਦੂਰ ਲੱਭਦੇ ਨਹੀਂ, ਹੁੰਦੇ ਹੀ ਨਹੀਂ, ਉਹਨਾਂ ਨੂੰ ਆਪੋ ਆਪਣੇ ਸੂਬਿਆਂ 'ਚ ਕੰਮ ਮਿਲਦਾ, ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਮਿਲਦਾ, ਖੇਤਾਂ ਵਾਲਾ ਕੰਮ ਕਰਨ ਨੂੰ ਬਹੁਤੇ ਬੰਦੇ ਹੁਣ ਲੱਭਦੇ ਨਹੀਂ ਐ, ਮਿਹਨਤ ਤਰਲੇ ਕਰਕੇ ਲਿਆਉਣੇ ਪੈਂਦੇ ਆ। ਜੇ ਆਪਾਂ ਕਹੀਏ ਕਿ ਭਾਈ ਉਹਨਾਂ ਦੇ ਕੋਲੇ ਕੋਈ ਆਪਸ਼ਨ ਨਹੀਂ ਹੈ, ਬੜੇ ਬਦਲ ਨੇ ਉਹਨਾਂ ਦੇ ਕੋਲੇ, ਤਰੱਕੀ ਹਰ ਬੰਦਾ ਕਰਨਾ ਚਾਹੁੰਦਾ, ਉਹ ਵੀ ਕਹਿੰਦੇ ਕਿ ਭਾਈ ਇੱਥੇ ਖੇਤਾਂ ਦੇ ਵਿੱਚ ਵੱਜਵੇਂ ਪੈਸੇ ਥੋੜ੍ਹੀ ਮਿਲਣੇ ਆ, ਹੌਲੀ ਹੌਲੀ ਆਪਾਂ ਸਾਲ 2 ਸਾਲ ਰਾਜ ਮਿਸਤਰੀ ਦੇ ਕੰਮ ਤੇ ਲਾਈਏ, ਫਿਰ ਆਪਣੇ ਠੇਕੇ ਲਵਾਂਗੇ, ਫਿਰ ਥੋੜ੍ਹੇ ਜਿਹਾ ਵੱਧ ਪੈਸੇ ਬਚਣਗੇ। ਸੋ ਪੰਜਾਬ ਨੂੰ ਤਾਂ ਬਚਾਉਣਾ ਪਊਗਾ, ਖੇਤੀਬਾੜੀ ਦਾ ਪੈਟਰਨ ਤਾਂ ਬਦਲਣਾ ਪਊਗਾ। ਹੁਣ ਆਪਾਂ ਸਿਆਸੀ ਖੇਤੀ ਵਾਲੇ ਪਾਸੇ ਚੱਲਦੇ ਹਾਂ। ਜ਼ਿਕਰ ਬੀਤੇ ਕੱਲ ਵੀ ਸੰਧਾਲੀਆ ਸਾਹਿਬ ਆਪਾਂ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਹੋ ਸਕਦਾ ਕਿ ਭਾਜਪਾ ਦੇ ਵਿੱਚ ਮਰਜ ਹੋ ਜਾਏ, ਕਿ ਉਹ ਆਪਣੀ ਪਾਰਟੀ ਦੀ ਹੋਂਦ ਖਤਮ ਕਰ ਦੇਣ, ਸਿਹਤਯਾਬ ਹੋ ਕੇ ਫਿਰ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਜਾਣ। ਕਿ ਇਹ ਨਹੀਂ ਗੱਲ ਹੈਗੀ ਕਿ ਕੋਈ ਹੇਠਲੀ ਉੱਤੇ ਆ ਜਾਣੀ ਆ, ਕਿਉਂਕਿ ਉਹ ਪਹਿਲਾਂ ਹੀ ਕਾਂਗਰਸ ਤੋਂ ਵੱਖ ਹੋ ਚੁੱਕੇ ਆ, ਪੰਜਾਬ ਲੋਕ ਕਾਂਗਰਸ ਉਹਨਾਂ ਨੇ ਬਣਾ ਲਈ ਹੈ, ਭਾਜਪਾ ਦੇ ਨਾਲ ਉਹਨਾਂ ਦਾ ਗੱਠਜੋੜ ਹੈ, ਯਾਨੀ ਨੇੜ ਕਿੰਨਾ ਹੈ। ਉਹਨਾਂ ਦੇ ਜਿਹੜੇ 7 ਉਮੀਦਵਾਰ 35 ਦੇ ਵਿੱਚੋਂ ਉਹ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਲੜੇ ਸੀ। ਇਹਦੇ ਤੋਂ ਇਲਾਵਾ ਆ ਸੰਗਰੂਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਡੇ ਬੰਦੇ ਨੂੰ ਟਿਕਟ ਦਿਓ, ਚੁੱਪ ਕਰਕੇ ਜਿੰਨੇ ਕੁ ਬੰਦੇ ਉਹਨਾਂ ਦੇ ਸੀ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਦੇ ਸੀ। ਸਟੇਜਾਂ ਪ੍ਰਧਾਨ ਮੰਤਰੀ ਸਾਹਿਬ ਨਾਲ, ਗ੍ਰਹਿ ਮੰਤਰੀ ਸਾਹਿਬ ਨਾਲ, JP ਨੱਡਾ ਸਾਹਿਬ ਨਾਲ ਉਹਨਾਂ ਦੀਆਂ ਸਾਂਝੀਆਂ ਹੁੰਦੀਆਂ। ਤੇ ਜੇ ਭਲਕ ਨੂੰ ਕੋਈ ਇਦਾਂ ਦਾ ਫੈਸਲਾ ਹੋ ਜਾਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਰਲੇਵਾਂ ਭਾਰਤੀ ਜਨਤਾ ਪਾਰਟੀ 'ਚ ਹੋਇਆ, ਤਾਂ ਕਿਸੇ ਨੂੰ ਵੀ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਅਗਲੀ ਚਰਚਾ ਜਿਹੜੀ ਚੱਲਦੀ ਹੈ ਕਿ ਇੱਕ ਤਾਂ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣ ਹੈ, ਬੀਬੀ ਦ੍ਰੋਪਦੀ ਮੁਰਮੂ ਹੋਰਾਂ ਦੀ ਹਮਾਇਤ
ਅਕਾਲੀ ਦਲ ਨੇ ਵੀ ਕੀਤੀ ਕਿ ਉਹ ਭਾਜਪਾ ਦੇ ਉਮੀਦਵਾਰ ਨੇ, ਪਰ ਅਸੀਂ ਕਰਾਂਗੇ। ਉਹਦੇ ਨਾਲ ਹੀ ਉਪ ਰਾਸ਼ਟਰਪਤੀ ਦੀ ਚੋਣ ਵੀ ਹੋਣੀ ਹੈ ਤੇ ਉਹ ਅਗਸਤ ਮਹੀਨੇ ਦੇ ਵਿੱਚ ਵੈਂਕਈਆ ਨਾਇਡੂ ਸਾਹਿਬ ਉਪ ਰਾਸ਼ਟਰਪਤੀ ਨੇ, ਉਹਨਾਂ ਦਾ ਕਾਰਜਕਾਲ ਮੁੱਕ ਰਿਹਾ। ਅਚਾਨਕ ਚਰਚਾ ਛਿੜੀ ਹੈ ਕਿ ਜੇ ਪੰਜਾਬ ਲੋਕ ਕਾਂਗਰਸ ਦਾ ਰਲੇਵਾਂ ਭਾਰਤੀ ਜਨਤਾ ਪਾਰਟੀ 'ਚ ਹੋ ਜਾਂਦਾ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੋ ਸਕਦਾ ਹੈ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਭਾਰਤੀ ਜਨਤਾ ਪਾਰਟੀ ਕੈਂਡੀਡੇਟ ਬਣਾਵੇ। ਹੁਣ ਤੁਸੀਂ ਦੇਖੋ ਕਿ 2 ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ, ਮੈਂਬਰ ਪਾਰਲੀਮੈਂਟ ਰਹੇ ਹੈ, ਭਾਰਤੀ ਫੌਜ ਦੇ ਵਿੱਚ ਉਹਨਾਂ ਨੇ ਸੇਵਾਵਾਂ ਦਿੱਤੀਆਂ, ਉੱਪਰਲੇ ਪਾਸੇ ਬਹੁਤ ਸਾਰੇ ਹੋਰ ਸੂਬਿਆਂ ਦੇ ਲੀਡਰਾਂ ਦੇ ਨਾਲ ਉਹਨਾਂ ਦੇ ਸਬੰਧ ਹੈ। ਬਹੁਤ ਸਾਰੇ ਬੰਦੇ ਸੋਚ ਸਕਦੇ ਕਿ ਭਾਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਾਹਤੋਂ। ਦੇਖੋ ਭਾਰਤੀ ਜਨਤਾ ਪਾਰਟੀ ਦੀ ਨੀਤੀ ਕੀ ਹੈ, ਭੇਤ ਕੋਈ ਨਹੀਂ, ਪਰ ਇੱਕ ਤਾਂ ਘੱਟ ਗਿਣਤੀ ਭਾਈਚਾਰੇ ਦੇ ਵਿੱਚੋਂ ਉਪ ਰਾਸ਼ਟਰਪਤੀ ਬਣ ਜੂ। ਉਹ ਭਾਰਤੀ ਜਨਤਾ ਪਾਰਟੀ ਅੱਜ ਕੱਲ੍ਹ ਚਾਹੁੰਦੀ ਹੈ ਕਿ ਭਾਈ ਘੱਟ ਗਿਣਤੀ ਭਾਈਚਾਰਿਆਂ ਨੂੰ ਨਾਲ ਜੋੜੀਏ। ਦੂਸਰਾ ਇਹ ਵੀ ਹੈ ਕਿ ਪੰਜਾਬ ਦੇ ਵਿੱਚੋਂ ਖੇਤੀਬਾੜੀ ਅੰਦੋਲਨ ਦੀ ਲਹਿਰ ਸਭ ਤੋਂ ਪਹਿਲਾਂ ਸ਼ੁਰੂ ਹੋਈ। ਉਸ ਮੁੱਦੇ ਦੇ ਉੱਤੇ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਪੋਸਟਾਂ ਉਹਨਾਂ ਨੇ ਪੰਜਾਬੀਆਂ ਨੂੰ ਦਿੱਤੀਆਂ। ਇੱਕ ਹੋਰ ਪੋਸਟ ਦਿੱਤੀ ਜਾ ਸਕਦੀ ਹੈ ਸੰਵਿਧਾਨਕ ਅਹੁਦਾ ਹੈ। ਤੀਸਰੇ ਨੰਬਰ ਦੇ ਉੱਤੇ ਇਹ ਵੀ ਹੋ ਸਕਦਾ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ, ਕਿਉਂਕਿ ਪੰਜਾਬੀਆਂ ਤੇ ਸਿੱਖਾਂ ਦਾ ਪ੍ਰਭਾਵ ਪੰਜਾਬ 'ਚ ਵੀ ਹੈ, ਕੁਝ ਹੱਦ ਤੱਕ ਹਰਿਆਣੇ 'ਚ ਵੀ ਹੈ, ਦਿੱਲੀ 'ਚ ਵੀ ਹੈ, ਜਿੱਥੇ ਜਿੱਥੇ ਵੀ ਕਿਤੇ ਪੰਜਾਬੀ ਤੇ ਸਿੱਖ ਵਸਦੇ ਆ ਉੱਥੇ ਹੋ ਸਕਦਾ, ਕਿਉਂਕਿ ਉਪ ਰਾਸ਼ਟਰਪਤੀ ਨੇ ਪ੍ਰਚਾਰ ਕਰਨ ਨਹੀਂ ਜਾਣਾ ਹੁੰਦਾ। ਉਪ ਰਾਸ਼ਟਰਪਤੀ ਨੇ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਨਹੀਂ ਮੰਗਣੀਆਂ ਹੁੰਦੀਆਂ, ਪਰ ਇੱਕ ਮੋਟਾ ਜਿਹਾ ਪ੍ਰਭਾਵ ਤਾਂ ਹੋਊਗਾ ਨਾ। ਜਿਸ ਤਰੀਕੇ ਦੇ ਨਾਲ ਗੱਲ ਚੱਲਦੀ ਹੁੰਦੀ ਸੀ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਸਿੱਖ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਬਣਾਇਆ ਗਿਆ, ਅਬਦੁਲ ਕਲਾਮ ਆਜ਼ਾਦ ਹੋਰਾਂ ਦੀ ਗੱਲ ਚੱਲਦੀ ਹੁੰਦੀ ਸੀ ਕਿ ਉਹਨਾਂ ਨੂੰ ਦੇਖੋ ਕਿੱਡੇ ਵੱਡੇ ਅਹੁਦੇ ਤੇ ਰੱਖਿਆ ਗਿਆ, ਬੀਬੀ ਪ੍ਰਤਿਭਾ ਦੇਵੀ ਪਾਟਿਲ ਹੋਰਾਂ ਦਾ ਜ਼ਿਕਰ ਚੱਲਿਆ ਸੀ। ਉਹ ਕੁਛ ਵੀ ਬੰਦਾ ਵੋਟਾਂ ਨਹੀਂ ਮੰਗਦਾ ਹੁੰਦਾ, ਪਰ ਇੱਕ ਪ੍ਰਭਾਵ ਚਲੇ ਜਾਂਦਾ ਹੁੰਦਾ। ਸੋ ਇਹ ਚਰਚਾ ਚੱਲਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੋ ਸਕਦਾ ਹੈ 15 ਦਿਨਾਂ 'ਚ ਪਤਾ ਲੱਗ ਜਾਣਾ, 17 ਤਰੀਕ ਤੱਕ ਕਾਗਜ਼ ਭਰਨੇ ਉਪ ਰਾਸ਼ਟਰਪਤੀ ਦੇ ਲਈ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਇਹਦੇ ਵਿੱਚ ਆਪਾਂ ਇਹ ਵੀ ਜ਼ਿਕਰ ਕਰ ਦਈਏ ਵੀ ਜੇ ਮੈਂ ਗਲਤ ਨਹੀਂ ਤੇ ਉਪ ਰਾਸ਼ਟਰਪਤੀ ਸਾਹਿਬ ਜਿਹੜੇ ਹੁੰਦੇ ਨੇ ਉਹ ਜਿਹੜੀ ਰਾਜ ਸਭਾ ਹੁੰਦੀ ਹੈ ਉਹਦਾ ਜਦੋਂ ਸੈਸ਼ਨ ਚੱਲਦਾ ਉਦੋਂ ਉੱਥੇ ਵੀ ਹੁੰਦੇ ਆ, ਉਹਦੇ ਹੈੱਡ ਹੁੰਦੇ ਆ। ਹੁਣ ਗੱਲ ਇਹ ਆ ਵੀ ਜਦੋਂ ਸੈਸ਼ਨ ਗਾ ਚੱਲਣਾ, ਮੰਨ ਲਓ ਮੌਨਸੂਨ ਸੈਸ਼ਨ ਚੱਲਦਾ ਜਾਂ ਉਦੋਂ ਬਾਅਦ ਵਾਲੇ ਸੈਸ਼ਨ ਚੱਲਦੇ, ਉਹ ਵੀ ਲਾਈਵ ਚੱਲਦੇ ਆ ਜੀ। ਹੁਣ ਤੁਸੀਂ ਆਪ ਸੋਚੋ, ਆਪਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਸ ਕੁਰਸੀ ਤੇ ਬੈਠਿਆ ਦੇਖਦੇ ਆ ਜਿੱਥੇ ਆਮ ਤੌਰ ਤੇ, ਜੇ ਆਪਾਂ ਇਹਨੂੰ ਵੈਸੇ ਤਾਂ ਚਲੋ ਨਹੀਂ ਹੋਣਾ ਚਾਹੀਦਾ, ਪਰ ਕਿਉਂਕਿ ਇੰਡੀਆ 'ਚ ਇਹ ਸਿਆਸਤ ਚੱਲਦੀ ਆ, ਧਰਮ ਵਾਲੀ ਸਿਆਸਤ, ਵੀ ਇੱਕ ਦਸਤਾਰਧਾਰੀ ਬੰਦਾ ਉਸ ਚੇਅਰ ਦੇ ਉੱਪਰ ਬੈਠਾ ਨਜ਼ਰ ਆ ਰਿਹਾ ਹੋਊਗਾ। ਐਂਡ ਉਹ ਦਸਤਾਰਧਾਰੀ ਬੰਦੇ ਦੀ ਉਸ ਛਤਰ ਛਾਇਆ ਦੇ ਤਹਿਤ ਜਦੋਂ ਸਾਰਾ ਕੁਝ ਚੱਲਦਾ 2024 ਵਾਲੀਆਂ ਇਲੈਕਸ਼ਨਾਂ ਦੇ ਨੇੜੇ ਢੁਕਦਾ ਹੋਊਗਾ ਤੇ ਫਿਰ ਪ੍ਰਭਾਵ ਕਿਹੋ ਜਿਹਾ ਜਾਊਗਾ। ਇਹ ਸਿਰਫ ਇੱਕ ਲਾਈਨ ਦੇ ਵਿੱਚ ਬੜੀ ਦੂਰ ਦੀ ਕੌਡੀ ਹੈ, ਸੋਚਣ ਵਾਲਾ ਬੰਦਾ ਇਹਨੂੰ ਇਦਾਂ ਸੋਚ ਵੀ ਸਕਦਾ। ਜੀ ਸੰਧਾਲੀਆ ਸਾਹਿਬ ਗੱਲ ਥੋੜੀ ਠੀਕ ਆ, ਪਰ ਬੈਠਣਾ ਪੈਂਦਾ ਹੁੰਦਾ ਬਹੁਤ ਜ਼ਿਆਦਾ। ਜਿਹਨਾਂ ਆਪਰੇਸ਼ਨ ਕਰਾ ਲਿਆ ਤਦੇ ਲੱਗਦੇ ਆ ਰੀੜ ਦੀ ਹੱਡੀ ਦਾ, ਉਹੀ ਗੱਲ ਕਰੀ ਜਾਂਦੇ। ਨਹੀਂ ਮੈਂ ਵੈਸੇ ਗੱਲ ਕਹੀ ਆ, ਬਾਹਰੋਂ ਬੰਦਿਆਂ ਨੇ ਇਸੇ ਕਰਕੇ ਨਾ ਕਰਾਇਆ ਨਾ ਵੀ ਯਾਰ ਉੱਥੇ ਫਿਰ ਬਹਿਣਾ ਪੈਣਾ, ਕੋਈ ਗੱਲ ਨਹੀਂ ਮੈਂ ਇਲਾਜ ਕਰਾਉਣਾ ਮਾਰਾ, ਤੁਸੀਂ ਕਰੋ ਸਹੀ। ਇੱਕ ਇਹਦੇ ਨਾਲ ਜਿਹੜੀ ਚਰਚਾ ਹੋਰ ਸੰਧਾਲੀਆ ਸਾਹਿਬ ਬਹੁਤ ਇੰਪੋਰਟੈਂਟ ਚੱਲੀ ਜਾਂਦੀ ਹੈ ਇਸ ਵੇਲੇ, ਪਟਿਆਲਾ ਲੋਕ ਸਭਾ ਹਲਕੇ ਦੀ, ਕਿਉਂਕਿ ਬੀਬੀ ਪ੍ਰਨੀਤ ਕੌਰ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧਰਮ ਪਤਨੀ ਨੇ। ਫਿਰ ਉਹ ਕਿੱਧਰਲੇ ਪਾਸੇ ਨੂੰ ਜਾਣਗੇ, ਕੀ ਉੱਥੇ ਜ਼ਿਮਨੀ ਚੋਣ ਹੋਏਗੀ ਜਾਂ ਬਾਅਦ ਵਿੱਚੋਂ ਪਟਿਆਲੇ ਤੋਂ ਜੇ ਕਾਂਗਰਸ ਪਾਰਟੀ ਛੱਡਦੇ ਆ, ਕਿਉਂਕਿ ਰੌਲਾ ਬਹੁਤ ਹੈ ਉਧਰ। ਮਨੀਸ਼ ਤਿਵਾੜੀ ਹੋਰੀ ਜਿੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ, ਕਿਉਂਕਿ ਪਟਿਆਲੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੂਰ ਤਾਂ ਹੈ ਨਹੀਂ, ਰੌਲਾ ਰੱਪਾ ਡਿੰਪਾ ਸਾਹਿਬ ਤਾਂ ਚੁੱਪ ਕਰਕੇ ਬੈਠੇ, ਇੱਧਰਲੇ ਪਾਸੇ ਖਡੂਰ ਸਾਹਿਬ ਵਾਲੇ। ਹੁਣ ਆਪਣੇ ਆਪ ਦੇ ਵਿੱਚ ਵੱਡਾ ਮਸਲਾ ਪੈਦਾ ਹੋ ਗਿਆ। ਫਿਰ ਉਹ ਪਟਿਆਲਾ ਹਲਕੇ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜੀ ਉਹ ਨਜ਼ਰ ਹੋਏਗੀ ਇਹਦੇ ਨਾਲ। ਮੈਂ ਨਜ਼ਰ ਕਾਦੀ, ਉਹ ਤਾਂ ਕੈਂਡੀਡੇਟ ਬਣਿਆ ਬਣਾਇਆ ਮਿਲ ਗਿਆ, ਬਣਿਆ ਬਣਾਇਆ ਠੀਕ ਹੈ। ਇਹ ਤਾਂ ਗੱਲ ਦੇਖੋ, ਕਾਰਨ ਇਹ ਆ ਵੀ ਹੁਣ ਪ੍ਰਨੀਤ ਕੌਰ ਹੋਰਾਂ ਉਹ ਠੀਕ ਨੇ, ਇਸ ਵਕਤ ਉਹ ਮੈਂਬਰ ਪਾਰਲੀਮੈਂਟ ਹੈਗੇ ਨੇ। ਕਾਂਗਰਸ ਪਾਰਟੀ ਨਾਲ ਕਿੱਦਾਂ ਦੇ ਸੰਬੰਧ ਨੇ ਉਹ ਪਿਛਲੇ ਦਿਨਾਂ 'ਚ ਆਪਾਂ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਸਮਝ ਹੀ ਲਿਆ। ਜਦੋਂ ਇੱਧਰੋਂ ਬਿਆਨ ਆਉਂਦਾ ਸੀ ਅਸੀਂ ਦੱਸਾਂਗੇ ਜੀ, ਅਸੀਂ ਕਢਾਵਾਂਗੇ ਜੀ, ਰਾਜਾ ਵੜਿੰਗ ਸਾਹਿਬ ਕਰਦੇ, ਉਹ ਕਹਿੰਦੇ ਵੀ ਇਹਨਾਂ ਕੋਲ ਵੀ ਕਰਾ ਕੇ ਵਿਖਾਉਣ ਕਾਰਵਾਈ ਕਿਹੜਾ ਕਰਦਾ ਜੀ। ਤੇ ਇਹਦੇ ਤੋਂ ਬਹੁਤੇ ਲੋਕਾਂ ਨੂੰ ਗੱਲ ਕਲੀਅਰ ਹੋ ਗਈ ਸੀ ਵੀ ਭਾਈ ਇਹ ਹੁਣ ਕੁਝ ਵੀ ਨਹੀਂ ਕਰ ਸਕਦੇ। ਦੂਜੇ ਪਾਸੇ ਇਸੇ ਤਰ੍ਹਾਂ ਦੀ ਇੱਕ ਉਦਾਹਰਨ ਵਾਹਵਾ ਸਾਲ ਚੱਲੀ, ਉਹ ਸੀਗੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ। ਅਕਾਲੀ ਦਲ ਤੋਂ ਵੱਖ ਸੀਗੇ, ਮੈਂਬਰ ਪਾਰਲੀਮੈਂਟ ਸੀਗੇ, ਉੱਥੇ ਸੀਗੇ, ਪਰ ਉਹਦੇ ਬਾਵਜੂਦ ਉਹਨਾਂ ਨੂੰ ਕਿਹੜਾ ਕੋਈ ਪਾਸੇ ਕਰ ਸਕਿਆ ਉੱਥੋਂ। ਇਹਦਾ ਮਤਲਬ ਇਹ ਹੋਗਾ ਵੀ 24 ਤੱਕ ਤਾਂ ਪਟਿਆਲੇ ਵਾਲਿਆਂ ਨੂੰ MP ਮਿਲਿਆ ਰਹਿਣਾ। ਹਾਂ, ਉਹਨਾਂ ਨੇ ਉਦੋਂ ਜਦੋਂ ਵੋਟ ਪਾਈ ਸੀ ਉਦੋਂ ਚੋਣ ਨਿਸ਼ਾਨ ਹੋਰ ਸੀਗਾ, ਅੱਜ ਦੀ ਡੇਟ ਦੇ ਵਿੱਚ ਬਹਿਣੀ ਉੱਠਣੀ ਕਿਤੇ ਹੋਰ ਆ, ਫਰਕ ਤਾਂ ਇੰਨਾ ਗਿਆ। ਇੱਕ ਨਾ ਮੈਂ ਤੁਹਾਨੂੰ ਚੇਤਾ ਕਰਾਉਣਾ, ਜਦੋਂ ਵੈਂਕਈਆ ਨਾਇਡੂ ਸਾਹਿਬ ਨੂੰ ਉਪ ਰਾਸ਼ਟਰਪਤੀ ਬਣਾਉਣਾ ਸੀ, ਜੇ ਕੈਂਡੀਡੇਟ ਬਣਾਉਣਾ ਸੀ, ਉਦੋਂ ਚਰਚਾ ਚੱਲਦੀ ਸੀ NDA ਕੀ ਹੈ, ਜਿਹੜਾ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਇਕੱਠੀਆਂ ਨੇ। ਉਦੋਂ ਚਰਚਾ ਚੱਲਦੀ ਸੀ ਕਿ ਠੀਕ ਹੈ ਜੀ, ਰਾਸ਼ਟਰਪਤੀ ਸਾਹਿਬ ਤੁਹਾਡੇ, ਉਪ ਰਾਸ਼ਟਰਪਤੀ ਦੀ ਕੁਰਸੀ ਤਾਂ ਆਪਣੀ ਭਾਈਵਾਲ ਪਾਰਟੀਆਂ ਦੇ ਵਿੱਚੋਂ ਕਿਸੇ ਨੂੰ ਦਿਓ। ਤੇ ਉਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ। ਜੇ ਕਿਸੇ ਨੂੰ ਚੇਤਾ ਹੋਵੇ 5 ਸਾਲ ਪਹਿਲਾਂ
ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਚਰਚਾ ਚੱਲਦੀ ਸੀ ਕਿ ਭਾਈ ਦੇਖੋ ਬੜੇ ਸੀਨੀਅਰ ਨੇ, ਕੇਂਦਰ ਦੇ ਵਿੱਚ ਵਜ਼ੀਰ ਰਹੇ ਨੇ, 5 ਵਾਰ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ, ਇਹਦੇ ਤੋਂ ਇਲਾਵਾ ਕਿਹੜੀ ਪੋਸਟ ਹੈ ਜਿਹੜੀ ਪੋਸਟ ਦੇ ਉੱਤੇ ਉਹਨਾਂ ਨੇ ਕੰਮ ਨਹੀਂ ਕੀਤਾ ਕਿ ਤਜਰਬਾ ਬੜਾ, ਤੇ ਨਾਲ ਇਹ ਵੀ ਚਰਚਾ ਚੱਲਦੀ ਹੁੰਦੀ ਹੈ ਕਿ ਉਹਨਾਂ ਦਾ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਦਾ ਲਿਹਾਜ਼ ਵੀ ਵਧੀਆ ਹੈ। ਤਾਂ ਐਨ ਮੌਕੇ ਦੇ ਉੱਤੇ ਆ ਕੇ ਫਿਰ ਕੰਪਸ਼ਨ ਹੋਇਆ ਸੀ, ਕਿਉਂਕਿ ਹੋ ਸਕਦਾ ਬਾਦਲ ਸਾਹਿਬ ਨੇ ਕਹਿਤਾ ਹੋਵੇ ਮੈਂ ਭਾਈ ਕੇਂਦਰ ਦੀ ਰਾਜਨੀਤੀ ਦੇ ਵਿੱਚ ਨਹੀਂ ਜਾਣਾ, ਜਾਂ ਮੈਂ ਇਸ ਅਹੁਦੇ ਤੇ ਨਹੀਂ ਬੈਠਣਾ ਕਿ ਮੈਂ ਮੁੜ ਕੇ ਸਰਗਰਮ ਰਾਜਨੀਤੀ 'ਚ ਆ ਨਾ ਸਕਾਂ। ਪਰ 5 ਸਾਲਾਂ ਦੇ ਵਿੱਚ ਦੇਖੋ ਤਬਦੀਲੀ ਕਿੱਡੀ ਵੱਡੀ ਹੈ ਕਿ ਉਦੋਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਸ ਅਹੁਦੇ ਦੇ ਲਈ ਚਰਚਾ ਸੀ, ਤੇ ਅੱਜ ਬਿਲਕੁਲ ਉਹਨਾਂ ਦੇ ਧੁਰ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚਰਚਾ ਹੈ। ਬਸ ਇਸ ਲੈਣ ਨੂੰ ਜਿੰਨੀ ਛੇਤੀ ਤੇ ਜਿੰਨੇ ਵਧੀਆ ਢੰਗ ਨਾਲ ਆਪਣੇ ਪੰਜਾਬ ਦੇ ਪਰਿਵਾਰਕ ਮੈਂਬਰ, ਆਮ ਲੋਕ ਜਿਨ੍ਹਾਂ ਦਾ ਸਿਰਫ ਨਾਂ ਦੇ ਉੱਪਰ ਸਿਆਹੀ ਤੱਕ ਲੱਗਦੀ ਹੈ, ਹੋਰ ਵੋਟਾਂ 'ਚ ਉਹਨਾਂ ਨੂੰ ਕੁਝ ਨਹੀਂ ਲੱਭਦਾ, ਉਹ ਜ਼ਰੂਰ ਸਮਝ ਲੈਣ ਵੀ ਭਾਈ ਸਾਹਿਬ ਸਿਆਸਤ ਦੇ ਵਿੱਚ ਨਾ ਕੋਈ ਵਿਰੋਧੀ ਹੈ, ਨਾ ਕੋਈ ਕਿਸੇ ਦਾ ਦੁਸ਼ਮਣ ਹੈ। ਹਾਂ, ਆਪਾਂ ਜ਼ਰੂਰ ਦੁਸ਼ਮਣੀਆਂ ਪਾਲ ਕੇ ਬਹਿ ਜਾਂਦੇ ਵੀ ਤੇਰੇ ਚਾਚੇ ਹੋਣੀ ਉੱਧਰ ਆ, ਆਪਾਂ ਦੂਸਰੇ ਪਾਸੇ ਐਤਕੀ ਫਿਰ ਹੋਵੇ ਨਾ ਹੋਵੇ ਪਾਣੀ ਦੀ ਵਾਰੀ ਦੀ ਵੀ ਸਾਂਝ ਨਹੀਂ ਪਾਉਣੀ ਆਪਾਂ, ਹੈ ਨਾ। ਜੇ ਪਹਿਲਾਂ ਟਰੈਕਟਰ ਸਾਂਝਾ ਸੀ ਤੇ ਉਹ ਤੁਸੀਂ ਕਿਹਾ ਵੀ ਪੰਚਾਇਤ ਸੱਦ ਕੇ ਮੁੱਲ ਪਾ ਲਓ, ਨਹੀਂ ਤੇ ਫੁੱਫੜ ਸੱਦ ਲਓ ਕਰਨਾਲ ਵਾਲਾ, ਇਹਨਾਂ ਨੇ ਐਤਕੀ ਵੋਟਾਂ ਉੱਧਰ ਪਾਈਆਂ, ਅਸੀਂ ਟਰੈਕਟਰ ਨਵਾਂ ਲੈਣਾ, ਅਸੀਂ ਟਰੈਕਟਰ। ਕਈ ਵਾਰੀ ਨਾ ਸੰਧਾਲੀਆ ਸਾਹਿਬ ਲੀਡਰ ਟਾਈਪ ਬੰਦੇ, ਮੈਂ ਤੁਹਾਡਾ ਨਾਮ ਬਿਲਕੁਲ ਨਹੀਂ ਲਿਆ, ਨਹੀਂ ਮੇਰਾ ਨਾਂ ਨਾ ਲਓ, ਮੈਂ ਤਾਂ ਟਰੈਕਟਰ ਨਾ, ਮੈਂ ਇਦਾਂ ਉਂਗਲੀ ਕੀਤੀ ਆ, ਟਰੈਕਟਰ ਬਾਰੇ ਸੋਚਦਾ ਸੀ ਵੀ ਟਰੈਕਟਰ ਉਹੀ ਹੁੰਦਾ ਜਿਹੜਾ ਅੱਗੇ 7.5 ਕਿੱਲੇ ਵਾਹੁੰਦਾ ਹੁੰਦਾ, ਉਹ ਟਰੈਕਟਰ ਵੀ ਸੋਚਦਾ ਹੁੰਦਾ ਵੀ ਯਾਰ ਚਲੋ ਅੱਗੇ ਮੈਂ 7.5 ਵਾਹੁੰਦਾ ਸੀ, ਠੇਕੇ ਠੁਕੇ ਤੇ ਲਾ ਕੇ 15 ਕਰ ਲੈਂਦੇ ਸੀ, ਹੁਣ ਕਹਿੰਦੇ ਆ ਵੀ ਨਹੀਂ ਅੱਡੋ ਅੱਡ ਕਰ ਲੈਣਾ ਆਪਾਂ, ਟਰੈਕਟਰ ਦਾ ਮੁੱਲ ਪਾ ਲੈਣਾ, ਉਹਨਾਂ ਨੇ ਨਵਾਂ ਲੈ ਆਉਣਾ। ਉਹ ਚੱਲ ਤਾਂ ਵੀ ਚੰਗਾ, ਫਿਰ ਮੈਨੂੰ 7 ਕੀ ਵਾਹੁਣੀਆਂ ਪਿਆ ਕਰਨੀਆਂ। ਸੰਧਾਲੀਆ ਸਾਹਿਬ ਦੇਖੋ ਗੱਲ ਇਹ ਹੈ ਕਿ ਕਈ ਵਾਰ ਨਾ ਆਪਸ ਦੇ ਵਿੱਚ ਝਗੜੇ ਹੁੰਦੇ ਆ ਪਿੰਡਾਂ 'ਚ, 2-4 ਸਾਲ ਬਾਅਦ ਉਹ ਦੋਏ ਭਰਾ ਜਾਂ ਦੋਏ ਦੋਸਤ ਜਾਂ ਦੋਏ ਗੁਆਂਢੀ ਇਕੱਠੇ ਬੈਠੇ ਹੁੰਦੇ, ਜਾਂ ਕਈਆਂ ਦਾ ਕਾਰੋਬਾਰ ਪਹਿਲਾਂ ਸਾਂਝਾ ਹੁੰਦਾ, ਕੋਈ ਫਿੱਕ ਪੈ ਗਿਆ ਦੁਬਾਰਾ ਫਿਰ ਇਕੱਠੇ ਹੋ ਗਏ, ਉਹ ਆਰਾਮ ਨਾਲ ਬੈਠੇ ਚਾਹ ਦੇ ਵਿੱਚ ਨਾ ਬਿਸਕੁਟ ਡੋਬ ਕੇ ਖਾਂਦੇ ਹੁੰਦੇ ਆ। ਇੱਕ ਲੀਡਰ ਟਾਈਪ ਬੰਦਾ, ਮੈਂ ਫੇਰ ਕਹਿਣਾ, ਮੈਂ ਨਾ ਲਿਆ ਨਾ ਮੈਂ ਤੁਹਾਡੇ ਨੂੰ ਉਂਗਲੀ ਕੀਤੀ, ਮੈਂ ਉਂਗਲੀ ਕੀਤੀ ਨਾ ਬਿਲਕੁਲ ਨਹੀਂ ਕੀਤੀ। ਉਹ ਲੀਡਰ ਟਾਈਪ ਬੰਦਾ ਨਾ, ਉਹ ਤੋਂ ਬਚ ਕੇ ਰਹਿਣਾ। ਉਹ ਤੁਰੇ ਜਾਂਦੇ ਸਕੂਟਰ ਤੇ, ਇਕੱਠੇ ਬੈਠੇ ਆ, ਫਿਰ ਮੁੜ ਕੇ ਇਕੱਲੇ ਰੋਕ ਕੇ ਥੁੱਕ ਕੇ ਚੱਟ ਲਿਆ, ਓਏ ਉਹਦੇ ਨਾਲ ਬੈਠਾ, ਉਹਦੇ ਨਾਲ ਡੁੱਬ ਕੇ ਮਰ ਜਾਂਦਾ, ਉਹ ਸ਼ਰਮ ਤਾਂ ਨਹੀਂ ਆਈ ਹੋਣੀ, ਉਹ ਘੱਟ ਖਾ ਲੈਂਦਾ, ਉਹ ਰੇਹੜੀ ਲਾ ਲੈਂਦਾ, ਉਹ ਦੁਕਾਨ ਕਰ ਲੈਂਦਾ, ਉਹਨਾਂ ਨਾਲ ਪੈਂਦਾ, ਉਹਨੇ ਤੋੜ ਕੇ ਹਟਣਾ, ਉਹ ਤੋਂ ਬਚੋ। ਇਦਾਂ ਨਹੀਂ ਅਗਲੇ ਟੁੱਟਣਾ ਨਾ, ਉਦੋਂ ਕਹਿਣਾ ਘੱਟੋ ਘੱਟ ਮੇਰੀ ਪੱਗ ਦੀ ਲਾਜ ਰੱਖ ਲੈਂਦਾ, ਉਦੋਂ ਮੁੰਡੇ ਤੇਰੇ ਦੇ ਪਿੱਛੇ ਮੈਂ ਗਿਆ, ਮੈਨੂੰ ਪਤਾ ਵੀ ਮੈਂ ਆਪਣਾ ਕੀ ਕੁਝ ਜਾੜਿਆ ਤੇਰੇ ਪਿੱਛੇ, ਮਿੰਨਤਾਂ ਕੀਤੀਆਂ ਵੀ ਜੇ ਉਦੋਂ ਪ੍ਰਧਾਨ ਜੀ ਦਾ ਫੋਨ ਤੇਰੀ ਗੱਲ ਕਰਾਈ ਕਿ ਨਹੀਂ ਕਰਾਈ, ਉਹਨਾਂ ਵੀ ਹਾਂਜੀ ਕਰਾਈ ਦੇਗੇ, ਤੇ ਹੁਣ ਮਤਲਬ ਇਹੋ ਕੁਝ ਜੇ ਮੇਰੇ ਸਿਰ ਖੇ ਪਾਉਣੇ ਸੀ ਵੀਰ ਤੇ ਉਦੋਂ ਨਾਲ ਤੁਰਦਾ। ਤੇ ਇਹ ਵੀ ਕਹਿਣਾ ਦੂਜੇ ਨੂੰ ਵੀ ਜਾ ਕੇ ਕਹਿਣਾ, ਉਹ ਤੇਰੇ ਬਾਰੇ 100 ਗੱਲਾਂ ਕਰਦਾ, ਇਹ ਤਾਂ ਦਿਲ 'ਚ ਰੱਖ ਲਈਆਂ ਸੀ ਵੀ ਤੁਹਾਡੀ ਕਿਤੇ ਲੜਾਈ ਨਾ ਹੋਵੇ, ਹੁਣ ਦੱਸਾਂ ਕੀ ਕਰਦਾ ਹੈ। ਚੱਲ ਛੱਡ, ਹੁਣ ਤੇਰੇ ਨਾਲ ਗੱਲ ਕਰਨ ਦਾ ਵੀ ਫਾਇਦਾ ਨਹੀਂ, ਇਹਨਾਂ ਤੋਂ ਬਚੋ, ਇਕੱਠੇ ਰਹੋ। ਹਾਂ ਚਲੋ ਰਹਿਣਾ ਚਾਹੀਦਾ। ਦੇਖੋ ਅਸੀਂ ਤਾਂ ਬੇਨਤੀ ਤਾਂ ਕਰਦੇ ਆ ਵੀ ਹੋਰ ਕੁਝ ਨਹੀਂ ਰੱਖਿਆ, ਏਕੇ ਜੀ ਬਰਕਤ ਹੈ। ਇਹ ਕਹਾਣੀ ਜਿਉਂ ਮੈਨੂੰ ਲੱਗਦਾ ਵੀ ਸਕੂਲ 'ਚ ਹਰੇਕ ਕਲਾਸ ਦੇ ਵਿੱਚ ਪੜ੍ਹਾਈ ਜਾਂਦੀ ਹੈ, ਜਾਂ ਹਰੇਕ ਸਕੂਲ ਦੇ ਵਿੱਚ ਹਰੇਕ ਕਲਾਸ ਦੇ ਵਿੱਚ ਪੜ੍ਹਾਈ ਜਾਂਦੀ। ਜਵਾਕ ਨੂੰ ਜਦੋਂ ਜਵਾਕ ਕਲਾਸ ਪਾਸ ਕਰ ਲੈਂਦਾ, ਉਹ ਕਹਿੰਦਾ ਐਤਕੀ ਪੇਪਰ 'ਚ ਉਹ ਕਹਾਣੀ ਆਈ ਨਹੀਂ ਪਾਪਾ, ਉਹ ਫਿਰ ਪੇਪਰ 'ਚ ਜੇ ਨਹੀਂ ਆਉਂਦੀ ਤਾਂ ਉਦੋਂ ਬਾਅਦ ਆਪਾਂ ਦਿਮਾਗ 'ਚੋਂ ਵੀ ਕੱਢ ਦਿੰਦੇ ਹਾਂ। ਰਾਜਨੀਤੀ ਵੈਸੇ ਵੀ ਲੋਕਾਂ ਨੂੰ ਮੁੱਦਿਆਂ ਨੂੰ ਵਰਤਣ ਦਾ ਇੱਕ ਸਾਧਨ ਹੀ ਆ ਨਾ, ਕੰਮ ਵੀ ਵਰਤ ਲਓ ਭਾਈ। ਤੁਸੀਂ ਇਹ ਦੇਖੋ ਕਿ ਸਿੱਧੂ ਮੂਸੇਵਾਲੇ ਹੋਰਾਂ ਦਾ ਕਤਲ ਹੋਇਆ, ਇੱਕ ਨਾਲ ਲੱਗਦੀ ਐਗਜ਼ਾਮਪਲ ਹੈ। ਇਨਸਾਫ ਮਿਲੇ, ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ। ਪਰਿਵਾਰ ਨੇ ਕਿਹਾ ਸੀ ਕਿ ਰਾਜਨੀਤੀ 'ਚ ਨਾ ਸਾਡਾ ਪੁੱਤ ਘੜੀਸੋ, ਉਹਨੂੰ ਇਸ ਤਰੀਕੇ ਨਾ ਹੁਣ ਕਰੋ, ਅਸੀਂ ਨਹੀਂ ਚਾਹੁੰਦੇ ਕੋਈ ਬੰਦਾ ਇੱਧਰ ਨੂੰ ਵਰਤੇ ਨਾ। ਪੰਜਾਬ ਵਾਲੇ ਵਰਤਦੇ ਆ ਨਹੀਂ ਵਰਤਦੇ ਬਾਅਦ ਦੀ ਗੱਲ ਹੈ। ਪਾਕਿਸਤਾਨੀ ਪੰਜਾਬ ਸਾਡੇ ਗੁਆਂਢ ਦੇ ਵਿੱਚ ਦੂਸਰਾ ਮੁਲਕ, ਦੂਸਰੇ ਮੁਲਕ ਦਾ ਸੂਬਾ, ਉੱਥੇ ਇੱਕ ਬਾਈ ਇਲੈਕਸ਼ਨ ਹੈ ਜ਼ਿਮਨੀ ਚੋਣ, ਉਹਦੇ ਵਿੱਚ ਵੀ ਇੱਕ ਪੋਸਟਰ ਲੱਗਾ ਹੋਇਆ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਲਾਈ ਆ, ਥੱਲੇ 295 ਵੀ ਲਿਖਿਆ। ਹੁਣ ਜਦੋਂ ਭਾਈ ਉਹਦਾ ਪਰਿਵਾਰ ਕਹਿ ਚੁੱਕਾ ਕਿ ਉਹਨੂੰ ਰਾਜਨੀਤੀ ਲਈ ਨਾ ਵਰਤੋ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੋ ਸਕਦਾ ਆਮ ਲੋਕ ਪਾਕਿਸਤਾਨ ਦੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਪਸੰਦ ਕਰਦੇ ਹੋਣ, ਉਹਦੇ ਬੋਲਾਂ ਨੂੰ ਪਸੰਦ ਕਰਦੇ ਹੋਣ, ਉਹਦੇ ਪਿੱਛੇ ਤੁਰਦੇ ਹੋਣ, ਠੀਕ ਹੈ। ਰਾਜਨੀਤਿਕ ਲੀਡਰ ਤਾਂ ਹੁਣ ਉਹਨੂੰ ਵਰਤ ਹੀ ਰਹੇ ਆ ਨਾ। ਤੁਸੀਂ ਦੇਖੋ ਕਿ ਜੇ ਗੁਆਂਢੀ ਮੁਲਕ ਦੇ ਰਾਜਨੀਤਿਕ ਲੀਡਰਾਂ ਨੂੰ ਲੱਗਦਾ ਕਿ ਭਾਈ ਇਹ ਤੋਂ ਫਾਇਦਾ ਹੋ ਸਕਦਾ, ਉਹ ਸਿੱਧੂ ਮੂਸੇਵਾਲੇ ਦਾ ਨਾਂ ਵਰਤੀ ਜਾਂਦੇ ਆ। ਆਪਾਂ ਫਿਰ ਕਿਹੜੇ ਖੇਤ ਦੀ ਮੂਲੀ ਆ ਭਾਈ। ਨਹੀਂ ਚਲੋ ਗੁਆਂਢੀ ਮੁਲਕ ਵਾਲੇ ਵੀ ਕਿਹੜਾ ਹੈਗੇ ਵੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ, ਜੇ ਕਿਤੇ ਸਾਡੀ ਗੱਲ ਉਹਨਾਂ ਤੱਕ ਵੀ ਪਹੁੰਚਦੀ ਹੋਵੇ, ਪੁੱਛਿਓ ਜ਼ਰੂਰ ਵੀ ਪਾਕਿਸਤਾਨ ਵਾਲੇ ਰੁਪਈਏ ਦਾ ਇਸ ਵਕਤ ਰੇਟ ਕੀ ਆ ਡਾਲਰ ਦੇ ਮੁਕਾਬਲੇ। ਵੀ 200 ਦਾ ਇੱਕ ਦਿੰਨੇ ਹੋ? ਹਾਂ ਨਹੀਂ ਦਿੰਦੇ। ਉਹ ਕਹਿੰਦਾ ਨਾ 10 ਉੱਤੇ ਹੋਰ ਲੱਗਣੇ ਆ ਜੀ। ਦੂਜੀ ਗੱਲ ਇਹ ਕਿ ਵੀ ਜਿਹੜਾ ਕੋਈ ਖੰਡ, ਲੂਣ, ਤੇਲ, ਆਮ ਭਾਜੀ ਸਬਜ਼ੀ ਤਰਕਾਰੀ ਹੋਰ ਸਕਦਾ ਵੀ ਜੇ ਕੋਈ ਬੰਦਾ ਵੈਸੇ ਵੀ ਕੋਈ ਆਖੇ ਵੀ ਨਹੀਂ ਯਾਰ ਕੁੱਕੜ ਵੀ ਖਾਣਾ ਕਦੀ ਕਦੀ, ਬੱਕਰਾ ਵੀ ਦੂਸਰਾ ਚਾਹੀਦਾ, ਉਹਨੂੰ ਜਿਹੜਾ ਅੱਗੇ ਹੱਥ ਪੈ ਜਾਂਦਾ ਸੀ ਹੁਣ ਵੇਖਣ ਨੂੰ ਜੀ ਕਰਦਾ
ਇਹ ਮੈਂ ਆਮ ਸਧਾਰਨ ਪਰਿਵਾਰਾਂ ਦੀ ਗੱਲ ਨਹੀਂ ਕਰਦਾ, ਜਿਹੜੇ ਠੀਕ ਰੋਟੀ ਖਾਂਦੇ ਸੀ ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਵੀ ਉਹਨਾਂ ਦੇ ਵੀ ਹਾਲਾਤ ਆ ਪਿਛਲੇ ਸਮੇਂ ਦੇ ਵਿੱਚ ਕਿਹੋ ਜਿਹੇ ਹੋ ਗਏ। ਜ਼ਰੂਰ ਇਸ ਚੀਜ਼ ਵੱਲ ਝਾਤੀ ਮਾਰੀ ਜਾਵੇ ਕਿ ਕੀ ਜਿਹੜੇ ਪਹਿਲਾਂ ਉੱਤੇ ਰਾਜ ਕਰਦੇ ਸੀਗੇ ਜਾਂ ਉਹਨਾਂ ਦੇ ਉੱਪਰ ਕੋਈ ਰਾਜ ਉਹਨਾਂ ਦੇ ਕੋਲੋਂ ਕਰਵਾਉਂਦਾ ਸੀਗਾ, ਜੋ ਵੀ ਸੀਗਾ ABC, ਆਪਾਂ ਉਹ ਦੇਸ਼ ਦੀ ਸਿਆਸਤ 'ਚ ਨਹੀਂ ਪੈਂਦੇ, ਭਈ ਕੀ ਉਹਨਾਂ ਨੇ ਜਿਸ ਪਾਸੇ ਤੋਰਿਆ ਮੁਲਕ ਨੂੰ ਉਹਨੇ ਤੁਹਾਨੂੰ ਤਰੱਕੀ ਲੈ ਕੇ ਦਿੱਤੀ ਜਾਂ ਕੁਝ ਹੋਰ ਲੈ ਕੇ ਦਿੱਤਾ? ਬਿਲਕੁਲ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ, ਤੇ ਮੈਂ ਨਾਲ ਦੀ ਨਾਲ ਇਹ ਜ਼ਰੂਰ ਦੱਸਦਾ ਜਾਵਾਂ ਕਿ 16 ਕੁ ਘੰਟੇ ਦਾ ਕੱਟ ਕਰਾਚੀ 'ਚ ਲੱਗਾ, ਇਹਦੇ ਤੋਂ ਇਲਾਵਾ 14 ਕੁ ਘੰਟੇ ਦਾ ਕੱਟ ਲਾਹੌਰ 'ਚ ਲੱਗਾ। ਕਰਾਚੀ, ਲਾਹੌਰ, ਇਸਲਾਮਾਬਾਦ ਤੋਂ ਵੱਡੇ ਕੋਈ ਸੈਂਟਰ ਪਲੇਸ ਤਾਂ ਉਹਨਾਂ ਦੀ ਕੋਈ ਹੈ ਨਹੀਂ ਪਾਕਿਸਤਾਨ ਵਾਲਿਆਂ ਦੀ। ਇੱਥੋਂ ਤੱਕ ਕਿ ਬਹੁਤੇ ਬਿਜਲੀ ਬਣਾਉਣ ਦੇ ਜਿਹੜੇ ਉਹਨਾਂ ਦੇ ਕਾਰਖਾਨੇ, ਫੈਕਟਰੀਆਂ ਹੀ ਕਹਿ ਲਓ, ਆਪਾਂ ਪਲਾਂਟ ਕਹਿ ਲਓ, ਤੇਲ ਨਾਲ ਚੱਲਦੇ ਆ। ਤੇ ਉੱਥੋਂ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਕਈ ਵਾਰ ਕਹਿ ਚੁੱਕੇ ਕਿ ਭਾਈ ਅੰਤਰਰਾਸ਼ਟਰੀ ਮਾਰਕੀਟ ਤੇਲ ਦਾ ਮੁੱਲ ਵੱਧ ਗਿਆ, ਸਾਡੇ ਕੋਲ ਇੰਨੇ ਰੁਪਈਏ ਹੈ ਨਹੀਂ, ਇਸ ਕਰਕੇ ਥੋੜੀ ਬਿਜਲੀ ਵਰਤੋ ਭਾਈ, ਆਉਣ ਵਾਲੇ ਸਮੇਂ ਦੇ ਵਿੱਚ ਪਾਬੰਦੀਆਂ ਲੱਗ ਸਕਦੀਆਂ। ਬਿਜਲੀ ਦੇ ਭਾਅ ਵਧਾਤੇ, ਤੇਲ ਦੇ ਭਾਅ ਵਧਾਤੇ, ਬਿਜਲੀ ਘੱਟ ਆਉਣ ਲੱਗ ਪਈ। ਨਾ ਜਿਹਦਾ ਮਰਜ਼ੀ ਵਰਤੀ ਜਾਓ, ਪਰ ਇਹਨੂੰ ਜ਼ਰੂਰ ਲੋਕਾਂ ਲਈ ਵਰਤੋ ਜੇ ਲੀਡਰ ਬਣੇ ਹੋ ਤਾਂ। ਬੜਾ ਜ਼ਰੂਰੀ। ਪਿਛਲੇ ਸਮੇਂ 'ਚ ਆਪਾਂ ਉੱਥੋਂ ਦੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਸੁਣੇ, ਮੇਰੇ ਖਿਆਲ ਨਾਲ ਉਹ ਜੇਬ 'ਚ ਐਟਮ ਬੰਬ ਪਾਈ ਫਿਰਨ ਵਾਲਾ ਬਿਆਨ ਵੀ ਸੀਗਾ। ਉਹ ਜਿਹੜਾ ਜੇਬ 'ਚ ਐਟਮ ਬੰਬ ਪਾਈ ਫਿਰਨ ਵਾਲੇ ਲੀਡਰ ਸਾਹਿਬਾਨ ਸੀ, ਜ਼ਰੂਰ ਪਾਕਿਸਤਾਨ ਦੇ ਲੋਕ ਨੂੰ ਲੱਭਣ। ਨਹੀਂ, ਮੈਂ ਕਹਿੰਦਾ ਟਮਾਟਰ ਰੱਖਿਆ ਕਰ ਯਾਰ, ਇੰਨੇ ਮਹਿੰਗੇ ਨੇ ਟਮਾਟਰ ਦਿਆ ਕਰ। ਕਦੇ ਮੈਂ ਕਿਹਾ ਵੀ ਉਹਨੂੰ ਲੱਭਣ ਆਵੇ, ਵੀਰ ਉੱਥੋਂ ਬੰਬ ਕੱਢ ਲਾ, ਉੱਥੇ ਕੋਈ ਟਮਾਟਰ, ਕੋਈ ਭਾਜੀ ਤਰਕਾਰੀ, ਕੋਈ ਨਿੰਬੂ ਰੱਖ ਲਾ, ਕੋਈ ਸਾਡੇ ਕੰਮ ਆ ਜੂ। ਜੇ ਕੋਈ ਬਿਲਕੁਲ ਆ ਕੇ ਵੀ ਨਹੀਂ ਸਾਡਾ ਇਹਦੇ ਬਿਨਾਂ ਗੁਜ਼ਾਰਾ ਨਹੀਂ, ਬੰਬ ਚਾਹੀਦੇ ਆ, ਉਹਨੂੰ ਜ਼ਰੂਰ ਵਿਖਾਓ ਨਾ ਵੀ ਆਹ ਵੀਰ 100 ਵਾਟ ਦਾ ਬਲਬ ਲੱਗਾ, ਜਿਹੜਾ ਤੇਰੀ ਜੇਬ 'ਚ ਬੰਬ ਆ, ਇਹਨੂੰ ਇਹਦੀ ਥਾਂ ਤੇ ਲਾ ਕੇ ਵੀ ਭਲਾ ਚਾਨਣ ਕਰਦਾ ਕਿਸ ਤਰ੍ਹਾਂ ਵੀ ਬੱਤੀ ਤੋਂ ਬਿਨਾਂ। ਵੀ ਜੇ ਇਹਦੇ ਤੇਰੇ ਬੰਬ ਦੇ ਨਾਲ ਇਹਦਾ ਚਾਨਣ ਹੁੰਦਾ ਫੇਰ ਸਾਨੂੰ ਜੀ ਸਦਕੇ ਤੂੰ ਪਾਈ ਛੱਡ, ਭਾਵੇਂ ਹੋਰ ਲੈ ਲਓ, ਪਰ ਜੇ ਬਲਬ ਨਹੀਂ ਜਗਦਾ ਤੇਰੇ ਬੰਬ ਦੇ ਨਾਲ ਤੇ ਫਿਰ ਇਹਦਾ ਮਤਲਬ ਤੁਸੀਂ ਗਲਤ ਚੀਜ਼ ਤੇ ਪੈਸੇ ਲਾ ਰਹੇ। ਨਹੀਂ, ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ, ਇੱਕ ਨਵਾਂ ਪੰਗਾ ਪੈ ਗਿਆ, ਫੈਸਲਾ ਨਿਪਟਾਰਾ ਤੁਸੀਂ ਕਰਨਾ, ਸਹੀ ਕੌਣ ਹੈ ਤੇ ਗਲਤ ਕੌਣ ਹੈ। ਸੁਖਪਾਲ ਸਿੰਘ, ਅੱਛਾ ਇੱਕ ਮਿੰਟ ਪਹਿਲਾਂ ਚੌੜੇ ਜਿਹਾ ਹੋ ਲੈਣ ਦਿਓ। ਆਵੇ ਪਾਣੀ ਲਿਆਓ, ਪਾਣੀ ਲਿਆ ਬਈ, ਠਰਨ ਭੰਨ ਕੇ। ਆ ਥੋੜਾ ਜਿਹਾ ਪਾਣੀ ਤਾਂ ਸਾਰੀ ਦੁਨੀਆ ਮੰਗਦੀ ਹੈ, ਜਦੋਂ ਪਿੱਛੇ ਠਰਨ ਭੰਨ ਕੇ, ਥੋੜਾ ਲੈ, ਗਰਮੀ ਜੀ ਹੈ, ਗਰਮੀ ਚਾਹੀਏ। ਹੁਣ ਸੰਧਾਲੀਆ ਸਾਹਿਬ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਸਾਹਿਬ ਸਤਿਕਾਰਯੋਗ ਵਿਧਾਇਕ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਸੱਦੀ ਤੇ ਨਾਲ ਇੱਕ ਸ਼ਖਸੀਅਤ ਬਿਠਾ ਲਈ, YS ਮੱਤਾ ਸਾਹਿਬ। YS ਮੱਤਾ ਸਾਹਿਬ ਕਿਸੇ ਵੇਲੇ ਟੈਕਸੇਸ਼ਨ ਡਿਪਾਰਟਮੈਂਟ ਦੇ ਜ਼ਿਲ੍ਹਾ ਅਧਿਕਾਰੀ ਰਹੇ, ਅੱਜ ਕੱਲ੍ਹ ਸੇਵਾ ਮੁਕਤ ਨੇ। ਦੋਸ਼ ਕੀ ਲਾਇਆ, ਉਹ ਕਹਿੰਦੇ ਜੀ 2009 ਤੋਂ ਲੈ ਕੇ 2013-14 ਤੱਕ 4-5 ਸਾਲਾਂ ਦੇ ਵਿੱਚ 44,000 ਕਰੋੜ ਦਾ ਘਪਲਾ ਹੋਇਆ। 44,000 ਕਰੋੜ ਦਾ ਘਪਲਾ, ਜਾਨੀ ਆਪਾਂ ਪਿਛਲੇ ਦਿਨੀ ਕਹਿੰਦੇ ਸੀ ਨਾ 1178 ਕਰੋੜ, ਜਾਨੀ 1,000 ਕਰੋੜ ਦਾ। ਇਹ 44 ਗੁਣਾ ਵੱਧ ਹੈ ਜੇ ਆਪਾਂ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਗੱਲ ਜਾਂ YS ਮੱਤਾ ਸਾਹਿਬ ਦੀ ਗੱਲ ਤੇ ਮੰਨੀਏ। ਉਹਨਾਂ ਨੇ ਕੀ ਕਿਹਾ, ਮੈਂ ਹੋਰ ਐਡ ਕਰਾਂ, ਹਰਪਾਲ ਸਿੰਘ ਚੀਮਾ ਸਾਹਿਬ ਕਹਿੰਦੇ 2,63,000 ਕਰੋੜ ਦਾ ਕਰਜ਼ਾ ਪੰਜਾਬ 'ਚ, ਉਸ 63,000 ਚੋਂ ਤੁਸੀਂ 44,000 ਘਟਾ ਦਿਓ, ਬਸ 2.25 ਲੱਖ ਕਰੋੜ ਦਾ ਕਰਜ਼ਾ ਰਹਿ ਜੇ ਉਹ 44,000 ਕਰੋੜ ਦਾ 1178 ਕਰੋੜ ਉਹ ਦੂਜਾ ਵੀ ਚੱਕ ਦਈਏ, ਉਹ ਵੀ ਪਾ ਲਓ ਵਿੱਚ, ਜੰਗਲਾਤ ਮਹਿਕਮੇ ਦਾ ਵੀ ਚੱਕ, ਜੇ ਇਹੋ ਜਿਹੇ ਪਾਉਂਦੇ ਪੁੰਦੇ ਰਹੇ ਤਾਂ ਦੋ ਤੇ ਆ ਜਾਣਾ, ਆਪਾਂ ਸਾਵਾਂ ਕਰਦੀ ਨਹੀਂ ਦੱਸ ਉਤਲਾ ਤੇ ਰੇਟ ਨਿਬੜ ਜਾਣਾ। ਮਤਲਬ ਇਹ ਗੱਲ ਚੱਲਦੀ ਹੈ, ਇਹਦੇ ਚ ਅਸਲੀ ਕਹਾਣੀ ਕੀ ਹੈ ਉਹ ਪਹਿਲਾਂ ਦੱਸ। ਠੀਕ ਹੈ ਜੀ। ਹੁਣ ਹੋਇਆ ਕਿ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਦੋਸ਼ ਕੀ ਲਾਇਆ, ਉਹ ਕਹਿੰਦੇ ਜੀ ਕਿ ਆਹ YS ਮੱਤਾ ਨੇ, ਇਹ ਟੈਕਸੇਸ਼ਨ ਵਿਭਾਗ ਦੇ ਲੁਧਿਆਣੇ ਦੇ ਵਿੱਚ ਤਾਇਨਾਤ ਸੀ 2013 ਚ। ਉਹ ਕਹਿੰਦੇ ਜੀ ਮੈਨੂੰ ਪਤਾ ਲੱਗਿਆ ਹੈ ਕਿ ਕੁਝ ਵਪਾਰੀ, ਕੁਝ ਕਾਰੋਬਾਰੀ ਵੈਟ ਦੀ ਚੋਰੀ ਕਰਦੇ ਆ ਤੇ ਕੁੱਲ ਘਪਲਾ 44,000 ਕਰੋੜ ਦਾ। ਉਹ ਕਹਿੰਦੇ ਜੀ ਸਮਾਨ ਬਾਹਰੋਂ ਲਿਆਉਂਦੇ ਸੀ, ਸਟੀਲ, ਤਾਂਬਾ, ਇਦਾਂ ਦੀਆਂ ਚੀਜ਼ਾਂ, ਉਹਨੂੰ ਕਾਗਜ਼ ਦੱਸਦੇ ਸੀ ਕਿ ਕਾਗਜ਼ ਲਿਆਂਦਾ, ਵੈਟ ਦੀ ਚੋਰੀ ਕਰਦੇ ਸੀ। ਜਿਹੜਾ ਸਮਾਨ ਕਹਿੰਦੇ ਜੀ ਕਿਸੇ ਹੋਰ ਸ਼ਹਿਰ 'ਚ ਉਤਰਨਾ ਹੁੰਦਾ ਸੀ, ਲੁਧਿਆਣੇ ਉਤਰਵਾ ਲੈਂਦੇ ਸੀ, ਰਾਤੋਂ ਰਾਤ ਮੰਡੀ ਗੋਬਿੰਦਗੜ੍ਹ ਭੇਜ ਦਿੰਦੇ ਸੀ। ਮੈਨੂੰ ਕਹਿੰਦੇ ਪਤਾ ਲੱਗਿਆ, ਮੈਂ ਉਸੇ ਵੇਲੇ ਈਮੇਲ ਕੀਤੀ ਆਪਣੇ ਵੱਡੇ ਅਧਿਕਾਰੀਆਂ ਨੂੰ ਕਿ ਆਹ ਦੇਖੋ ਜੀ ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਹੋ ਗਿਆ, ਛੇਤੀ ਤੋਂ ਛੇਤੀ ਇਹਨੂੰ ਬੰਦ ਕਰਾਓ, ਜਾਂਚ ਕਰਾਓ, ਪੈਸੇ ਟੱਕੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਪਾਓ। ਦੇਖੋ, ਜੇ ਇੱਕ ਅਧਿਕਾਰੀ ਮੌਕੇ ਦਾ ਉਹਨੂੰ ਲੱਗਦਾ ਹੈ ਕਿ ਘਪਲਾ ਹੋਇਆ, ਅਗਲੇ ਦਾ ਫਰਜ਼ ਬਣਦਾ ਕਿ ਈਮੇਲ ਕਰੋ, ਉਹਨੇ ਈਮੇਲ ਕਰਤੀ। ਉੱਪਰਲੇ ਅਧਿਕਾਰੀਆਂ ਦਾ ਫਰਜ਼ ਬਣਦਾ ਸੀ ਕਿ ਭਾਈ ਕਾਰਵਾਈ ਕਰੋ, ਪਰ ਕਾਰਵਾਈ ਪਤਾ ਕੀ ਕੀਤੀ, ਉਹ ਕਹਿੰਦੇ ਜੀ ਮੈਨੂੰ ਅੰਮ੍ਰਿਤਸਰ ਬਦਲਤਾ, ਕਦੇ ਬਠਿੰਡੇ ਬਦਲ, ਲੁਧਿਆਣੇ ਹੀ ਚੱਕਤਾ। ਇੱਕ ਵਾਰੀ ਇਦਾਂ ਹੀ ਜੰਗਲਾਤ ਵਿਭਾਗ ਦਾ ਅਧਿਕਾਰੀ ਵੀ, ਮੇਰੇ ਖਿਆਲ ਚੰਨੀ ਸਾਹਿਬ ਦੀ ਸਰਕਾਰ ਦੇ ਵੇਲੇ, ਉਹ ਕਹਿੰਦੇ ਮੈਂ ਕਹਿੰਦਾ ਨਜਾਇਜ਼ ਮਾਈਨਿੰਗ ਹੁੰਦੀ ਹੈ, ਕਹਿੰਦੇ ਮੈਨੂੰ ਹੀ ਚੱਕਤਾ, ਉਹਨਾਂ ਨੇ ਮਾਈਨਿੰਗ ਵਾਲੇ ਨਹੀਂ ਚੱਕੇ। ਚਲੋ ਕੋਈ ਗੱਲ ਨਹੀਂ। ਫਿਰ ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਰਿਟਾਇਰ ਹੋ ਗਿਆ 2014 ਚ, ਉਮਰ ਦੇ ਹਿਸਾਬ ਨਾਲ ਰਿਟਾਇਰ ਹੋਣਾ। ਫਿਰ ਜੀ ਕਹਿੰਦੇ ਮੈਂ ਪਤਾ ਨਹੀਂ ਕਿੰਨੀ ਕੁ ਵਾਰੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਕਿ ਉਹ ਮੈਂ ਮਸਲਾ ਚੱਕਿਆ ਸੀ, ਉਹਦਾ ਕੁਝ ਕਰੋ, ਕਹਿੰਦੇ ਕੀਤਾ ਨਾ। ਮੈਂ ਕਹਿੰਦੇ ਜੀ ਹਾਈ ਕੋਰਟ ਚਲਾ ਗਿਆ, ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕਹਿੰਦੇ ਜੀ ਲਪੇਟ ਲਪੂਟ ਕੇ 14, 15, 16, 17 ਦੀਆਂ ਗੱਲਾਂ ਲਪੇਟ ਲਪੂਟ ਕੇ ਕਹਿਤਾ ਜੀ ਘਪਲਾ ਘੁਪਲਾ ਤਾਂ ਕੋਈ ਹੋਇਆ ਹੀ ਨਹੀਂ। ਹੁਣ ਵੀ ਕਹਿੰਦੇ ਅਜੇ ਹਾਈ ਕੋਰਟ ਦੇ ਵਿੱਚ ਤਰੀਕ ਅਕਤੂਬਰ ਦੀ ਆ,
ਫਿਰ ਸੁਖਪਾਲ ਸਿੰਘ ਖਹਿਰਾ ਸਾਹਿਬ ਕਹਿੰਦੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ, ਮੈਂ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਬੜਾ ਵੱਡਾ ਮਸਲਾ, ਇਸ ਮਸਲੇ ਦੇ ਉੱਤੇ ਥੋੜ੍ਹਾ ਜਿਹਾ ਗੌਰ ਕਰੋ ਭਾਈ, ਗੌਰ ਕੀਤੇ ਬਿਨਾਂ ਚੱਲਣਾ ਨਹੀਂ। ਉਹ ਕਹਿੰਦੇ ਉਹਨਾਂ ਨੇ ਮੈਨੂੰ ਸਮਾਂ ਹੀ ਨਹੀਂ ਦਿੱਤਾ, ਕਿਉਂਕਿ ਦੋਸ਼ ਬਹੁਤ ਵੱਡਾ ਮੌਜੂਦਾ ਕਿ ਸਰਕਾਰ ਨੇ ਵੀ ਹਿਸਾਬ ਨਹੀਂ ਕੀਤਾ, ਪਿਛਲੀ ਸਰਕਾਰ ਨੇ ਵੀ ਹਿਸਾਬ ਨਹੀਂ ਕੀਤਾ, ਉਹਦੇ ਤੋਂ ਪਿਛਲੀ ਸਰਕਾਰ ਨੇ ਵੀ 44,000 ਕਰੋੜ ਦਾ ਘਪਲਾ ਕਿਤੇ ਛੋਟਾ ਹੈ। ਜੇ ਉਹਨਾਂ ਦੀ ਗੱਲ ਸੱਚ ਹੈ, ਵਾਈਐਸ ਮੱਤਾ ਸਾਹਿਬ ਦੀ, ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਬਕਾਇਦਾ ਪ੍ਰੈਸ ਕਾਨਫਰੰਸ ਹੈ ਕੈਮਰਿਆਂ ਦੇ ਮੂਹਰੇ, ਤਾਂ ਇਸ ਮਸਲੇ ਦੇ ਉੱਤੇ ਪੰਜਾਬ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ। ਪਰ ਅਨੁਰਾਗ ਵਰਮਾ ਸਾਹਿਬ ਪ੍ਰਿੰਸੀਪਲ ਸੈਕਟਰੀ ਨੇ ਪੰਜਾਬ ਦੇ, ਥੋੜੀ ਦੇਰ ਬਾਅਦ ਹੀ ਉਹਨਾਂ ਦਾ ਆ ਗਿਆ ਬਿਆਨ। ਉਹ ਕਹਿੰਦੇ ਜੀ ਪਹਿਲੀ ਗੱਲ ਹੈ, ਆ ਐਫੀਡੈਵਿਟ ਹੈ ਅਸੀਂ ਅਦਾਲਤ ਦੇ ਵਿੱਚ ਦੇ ਚੁੱਕੇ ਹਾਂ ਕਿ ਵਾਈਐਸ ਮੱਤਾ ਸਾਹਿਬ ਸਮਾਂ ਖਰਾਬ ਕਰ ਰਹੇ ਆ, ਤੇ ਜਿਨ੍ਹਾਂ ਨੇ ਵੀ ਆ ਦੋਸ਼ ਲਾਇਆ ਕਾਰਵਾਈ ਕਰੋ। ਕਹਿੰਦੇ 100 ਕਰੋੜ ਦਾ ਰੌਲਾ ਜ਼ਰੂਰ ਹੈਗਾ, ਉਹ ਵੀ ਜਾਂਚ ਪੜਤਾਲ ਚੱਲਦੀ ਹੈ। 44,000 ਕਰੋੜ ਦਾ ਕੋਈ ਲੈਣਾ ਦੇਣਾ ਨਹੀਂ। ਕੋਈ ਵੀ ਪੰਜਾਬ ਦਾ ਬੰਦਾ, ਕੋਈ ਵੀ ਕਿਸੇ ਧਿਰ ਦਾ ਬੰਦਾ ਜਦੋਂ ਮਰਜ਼ੀ ਆ ਕੇ ਸਰਕਾਰੀ ਦਫ਼ਤਰ ਦੇ ਵਿੱਚ ਸਾਰੇ ਡਾਕੂਮੈਂਟ ਚੈੱਕ ਕਰ ਸਕਦਾ ਕਿ ਪੈਸੇ ਬਕਾਇਦਾ ਜਮ੍ਹਾਂ ਨੇ, ਸਾਰਾ ਕੁਝ ਹੋ ਚੁੱਕਿਆ। 44,000 ਕਰੋੜ ਨਾਂ ਦੀ ਕੋਈ ਚੀਜ਼ ਨਹੀਂ। ਤੇ ਅਸੀਂ ਕਹਿੰਦੇ ਮਾਣਯੋਗ ਅਦਾਲਤ ਨੂੰ ਬੇਨਤੀ ਕਰਾਂਗੇ ਕਿ ਭਾਈ ਆਹ ਜਿਹੜਾ ਝੂਠ ਫੈਲਾਇਆ ਜਾ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜੇ ਤਾਂ ਘਪਲੇ ਦੀ ਗੱਲ ਸਹੀ ਹੈ ਤਾਂ ਪੰਜਾਬ ਦੇ ਲੋਕ ਮੱਥੇ ਤੇ ਹੱਥ ਮਾਰਨਗੇ, ਤੇ ਜੇ ਉਹਨਾਂ ਦੀ ਗੱਲ ਸਹੀ ਹੈ ਕਿ ਝੂਠ ਫੈਲਾਇਆ ਜਾ ਰਿਹਾ, ਔਰ ਉਹਦੇ ਪਿੱਛੇ ਲੌਜਿਕ ਕੀ ਬਣਦਾ, ਕਿਉਂ ਕੀਤਾ ਜਾ ਰਿਹਾ, ਕੀ ਕਿਸੇ ਨੂੰ ਬਦਨਾਮ ਕਰਨ ਦੀ ਗੱਲ ਹੈ, ਪਤਾ ਲੱਗਣਾ ਚਾਹੀਦਾ ਜੀ। ਬਿਲਕੁਲ ਲੱਗਣਾ ਚਾਹੀਦਾ। ਮੈਨੂੰ ਲੱਗਦਾ ਵੀ ਇਹਦੇ 'ਚ ਵੀ ਬਹੁਤੇ ਦਿਨ ਨਹੀਂ ਗੇ, ਉਹਦਾ ਤਰੀਕ ਚਲੋ ਕੋਰਟ ਦੇ ਵਿੱਚ ਤਾਂ ਅਕਤੂਬਰ ਦੀ ਹੈ, ਪਰ ਆਹ ਜਿਹੜੀ ਚਰਚਾ ਚੱਲ ਪਈ ਆ, ਹੋ ਸਕਦਾ ਵੀ ਹਫ਼ਤੇ 10 ਦਿਨ 15 ਦਿਨਾਂ ਤੱਕ ਇਹਦਾ ਕੋਈ ਨਾ ਕੋਈ ਗੱਲ ਕਲੀਅਰ ਹੋ ਜਾਵੇ। ਕਿਉਂਕਿ ਖਹਿਰਾ ਸਾਹਿਬ ਨੇ ਜੇ ਗੱਲ ਛੇੜੀ ਆ, ਉਧਰੋਂ ਉਹਨਾਂ ਨੂੰ ਜਵਾਬ ਮਿਲਿਆ ਵੀ ਨਹੀਂ ਇਦਾਂ ਦੀ ਗੱਲ ਕੋਈ ਨਹੀਂ, ਲੱਭ ਕੇ ਉਹਨਾਂ ਵੀ ਕੋਈ ਨਾ ਕੋਈ ਕਾਗਜ਼ ਲੈ ਆਉਣਾ। ਜੇ ਸਹੀ ਹੋਇਆ ਤੇ ਉਹ ਸਹੀ ਕਹਿ ਦੇਣਗੇ ਯਾਰ ਸਾਨੂੰ ਭੁਲੇਖਾ ਲੱਗ ਗਿਆ। ਜੇ ਉਹਨਾਂ ਨੂੰ ਲੱਗਿਆ ਵੀ ਨਹੀਂ ਯਾਰ ਇਹਦੇ 'ਚ ਕੁਛ ਨਾ ਕੋਈ ਝੋਲ ਹੈਗਾ, ਫਲਾਨਾ ਕਾਗਜ਼ ਤੁਸੀਂ ਫਰੋਲਿਆ ਨਹੀਂ, ਤੇ ਗੱਲ ਅੱਗੇ ਚੱਲ ਪਊਗੀ। ਹਾਂ, ਜੇ ਸਰਕਾਰ ਵਾਲੇ ਪਾਸੋਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਇਹ ਗੱਲ ਕਹਿਤੀ ਵੀ ਮਹਾਰਾਜ ਅਸੀਂ ਆਪਣੇ ਵੱਲੋਂ ਕਲੀਅਰ ਕੀਤਾ, ਜਿਹੜਾ ਬੰਦਾ ਮਰਜ਼ੀ ਆ ਕੇ ਕਾਗਜ਼ ਦੇਖ ਲੇ, ਸਟੇਟਮੈਂਟ ਉਹਨਾਂ ਦੀ ਵੀ ਵੱਡੀ ਹੈ। ਕਿਉਂਕਿ ਇੰਨਾ ਖੁੱਲ੍ਹ ਕੇ ਇਮੀਡੀਏਟਲੀ ਰਿਐਕਟ ਮੋਸਟਲੀ ਸਰਕਾਰੀ ਤੰਤਰ ਕਰਦਾ ਨਹੀਂ ਹੁੰਦਾ। ਜੇ ਉਹਨਾਂ ਨੂੰ ਜਾਪੇ ਵੀ ਕਿਤੇ ਵੀ ਕੋਈ ਮਾੜਾ ਮੋਟ ਝੋਲ ਹੈਗਾ, ਇਹਦਾ ਮਤਲਬ ਅਗਲੇ ਪੱਕੇ ਪੈ ਰਹੀਆਂ। ਕੁੱਲ ਮਿਲਾ ਕੇ ਇੱਕ ਗੱਲ ਤਾਂ ਹੈਗੀ ਇਹਦੇ ਵਿੱਚ, ਦੇਖੋ ਪੰਜਾਬ ਵਾਲੇ ਪਾਸਿਓਂ ਦੋਵੇਂ ਧਿਰਾਂ ਮੈਨੂੰ ਲੱਗਦਾ ਠੀਕ ਨੇ। ਜੇ ਖਹਿਰਾ ਸਾਹਿਬ ਨੇ ਮੁੱਦਾ ਚੁੱਕਿਆ, ਗੱਲ ਉਹਨਾਂ ਨੇ ਵੀ ਕੀਤੀ ਵੀ ਯਾਰ ਆਹ ਇੱਕ ਮਸਲਾ ਸੀਗਾ, ਚੈੱਕ ਕਰ ਲਓ ਵੀ ਭਾਈ ਪੰਜਾਬ ਦਾ ਨੁਕਸਾਨ ਤਾਂ ਨਹੀਂ। ਤੇ ਜੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਕਿਹਾ ਵੀ ਆਪਾਂ ਆਪਣੇ ਵੱਲੋਂ ਸਾਰਾ ਕੁਝ ਚੈੱਕ ਕਰ ਲਿਆ, ਰਹਿੰਦਾ ਕੰਮ ਹੀ ਫਿੱਟ ਕਰ ਦੇਣਾ, ਇਹ ਤਾਂ ਮਤਲਬ ਵਧੀਆ ਗੱਲ। ਇਹਦੇ 'ਚ ਦੋਵਾਂ ਸਟੇਟਮੈਂਟਾਂ ਨੂੰ ਜਾਂ ਜਿਹਨੇ ਜਿਹੜਾ ਵੀ ਰੋਲ ਨਿਭਾਇਆ, ਮੈਨੂੰ ਤੇ ਫਿਰ ਉਹੀ ਲੱਗਦਾ ਵੀ ਜਿਹੜਾ ਘੜੋਕਾ ਬਣਿਆ ਸੀ ਪੰਜਾਬ ਦਾ, ਉਹਨੂੰ ਫਿਰ ਹੌਲੀ ਹੌਲੀ ਮਜ਼ਬੂਤੀਕਾਰ ਬਣਾਉਣ ਵਾਲੇ ਪਾਸੇ ਤੁਰਨਗੇ। ਜੇ ਤੁਰਿਆ ਜਾਵੇ ਤਾਂ ਸੁਹਿਰ ਦਿੱਤਾ ਨਾ। ਹਾਂ, ਜੇ ਉਹਦੇ 'ਚ ਆਪਣਾ ਕੰਮ ਇਹੀ ਆ ਵੀ ਉਹ ਬਾਠ ਸਾਹਿਬ ਆਖਣ ਵੀ ਮੈਂ ਹੁਣ ਭੱਜਣਾ, ਮੈਂ ਯਾਰ ਬਾਠ ਹੁਣ ਕਿੱਦਾਂ ਭੱਜੀ, ਉਹਨੂੰ ਚੀਚੀ ਲੈਣੀ ਠਿੱਬੀ ਲਾਈਏ ਕਿਸ ਤਰ੍ਹਾਂ, ਹੈ ਨਾ। ਜੇ ਆਖਾਂ ਵੀ ਮੈਂ ਸੰਧਾਂ ਵਾਲਿਆ ਜਾਊ ਕਿੱਥੇ, ਇਹਨੂੰ ਮੈਂ ਖਿੱਚਣਾ ਇਹ ਕਰਾਂ। ਜੇ ਤੇ ਉਹ ਸਿਆਸਤ ਜਿਹੜੀ ਕਿ ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਪਹਿਲਾਂ ਵੀ ਕਰਦੀਆਂ ਹੁੰਦੀਆਂ ਤੇ ਪੋਲੀਟੀਕਲ ਪਾਰਟੀਆਂ ਦੇ ਅੰਦਰ ਵੀ ਹੁੰਦੀ ਹੈ, ਜੇ ਤਾਂ ਉਸੇ ਰਾਹ ਤੇ ਜਾਣਾ ਤੇ ਫਿਰ ਉਹ ਬੱਸ ਇੰਨੇ ਸਾਲਾਂ ਤੋਂ ਕਿਤੇ ਨਹੀਂ ਪਹੁੰਚੀ ਤੇ ਨਾ ਗਾਂ ਕਿਤੇ ਪਹੁੰਚਣੀ। ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ, ਜੇ ਕਿਸੇ ਨੇ 44 ਰੁਪਈਏ ਵੀ ਖਾਦੇ ਨੇ ਵੈਟ ਦੇ ਨਾਂ ਦੇ ਉੱਤੇ ਤਾਂ ਕਾਰਵਾਈ ਹੋਵੇ। 44,000 ਕਰੋੜ ਤਾਂ ਰਕਮ ਵੱਡੀ ਹੈ ਨਾ, ਕਿਉਂਕਿ ਮੂੰਹ ਬੰਦ ਹੋਣੇ ਚਾਹੀਦੇ ਆ, ਬਹੁਤ ਜ਼ਰੂਰੀ ਹੈ। ਸਾਰੇ ਹੀ ਸੱਜਣ, ਕਿਉਂਕਿ ਜੇ ਪ੍ਰਿੰਸੀਪਲ ਸੈਕਟਰੀ ਸਾਹਿਬ ਨੇ ਕਿਹਾ ਉਹਦਾ ਬਹੁਤ ਉੱਚਾ, ਜੇ ਇੱਧਰ ਐਮਐਲਏ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ, ਉਹਦਾ ਉਹ ਵੀ ਛੋਟਾ ਨਹੀਂ, ਲੋਕਾਂ ਦੇ ਨੁਮਾਇੰਦੇ ਨੇ ਉਹ। ਇਸ ਲਈ ਪੇਚਾ ਪੈ ਗਿਆ ਇਸ ਮਸਲੇ ਦੇ ਉੱਤੇ, ਦੇਖਦੇ ਕਹਾਣੀ ਕਿੱਧਰ ਨੂੰ ਜਾਂਦੀ ਹੈ। ਇੱਕ ਲੀਡਰ ਸੁਖਪਾਲ ਸਿੰਘ ਖਹਿਰਾ ਸਾਹਿਬ ਦੇ ਨਾਲ ਕਦੇ ਯਾਰੀ ਬੜੀ ਗੂੜੀ ਹੁੰਦੀ ਸੀ, ਸਿਮਰਜੀਤ ਸਿੰਘ ਬੈਂਸ ਹੋਰਾਂ ਦੀ, ਇਕੱਠੇ ਇਲੈਕਸ਼ਨਾਂ ਲੜੀਆਂ। ਮੈਨੂੰ ਉਹ ਵੀ ਗੱਲ ਯਾਦ ਹੈ, ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਕਿਹਾ ਸੀ ਜਦੋਂ ਖਹਿਰਾ ਸਾਹਿਬ ਆਮ ਆਦਮੀ ਪਾਰਟੀ ਤੋਂ ਅੱਡ ਹੋ ਗਏ ਕਿ ਸਾਡੀ ਪਾਰਟੀ ਦੇ ਪ੍ਰਧਾਨ ਬਣੋ ਖਹਿਰਾ ਸਾਹਿਬ, ਤੁਸੀਂ ਬਣੋ। ਮੈਨੂੰ ਉਹ ਵੀ ਯਾਦ ਹੈ ਜਦੋਂ ਥੋੜ੍ਹਾ ਜਿਹਾ ਸਮਾਂ ਬਦਲਿਆ, ਫਿਰ ਖਹਿਰਾ ਸਾਹਿਬ ਕਹਿੰਦੇ ਸੀ ਬੈਂਸ ਸਾਹਿਬ ਅੱਗੇ ਲੱਗੋ, ਮੈਂ ਕਤਾਰ 'ਚ ਸਭ ਤੋਂ ਪਿੱਛੇ ਲੱਗਦਾ, ਆਪਾਂ ਇਕੱਠੇ ਰਹਿਣਾ ਹੀ। ਯਾਨੀ ਇੰਨੀ ਯਾਰੀ ਸੀ, ਮੁੜ ਕੇ ਟੁੱਟ ਗਈ ਤੜਕ ਕਰਕੇ, ਉਹ ਵੱਖਰੀ ਗੱਲ ਹੈ। ਅੱਜ ਖਹਿਰਾ ਸਾਹਿਬ ਐਮਐਲਏ ਨੇ, ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਾਈ ਸਾਹਿਬ ਬਲਵਿੰਦਰ ਸਿੰਘ ਬੈਂਸ ਹੋਰੀ ਇਲੈਕਸ਼ਨ ਹਰੇ, ਜ਼ਮਾਨਤਾਂ ਵੀ ਜ਼ਬਤ ਹੋਈਆਂ, ਕਈ ਕੁਛ ਹੋਇਆ। ਚਲੋ ਉੱਪਰ ਥੱਲੇ ਹੁੰਦਾ ਰਹਿੰਦਾ ਕੰਮ, ਐਸੀ ਗੱਲ ਨਹੀਂ। ਕੈਪਟਨ ਸਾਹਿਬ ਦੀ ਵੀ ਤਾਂ ਇੱਕ ਖੇਤਰ ਦੇ ਵਿੱਚੋਂ ਬਹੁਤ ਘੱਟ ਵੋਟਾਂ ਪਈਆਂ ਸੀ, ਮੁੜ ਕੇ ਅਗਲੇ 2 ਵਾਰੀ ਮੁੱਖ ਮੰਤਰੀ ਬਣ ਗਏ, ਬੜਾ ਕੁਛ ਹੋਇਆ। ਕਿਤੇ ਅਕਾਲੀ ਦਲ ਕਹਿੰਦਾ ਤੁਹਾਨੂੰ ਟਿਕਟ ਨਹੀਂ ਦੇਣੀ, ਉਸ ਤੋਂ ਬਾਅਦ 2 ਵਾਰੀ ਉਹ ਮੁੱਖ ਮੰਤਰੀ ਬਣੇ। ਉਤਰਾਅ ਚੜਾਅ ਸਿਆਸਤ 'ਚ ਆਉਂਦੇ ਆ। ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਉੱਤੇ ਜੁਲਾਈ 2021 'ਚ, ਪਿਛਲੇ ਸਾਲ ਜੁਲਾਈ 'ਚ, ਜਾਣੀ ਕਿ ਪੂਰਾ 1 ਸਾਲ ਪਹਿਲਾਂ, ਇੱਕ ਬੀਬੀ ਜੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਇਹਨਾਂ ਨੇ ਜਬਰ ਜਨਾਹ ਕੀਤਾ ਜੀ, ਧੱਕਾ ਕੀਤਾ, ਸਰੀਰਕ ਸ਼ੋਸ਼ਣ ਕੀਤਾ। ਉਹਦੇ ਤੋਂ ਬਾਅਦ ਪੁਲਿਸ ਦੇ ਉੱਤੇ ਬੜੇ ਦੋਸ਼ ਲੱਗੇ ਕਿ ਭਾਈ ਇੱਕ ਐਮਐਲਏ, ਉਦੋਂ ਸੀਗੇ ਉਹ ਐਮਐਲਏ, ਕਿ ਚੁਣੇ ਹੋਏ ਨੁਮਾਇੰਦੇ ਦੇ ਕਰਕੇ ਇੱਕ ਬੀਬੀ ਦੋਸ਼ ਲਾਉਂਦੀ ਆ, ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ। ਬੀਬੀ ਫਿਰ ਕਈ ਮਹੀਨੇ ਧਰਨੇ ਤੇ ਬੈਠੀ ਸੀਪੀ ਦਫ਼ਤਰ ਦੇ ਮੂਹਰੇ ਲੁਧਿਆਣੇ ਦੇ ਵਿੱਚ। ਉਹਦੇ ਤੋਂ ਬਾਅਦ ਫਿਰ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਕੌਣ ਜਾਂਦਾ, ਕੌਣ ਅਦਾਲਤ ਚਲੇ ਗਈ ਸੀ ਬੀਬੀ। ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ 6 ਸਾਥੀਆਂ ਨੂੰ ਸਮੇਤ ਉਹਨਾਂ ਦੇ ਇੱਕ ਭਰਾ ਕਰਮਜੀਤ ਸਿੰਘ ਨੂੰ ਭਗੌੜੇ ਕਰਾਰ ਦਿੱਤਾ ਕਿ ਭਾਈ ਉਹ ਅਦਾਲਤ ਦੇ ਵਿੱਚ ਵੀ ਨਹੀਂ ਆਉਂਦੇ, ਦੋਸ਼ ਲੱਗਦੇ ਆ। ਹੁਣ ਕਈ ਮਹੀਨੇ ਹੋ ਗਏ ਸੀ, ਸੋਸ਼ਲ ਮੀਡੀਆ ਤੇ ਸਿਮਰਜੀਤ ਸਿੰਘ ਬੈਂਸ ਸਰਗਰਮ ਨੇ।
ਉਹ ਲੱਭਦੇ ਨਹੀਂ। ਸੁਪਰੀਮ ਕੋਰਟ ਦੇ ਵਿੱਚੋਂ ਕੰਮ ਜਿਹੜਾ ਦੂਜੇ ਪਾਸੇ ਨੂੰ ਚਲੇ ਗਿਆ। ਸੁਪਰੀਮ ਕੋਰਟ ਨੇ ਕਹਿਤਾ ਨਾ ਅਗਾਊਂ ਜ਼ਮਾਨਤ ਮਨਜ਼ੂਰ ਹੋਣੀ ਹੈ, ਨਾ ਕੇਸ ਖਾਰਜ ਹੋਣਾ ਹੈ। ਹੁਣ ਕਰਮਜੀਤ ਸਿੰਘ ਬੈਂਸ ਉਹਨਾਂ ਦੇ ਭਾਈ ਸਾਹਿਬ ਜਿਹੜੇ ਕਿ ਇਸ ਕੇਸ ਦੇ ਵਿੱਚ ਉਹਨਾਂ ਦੇ ਉੱਤੇ ਵੀ ਦੋਸ਼ ਹੈ, ਉਹਨਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਨਾਲ ਹੀ ਐਸਐਚਓ ਸਾਹਿਬਾਂ ਨੇ ਕਿਹਾ ਕਿ ਭਾਈ ਆਪਾਂ ਬੜੀ ਛੇਤੀ ਦੂਜਿਆਂ ਨੂੰ ਵੀ ਲੱਭ ਲੈਣਾ, ਛਾਪੇਮਾਰੀ ਜਿਹੜੀ ਉਹ ਚੱਲ ਰਹੀ ਹੈ। ਪਰ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ 6 ਮਹੀਨੇ ਪਹਿਲਾਂ ਤੱਕ ਲੋਕ ਇਨਸਾਫ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਅਸੀਂ ਸਾਰੀਆਂ ਸੀਟਾਂ ਤੋਂ ਚੋਣ ਲੜਨੀ ਆ। 6 ਮਹੀਨੇ ਪਹਿਲਾਂ ਤੱਕ ਉਹਨਾਂ ਦੇ ਕੋਲੇ 2 ਐਮਐਲਏ ਸੀ, ਇੱਕ ਐਸਜੀਪੀਸੀ ਦੀ ਮੈਂਬਰੀ ਸੀ। ਅੱਜ ਸਿਰਫ ਇੱਕ ਐਸਜੀਪੀਸੀ ਦੀ ਮੈਂਬਰੀ ਰਹਿ ਗਈ ਬਲਵਿੰਦਰ ਸਿੰਘ ਬੈਂਸ ਹੋਰਾਂ ਦੇ ਕੋਲ। ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਇਸ ਵੇਲੇ ਇੱਕ ਸਿਮਰਜੀਤ ਸਿੰਘ ਬੈਂਸ ਉਹਨਾਂ 'ਚ ਰੂਪੋਸ਼ ਨੇ। ਦੋਸ਼ ਲੱਗ ਰਿਹਾ ਸਰਗਰਮੀ ਜਿਹੜੀ ਠੱਪ ਪਈ ਹੈ, ਪਾਰਟੀ ਦਾ ਕੀ ਹੋਊਗਾ ਸਮਝ ਨਹੀਂ ਆਉਂਦੀ। ਦੇਖੋ ਵਾਕਿਆ ਸਮਾਂ ਬੜਾ ਬਲਵਾਨ ਹੈ। ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਖਹਿਰਾ ਸਾਹਿਬ ਤੇ ਬੈਂਸ ਸਾਹਿਬ ਜਦੋਂ ਇਕੱਠੇ ਹੋਏ ਸੀ ਨਾ, ਉਦੋਂ ਦੇਖੋ ਇੱਕ ਗੱਲ ਤਾਂ ਹੈਗੀ ਵੀ ਪੰਜਾਬੀ ਉਦੋਂ ਬਦਲ ਲੱਭਦੇ ਫਿਰਦੇ ਸੀ। ਜਨਮ ਦਿਨ ਵੀ ਮਨਾਇਆ ਸੀ ਇੱਕ, ਮੈਂ ਉੱਥੇ ਹੀ ਆਉਣ ਲੱਗਿਆ ਸੀ। ਪੰਜਾਬੀ ਬਦਲਾਅ ਲੱਭਦੇ ਫਿਰਦੇ ਸੀ ਤੇ ਉਸ ਬਦਲਾਅ ਦੇ ਵਿੱਚ ਬ੍ਰਹਮਪੁਰਾ ਸਾਹਿਬ ਵੀ, ਕਿਉਂਕਿ ਜਦੋਂ ਅਕਾਲੀ ਦਲ ਤੋਂ ਵੱਖ ਹੋ ਕੇ ਆਏ ਆ, ਉਹ ਵੀ ਉਹਨਾਂ ਦੇ ਨਾਲ ਜੁੜ ਗਏ। ਅੱਜ ਅਕਾਲੀ ਦੇ ਨਾਲ ਬਸਪਾ ਦਾ ਗੱਠਜੋੜ ਹੈ, ਬਸਪਾ ਵੀ ਉਦੋਂ ਉਹਨਾਂ ਦੇ ਨਾਲ ਸੀਗੀ ਤੇ ਲੋਕਾਂ ਨੂੰ ਲੱਗਿਆ ਵੀ ਯਾਰ ਹਾਂ ਇਹ ਕੁਝ ਵੱਖਰੀਆਂ ਜਿਹੀਆਂ ਧਿਰਾਂ ਨੇ, ਵੀ ਅਕਾਲੀ ਦਲ ਤੋਂ ਕੁਝ ਲੋਕ ਟੁੱਟ ਕੇ ਆਏ। ਬੈਂਸ ਸਾਹਿਬ ਕਿਉਂਕਿ ਐਨਰਜੈਟਿਕ ਨੇ, ਨਾਲ ਖਹਿਰਾ ਸਾਹਿਬ ਬੜੇ ਵੋਕਲ ਨੇ, ਉਹ ਵੀ ਸਰਗਰਮੀ ਕਰਦੇ ਆ। ਜਿਹੜੀਆਂ ਉਹ ਧਿਰਾਂ ਨੇ ਜਿਹੜੀਆਂ ਬੜੀ ਦੇਰ ਤੋਂ ਕਹਿੰਦੇ ਸੀ ਯਾਰ ਵੀ ਸਾਡੀ ਕਿਤੇ ਨੁਮਾਇੰਦਗੀ ਹੈ ਹੀ ਨਹੀਂ, ਉਹਨਾਂ ਨੇ ਵੀ ਆਪਣੇ ਨਾਲ ਆਪ ਨੂੰ ਨਾਲ ਜੋੜ ਲਿਆ। ਤੇ ਸ਼ਾਇਦ ਇਹਦੇ ਚੋਂ ਕੋਈ ਨਾ ਕੋਈ ਇਹੋ ਜਿਹਾ ਮੋਰਚਾ ਬਣ ਕੇ ਨਿਕਲੇ ਵੀ ਉਹ ਜਾਣੇ ਚਲੋ ਜੇ ਸਿੱਧਾ ਮੁੱਦਾ ਉੱਤੇ ਨਹੀਂ ਪਹੁੰਚ ਜਾਣਾ ਤੇ ਟੱਕਰ ਦੇਣ ਜੋਗੇ ਤੇ ਹੋ ਜਾਣਗੇ। ਤੁਸੀਂ ਦੇਖੋ ਵੀ ਕਿੱਥੇ ਤੇ ਉਹ ਗੱਲ ਸੀਗੀ, ਉਹ ਉਡਾਰੀਆਂ ਸੀਗੀਆਂ, ਪਰ ਉਦੋਂ ਬਾਅਦ ਐਸੀ ਗੱਲ ਖੇਰੂ ਹੋਈ ਕਿ ਖਹਿਰਾ ਸਾਹਿਬ ਕਿਸੇ ਹੋਰ ਪਾਸੇ ਤੋਂ ਵੀ ਫਿਰ ਉੱਥੇ ਜਿੱਥੋਂ ਸ਼ੁਰੂ ਹੋਏ ਸੀ, ਬ੍ਰਹਮਪੁਰਾ ਸਾਹਿਬ ਵੀ ਕਿਸੇ ਹੋਰ ਪਾਸੇ, ਤੇ ਫਿਰ ਅੱਜ ਉੱਥੇ ਜਿੱਥੋਂ ਸ਼ੁਰੂ ਹੋਏ ਸੀ। ਪਰ ਜੇ ਬੈਂਸ ਸਾਹਿਬ ਦੀ ਗੱਲ ਕਰੀਏ ਤੇ ਉਹ ਬਿਲਕੁਲ ਹੀ ਪਾਰਟੀ ਖਤਮ ਹੋ ਗਈ। ਨਹੀਂ ਕਰੋ ਤੁਸੀਂ ਤਰਾਜ ਕਰਨਾ ਕਿਉਂ ਨਹੀਂ, ਮਿੰਟ ਥੋੜੇ ਰਹਿ ਗਏ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਉਦੋਂ ਮੋਰਚਾ ਪੰਜਾਬ 'ਚ ਬਦਲਾਅ ਕਰਦਾ ਸੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਸ ਅਕਾਲੀ ਦਲ ਦੇ ਖਿਲਾਫ ਬਹੁਤ ਵੱਡਾ ਪ੍ਰਚਾਰ ਕਰਕੇ ਬ੍ਰਹਮਪੁਰਾ ਸਾਹਿਬ ਆਏ ਸੀ, ਉਹ ਉਸੇ ਅਕਾਲੀ ਦਲ 'ਚ ਨੇ। ਕਾਂਗਰਸ ਪਾਰਟੀ ਦੇ ਵਿੱਚੋਂ ਕਈ ਕੁਝ ਕਹਿ ਕੇ ਖਹਿਰਾ ਸਾਹਿਬ ਨਿਕਲੇ ਸੀ, ਅੱਜ ਉਸੇ ਕਾਂਗਰਸ 'ਚ ਨੇ। ਇੱਕ ਧਿਰ ਦਾ ਤੁਸੀਂ ਜ਼ਿਕਰ ਨਹੀਂ ਕੀਤਾ, ਬੈਂਸ ਸਾਹਿਬ ਤਾਂ ਚਲੋ ਖੜੇ ਉੱਥੇ ਹੀ ਆ, ਖੜੇ ਕਿ ਨਹੀਂ ਖੜੇ ਵੱਖਰੀ ਗੱਲ ਹੈ। ਉਦੋਂ ਇਹਨਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਵੀ ਸੀ। ਮੈਂ ਜ਼ਿਕਰ ਕੀਤਾ ਤੇ ਉਹ ਅਕਾਲੀ ਦਲ ਦੇ ਨਾਲ ਨੇ ਅੱਜ ਮੈਂ ਉੱਥੇ ਆਉਣ ਲੱਗਾ ਸੀ ਵੀ ਉਦੋਂ ਇਹਨਾਂ 'ਚ ਸੀਗੇ ਤੇ ਅੱਜ ਉੱਥੇ ਨੇ। ਹੁਣ ਤੁਸੀਂ ਇਹ ਦੇਖੋ ਵੀ ਇਹ ਹੈ ਸਿਆਸਤ, ਕਿ ਸਿਆਸਤ ਕਿਹੋ ਜਿਹਾ ਮੋੜਾ ਕੱਢਦੀ। ਪਰ ਇਹਦੇ ਵਿੱਚ ਆਪਾਂ ਇੱਕ ਬੇਨਤੀ ਜ਼ਰੂਰ ਕਰੀਏ ਕਿ ਸਮੇਂ ਦਾ ਕੁਝ ਪਤਾ ਨਹੀਂ ਲੱਗਦਾ। ਹੁਣ ਬੈਂਸ ਸਾਹਿਬ ਦੇ ਕੇਸ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ, ਇਹਦਾ ਫੈਸਲਾ ਤੇ ਕਰਨਾ ਅਦਾਲਤ ਨੇ ਜੀ। ਪਰ ਜਦੋਂ ਤੱਕ ਉਹ ਫੈਸਲਾ ਹੁੰਦਾ ਨਹੀਂ, ਉਨੀ ਦੇਰ ਤੱਕ ਉਹਨਾਂ ਦੀ ਪਾਰਟੀ ਦੇ ਨਾਲ ਜੁੜੇ ਹੋਏ ਬੰਦੇ, ਨੁਮਾਇੰਦੇ, ਤੁਸੀਂ ਉਹਨਾਂ ਦੇ ਉੱਪਰ ਵੇਖੋ ਵੀ ਕੀ ਬੀਤਦੀ ਹੋਊਗੀ। ਕਿਉਂਕਿ ਜਦੋਂ ਸਾਹਮਣੇ ਲੀਡਰ ਆ ਤੇ ਲੀਡਰ ਇਸ ਵਕਤ ਰੂਹ ਪੋਸ਼ ਹੈ ਜਾਂ ਕਿਤੇ ਹੋਰ ਕੇਸ 'ਚ ਫਸਿਆ, ਇਹਦਾ ਮਤਲਬ ਇਹ ਹੋ ਗਿਆ ਵੀ ਬੱਸ 'ਚ ਸਵਾਰੀਆਂ ਬੈਠੀਆਂ, ਡਰਾਈਵਰ ਹੈ ਨਹੀਂ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਂਦੀਆਂ ਰਹਿੰਦੀਆਂ, ਇਹ ਜਿਹੜੀਆਂ ਸਟਰਗਲਸ ਨੇ ਇਹ ਚੱਲਦੀਆਂ ਰਹਿੰਦੀਆਂ। ਪਰ ਇਹ ਸਾਰੇ ਕੁਝ ਜਿਹੜੀਆਂ ਲੋਕਾਂ, ਆਪਾਂ ਫਿਰ ਗੱਲ ਤਾਂ ਪਰਿਵਾਰ ਦੇ ਮੈਂਬਰਾਂ ਦੀ ਕਰਨੀ ਹੁੰਦੀ ਨਾ, ਉਹਦੇ 'ਚ ਇਹ ਗੱਲ ਜ਼ਰੂਰ ਸੋਚ ਲਈਏ ਵੀ ਜੇ ਕਿਸੇ ਵੇਲੇ ਬੰਦਾ ਸੋਚ ਲੈਂਦਾ ਵੀ ਅੱਜ ਚੜ੍ਹਾਈ ਆ, ਲੈ ਵੇ ਮਿੱਤਰਾ ਆਪਾਂ ਨਹੀਂ ਜਾਣਦੇ ਕਿਸੇ ਨੂੰ, ਤੇ ਕੁਝ ਪਤਾ ਨਹੀਂ ਹੁੰਦਾ ਕਦੋਂ ਹੇਠਲੀ ਉੱਤੇ ਹੋ ਜੇ। ਨਹੀਂ, ਮਾਨਸਿਕ ਤੌਰ ਦੇ ਉੱਤੇ ਤਿਆਰੀ ਚਾਹੀਦੀ ਹੈ ਵੀ ਤੁਹਾਡੇ ਕੋਲ ਬਹੁਤ ਕੁਝ ਆ ਸਕਦਾ। ਮਾਨਸਿਕ ਤੌਰ ਦੇ ਉੱਤੇ ਤਿਆਰੀ ਚੱਲਦੀ ਹੈ ਕਿ ਬਹੁਤ ਕੁਝ ਜਾ ਸਕਦਾ, ਪਰ ਜਦੋਂ ਪੈਸਾ ਟਕਾ ਸ਼ੌਹਰਤ ਹੁੰਦੀ ਹੈ ਉਦੋਂ ਵੀ ਤੁਸੀਂ ਸਾਹ ਹੀ ਲੈਂਦੇ ਹੋ, ਰੋਟੀ ਖਾਂਦੇ ਹੋ। ਜੇ ਸਭ ਕੁਝ ਚਲੇ ਗਿਆ ਤਾਂ ਵੀ ਤੁਸੀਂ ਸਾਹ ਲੈਣਾ ਤੇ ਰੋਟੀ ਖਾਣੀ, ਇਹ ਤੋਂ ਅੱਗੇ ਪਿੱਛੇ ਕੁਝ ਨਹੀਂ ਹੁੰਦਾ। ਉਹ ਐਵੇਂ ਲਿਫਾਫਾ ਹੀ ਨੇ। ਹੁੰਦਾ ਨਾ ਕਿ ਹਨੇਰੀ ਆਉਂਦੀ ਆ ਪੰਜਾਬ ਦੇ ਵਿੱਚ ਤੇ ਲਿਫਾਫਾ ਉੜਿਆ ਜਾਂਦਾ ਹੁੰਦਾ, ਉਹ 'ਚ ਨਾ ਕੋਈ ਹਵਾ ਭਰਦਾ, ਨਾ ਉਹਨੂੰ ਕੋਈ ਫੂਕ ਮਾਰ ਕੇ ਵਰ ਕਰਦਾ। ਉਹਨੂੰ ਲੱਗਦਾ ਉਹ ਲਿਫਾਫੇ ਨੂੰ ਕਿਵੇਂ ਉੜਿਆ ਫਿਰਦਾ, ਜਿਹੜੇ ਹਵਾ ਬੰਦ ਹੁੰਦੀ ਪੜਕ ਦੇ ਨਹੀਂ ਥੱਲੇ ਡਿੱਗਦਾ ਹੀ। ਫਿਰ ਉਹ ਕਹਿਣਾ ਕਿ ਨਾਲੀ 'ਚ ਫਸ ਜਾ, ਨਾਲੀ। ਆਹ ਗੱਲ ਮਾੜੀ ਕੀਤੀ ਹੈ। ਰਵੀ ਸਿੰਘ ਖਾਲਸਾ ਸਾਹਿਬ ਖਾਲਸਾ ਏਡ ਦੇ ਕਰਤਾ ਧਰਤਾ, ਬੜਾ ਸਤਿਕਾਰ ਸਾਰੀ ਦੁਨੀਆ ਦੇ ਵਿੱਚ, ਜਿਸ ਤਰੀਕੇ ਦੇ ਨਾਲ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ। ਹੁਣ ਉਹਨਾਂ ਦਾ ਟਵਿੱਟਰ ਅਕਾਊਂਟ ਭਾਰਤ ਦੇ ਵਿੱਚ ਬੰਦ ਹੋ ਗਿਆ। ਉਹਨਾਂ ਨੇ ਕਿਹਾ ਕਿ ਕਿਹੋ ਜਿਹਾ ਲੋਕਤੰਤਰ ਹੈ। ਹੁਣ ਟਵਿੱਟਰ ਅਕਾਊਂਟ ਕਿਉਂ ਬੰਦ ਹੋਇਆ, ਉਹਦੇ ਪਿੱਛੇ ਕਾਰਨ ਕੀ ਹੈ, ਉਹ ਦੁਬਾਰਾ ਕਦੋਂ ਚੱਲੂਗਾ, ਉਹ ਇੱਕ ਵੱਖਰਾ ਇਸ਼ੂ ਹੈ। ਉਹ ਕੀ ਕੰਮ ਕਰਦੇ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਪਰ ਉਹਨਾਂ ਨੇ ਬਾਅਦ ਵਿੱਚ ਨਾ ਲਾਈਵ ਹੋ ਕੇ ਇੱਕ ਗੱਲ ਆਖੀ, ਸੰਧਾਲੀਆ ਸਾਹਿਬ, ਬਹੁਤ ਵਿਚਾਰਨ ਵਾਲੀ ਹੈ। ਬੜੀ ਵਾਰੀ ਚਰਚਾ ਚੱਲਦੀ ਹੁੰਦੀ ਆ ਲੋਕਡਾਊਨ ਦੇ ਵਿੱਚ। ਮੈਨੂੰ ਯਾਦ ਹੈ ਜਦੋਂ ਕੋਵਿਡ ਆਇਆ ਨਾ, ਭਾਰਤ 'ਚ ਲੋਕਡਾਊਨ ਹੋਇਆ, ਤੇ ਇੱਕ ਵਾਰੀ ਪਤਾ ਨਹੀਂ ਕਿਹੜਾ ਸੂਬਾ ਸੀ ਦੱਖਣੀ ਭਾਰਤ ਦਾ, ਉੱਥੇ ਪੰਜਾਬ ਦੇ ਕੁਝ ਟਰੱਕ ਡਰਾਈਵਰਾਂ ਨੂੰ ਨਾ ਪਾਣੀ ਕਿਸੇ ਨੇ ਦੇਣ ਤੋਂ ਮਨਾ ਕਰਤਾ। ਮੈਂ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਹੜ੍ਹ ਆ ਗਿਆ, ਇਹਨਾਂ ਨੂੰ ਖਵਾਓ ਲੰਗਰ, ਇਹਨਾਂ ਨੂੰ ਖਵਾਓ ਲੰਗਰ, ਆ ਤੁਹਾਨੂੰ ਪਾਣੀ ਨਹੀਂ ਦਿੰਦੇ, ਤੁਸੀਂ ਲੰਗਰਾਂ ਦੇ ਉੱਤੇ ਪੈਸੇ ਰੋੜਦੇ ਹੋ। ਬੜਾ ਹੀ ਚਰਚਾ ਚੱਲੀ। ਇੱਕ ਦੋ ਵਾਰੀ ਹੋਰ ਵੀ ਇੱਦਾਂ ਹੀ ਹੋਇਆ, ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਹੋਈ, ਫਿਰ ਸੋਸ਼ਲ ਮੀਡੀਆ ਤੇ ਉਹ ਪਤਾ ਨਹੀਂ ਕਿਹੜੇ ਲੋਕ ਨੇ, ਖਵਾਓ ਲੰਗਰ ਇਹਨਾਂ ਨੂੰ, ਇਹਨਾਂ ਦੇ ਮੂੰਹ 'ਚ ਤੁੰਨਦੇ ਹੋ ਤੁਸੀਂ ਲੰਗਰ। ਹੁਣ ਜਦੋਂ ਰਵੀ ਸਿੰਘ ਖਾਲਸਾ ਹੋਰਾਂ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਹੋਇਆ,
ਫਿਰ ਇੱਕ ਵਾਰੀ ਹੜ੍ਹ ਆ ਗਿਆ, ਖਵਾਓ ਇਹਨਾਂ ਨੂੰ ਲੰਗਰ, ਕਿਉਂਕਿ ਅਸਾਮ ਦੇ ਵਿੱਚ ਕਈ ਜਗ੍ਹਾ ਤੇ ਜਿੱਥੇ ਕਿਤੇ ਹੜ੍ਹ ਆਇਆ ਉੱਥੇ ਖਾਲਸਾ ਏਡ ਪਹੁੰਚਦੀ ਹੈ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚਦੀਆਂ। ਰਵੀ ਸਿੰਘ ਖਾਲਸਾ ਹੋਰੀ ਕਹਿੰਦੇ ਕਿ ਦੇਖੋ ਜਿਹੜੇ ਬੰਦੇ ਆ ਟਵਿੱਟਰ ਅਕਾਊਂਟ ਬੰਦ ਹੋਣ ਕਰਕੇ ਇਹ ਕਹਿੰਦੇ ਆ ਕਿ ਲੰਗਰ ਨਾ ਲਾਓ ਜੀ, ਲੰਗਰ ਕਿਉਂ ਲਾਉਂਦੇ ਹੋ, ਕਹਿੰਦੇ ਪਹਿਲੀ ਗੱਲ ਹੈ ਕਿ ਤੁਸੀਂ ਸਾਡੇ ਨਹੀਂ ਫੇ ਵੀ ਲੰਗਰ ਦੀ ਪ੍ਰਥਾ ਨਹੀਂ ਬੰਦ ਹੋ ਸਕਦੀ, ਕੋਈ ਫੈਸਲਾ ਉਹ ਕਹਿੰਦੇ ਟਵਿੱਟਰ ਅਕਾਊਂਟ ਚੱਲ ਪਊਗਾ ਨਹੀਂ ਚੱਲ ਪਊਗਾ ਕੋਈ ਫਰਕ ਨਹੀਂ, ਪਰ ਜਿਹੜੇ ਵੀ ਬੰਦੇ ਕਹਿੰਦੇ ਇਹਦੇ ਆਧਾਰ ਦੇ ਉੱਤੇ ਇਹਦੀ ਪਰਛਾਵੇਂ ਦੇ ਹੇਠ ਲੰਗਰ ਦੀ ਪ੍ਰਥਾ ਨੂੰ ਸੱਟ ਮਾਰਨ ਲੱਗੇ ਹੋ, ਭਾਵੇਂ ਸਾਡੇ ਆ ਭਾਵੇਂ ਕਿਸੇ ਦੇ, ਮੈਂ ਬਿਲਕੁਲ ਉਹਨਾਂ ਦੇ ਹੱਕ 'ਚ ਨਹੀਂ। ਸੰਧਾਲੀਆ ਸਾਹਿਬ ਫੈਸਲਾ ਕਿਤੋਂ ਹੋ ਗਿਆ, ਲੰਗਰ ਪ੍ਰਸ਼ਾਦਾ ਤੋਂ ਉਹਦੇ ਲਈ ਜਿਹੜਾ ਲੋੜਵੰਦ ਹੈ, ਜਿਹੜਾ ਭੁੱਖਾ, ਅਸੀਂ ਚਾਹੇ ਘਰ ਦੇ ਬਾਹਰ ਬੈਠੇ ਕਿਸੇ ਬੰਦੇ ਨੂੰ ਜਿਹੜਾ ਭੁੱਖਾ ਉਹਨੂੰ 2 ਫੁਲਕੇ ਛਕਾ ਦਈਏ, ਲੰਗਰ ਹੈ। ਚਾਹੇ ਕੋਈ ਬੰਦਾ 10 ਲੱਖ ਬੰਦੇ ਨੂੰ ਕੋਈ ਪ੍ਰਸ਼ਾਦਾ ਲੋੜਵੰਦ ਨੂੰ ਛਕਾਉਂਦਾ, ਲੰਗਰ ਹੈ। ਅਸੀਂ ਤਾਂ ਹੱਥ ਜੋੜਦੇ ਉਹਨਾਂ ਦੇ ਮੂਹਰੇ ਜਿਹੜੇ 1 ਮਿੰਟ ਦੇ ਵਿੱਚ ਚੱਕ ਕੇ ਫਤਵਾ ਦੇ ਦਿੰਦੇ ਆ ਲੰਗਰ ਬੰਦ ਕਰ ਦਿਓ ਜੀ, ਇਹਨਾਂ ਨੂੰ ਕਿਉਂ ਲੰਗਰ ਛਕਾਉਂਦੇ ਹੋ ਜੀ। ਯਾਰ ਜੇ ਕੁਝ ਕਰਨ ਜੋਗੇ ਨਹੀਂ ਹੈਗੇ ਨਾ ਤਾਂ ਚੱਲਦੀ ਚੀਜ਼ ਨੂੰ ਬੰਦ ਕਰਨ ਦੇ ਸਟੇਟਮੈਂਟਾਂ ਦਿੰਦਿਆ ਕਰੋ। ਇਹਦੇ 'ਚ ਤਾਂ ਆਪਾਂ ਬੇਨਤੀ ਉਹੀ ਕਰ ਦਿੰਦੇ, ਮੈਂ ਤਾਂ ਹਰ ਵਾਰ ਇਹੀ ਕਹਿੰਦਾ ਵੀ ਜਿੰਨਾ ਹੋ ਸਕੇ ਵੀਰੇ ਸੋਸ਼ਲ ਮੀਡੀਆ ਨਾਂ ਦੀ ਬਿਮਾਰੀ ਤੋਂ ਬਚੋ। ਇਹ ਜਿਹੜਾ ਫੋਨ ਆ ਗਏ ਨਾ ਵੀਰ, ਹੁਣ ਇਹ ਬੰਦ ਕਰਾ ਦਈਏ ਵੀ ਜੇ ਸੋਸ਼ਲ ਮੀਡੀਆ ਤੇ ਦੇਖਦੇ ਹੋ ਤਾਂ ਨਹੀਂ ਮੈਂ ਤਾਂ ਕਹਿੰਦਾ ਵੀ ਕਰ ਦੇਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਟਾਈਮ ਖਰਾਬ ਕਰਦੇ ਜਾਂ ਅਸੀਂ ਕੋਈ ਇਹੋ ਜੀ ਗੱਲ ਕਰਦੇ ਨੇ ਵੀ ਅਗਲੇ ਦਾ ਲਹੂ ਖੋਲਦਾ, ਅਗਲਾ ਕਹਿੰਦਾ ਪਰੇ ਜਾ ਮੈਂ ਤੁਹਾਨੂੰ ਦੱਸਦਾ 2 ਟੋਟੇ ਕਰ ਦੂੰ ਅੱਜ ਦੇ, ਉਹ ਕੰਮ ਜੇ ਇਦਾਂ ਦੀ ਗੱਲ ਆਪਣੇ ਤੋਂ ਵੀ ਲੱਗੇ ਬਿਲਕੁਲ ਨਹੀਂ ਵੇਖਣਾ ਚਾਹੀਦਾ। ਕਾਹਨੂੰ ਵੇਖਣਾ ਯਾਰ ਜੀ, ਕਿਉਂਕਿ ਕਾਰਨ ਇਹ ਆ ਵੀ ਬੰਦਾ ਜਿਹੜਾ ਆ ਹੱਡ ਮਾਸ ਦਾ ਪੁਤਲਾ, ਸਾਹ ਬਾਹਰ ਨਿਕਲ ਗਿਆ ਸਾਹ ਅੰਦਰ ਆ ਗਿਆ, ਇੰਨੀ ਕਿਤੇ ਚੱਲਦਾ ਕੰਮ। ਉਂਝ ਜੋ ਭਾਵੇਂ ਜਿੰਨਾ ਮਰਜ਼ੀ ਆਖੇ ਜਾਵੇ ਮੈਂ ਦੁਨੀਆ ਥੰਮੀ ਆ ਵੀਰ ਮੇਰਿਆ, ਪਰ ਕਾਰਨ ਇਹ ਆ ਵੀ ਜਦੋਂ ਆਪਾਂ ਆਪਣੇ ਕੋਲੇ ਫੋਨ ਆ ਤੇ ਆਪਾਂ ਨੂੰ ਲੱਗਦਾ ਵੀ ਮੈਂ ਤੇ ਰਜਾਈ 'ਚ ਬੈਠਾ ਜਾਂ ਮੈਂ ਏਸੀ ਅੱਗੇ ਆ ਪਤਾ ਕੀ ਕੀਤਾ ਮੈਂ ਇਦਾਂ, ਮੈਂ ਇਦਾਂ ਤਾਂ ਕੀਤਾ ਸੀ ਵੀ ਆ ਜਿੱਡੀ ਤੁਸੀਂ ਸਿਆਣਪ ਵਾਲੀ ਗੱਲ ਕਰਨੀ ਹੈ ਨਾ, ਉਸ ਤੋਂ ਬਾਅਦ ਜਿਹੜੀ ਮੈਂ ਸੁਣਾਉਣੀ ਆ ਤੁਸੀਂ ਐਂ ਕਰਨਾ ਵੀ ਨਹੀਂ ਮੈਂ ਗੱਲ ਦੱਸਣ ਲੱਗਾ ਤੁਹਾਨੂੰ। ਠੀਕ ਆ ਵੀ ਫੋਨ ਤੇ ਆਪਾਂ ਲਿਖਦੇ ਆ, ਆਪਾਂ ਨੂੰ ਲੱਗਦਾ ਵੀ ਮੈਂ ਆਪਣੇ ਫੋਨ ਤੇ ਲਿਖਦਾ, ਕਿਤੇ ਕੋਈ ਪੋਸਟ ਆ ਮੈਂ ਜੋ ਮਰਜ਼ੀ ਲਿਖਦਾ, ਕਿਸੇ ਨੂੰ ਫਰਕ ਪੈਂਦਾ। ਪਰ ਕਾਰਨ ਆ ਵੀ ਤੁਸੀਂ ਇੱਕ ਬੰਦਾ ਇੱਕ ਥਾਂ ਤੇ ਲਿਖਦਾ, ਫਿਰ ਉਹਦੇ ਨਾਲ ਕੋਈ ਹੋਰ ਲਿਖਦਾ, ਫਿਰ ਉਹਨੂੰ ਕੋਈ ਵੇਖ ਕੇ ਹੋਰ ਲਿਖਦਾ, ਉਹ ਜਿਹੜੀ ਚੀਜ਼ ਕੜੀ ਜੁੜਦੀ ਹੈ ਉਹਨੂੰ ਪਹਿਲਾਂ ਜ਼ਰੂਰ ਸੋਚ ਲਿਆ ਕਰੀਏ ਕਿ ਯਾਰ ਇਹ ਜਿੱਧਰ ਨੂੰ ਮੈਂ ਤੋਰਨ ਲੱਗਾ ਗੱਲ, ਇਹ ਚੰਗੇ ਪਾਸੇ ਤੁਰਦੀ ਹੈ ਕਿ ਮਾੜੇ ਪਾਸੇ ਤੁਰਦੀ। ਜੇ ਤੇ ਉਹ ਚੰਗੇ ਪਾਸੇ ਤੁਰਦੀ ਫੇਰ ਕਿਤੇ ਪਹੁੰਚ ਜੂ, ਤੇ ਜੇ ਆਪਾਂ ਨੂੰ ਲੱਗਦਾ ਵੀ ਹਾਂ ਭਾਈ ਸਾਹਿਬ ਵੀ ਮੇਰੇ ਅੰਦਰ ਭਰਿਆ ਪਾਇਆ ਸੀ ਕੁਛ ਨਾ ਕੁਛ, ਮੈਂ 5-4 ਭੈਣ ਦੀਆਂ ਗਾਲਾਂ ਕੱਢੀਆਂ ਹੀ, ਉਦੋਂ ਬਾਅਦ ਮੈਂ 5-4 ਪੋਸਟਾਂ ਕੀਤੀਆਂ ਹੀ, 3-4 ਨੂੰ ਮੈਂ ਨਾਲ ਟੈਗ ਕੀਤਾ ਹੀ, ਉਦੋਂ ਮੈਂ ਕਿਹਾ ਵੇਖੂ ਮੈਂ ਕਿਹੜਾ ਹੀ, ਤੇ ਫਿਰ ਮੈਂ ਸੌਂ ਜਾਣਾ ਹੀ ਇੰਨਾ। ਹਾਂ ਜੇ ਤੇ ਇੰਨਾ ਕੁ ਕੰਮ ਕਰਨਾ ਤੇ ਫਿਰ ਆਪਾਂ ਥੋੜਾ ਜਿਹਾ ਪਰਹੇਜ਼ ਕਰਿਆ ਕਰੀਏ, ਕੋਈ ਨਹੀਂ ਰੱਖਿਆ ਕੰਮ। ਸੰਧਾਲੀਆ ਸਾਹਿਬ ਗੱਲ ਤੁਹਾਡੀ ਸਿਆਣੀ ਆ, ਪਰਹੇਜ਼ ਪੂਰਾ ਰੱਖਣਾ ਚਾਹੀਦਾ। ਮਾੜਾ ਸ਼ਬਦ ਲਿਖੋ ਨਾ, ਜੇ ਮਨ 'ਚ ਆ ਤਾਂ ਮਨ 'ਚ ਰੱਖ ਲਓ, ਭਾਸ਼ਾ ਤੁਹਾਡੀ ਠੀਕ ਹੋਣੀ ਚਾਹੀਦੀ ਹੈ। ਹੁਣ ਥੋੜਾ ਐਂ ਕਰਨ ਦਾ ਸਮਾਂ, ਮਾਝੇ ਦੇ ਵਿੱਚ ਇੱਕ ਪਿੰਡ 'ਚ, ਮੈਂ ਪਿੰਡ ਦਾ ਜ਼ਿਲ੍ਹੇ ਦਾ ਨਾਂ ਨਹੀਂ ਲੈਣਾ, ਸਾਰੇ ਪੰਜਾਬੀਆਂ ਨੂੰ ਅਪੀਲ ਆ ਕਿ ਭਾਈ ਇਸ ਕੰਮ ਤੋਂ ਬਚੋ। ਕਿਸੇ ਦੇ ਘਰੇ ਮੁੰਡੇ ਨੇ ਜਨਮ ਲਿਆ, ਖੁਸ਼ੀ ਹੁੰਦੀ ਆ ਬੱਚਾ ਜਨਮ ਲਵੇ, ਬੇਟੀ ਹੋਵੇ ਬੇਟਾ ਹੋਵੇ, ਕੋਈ ਦਿੱਕਤ ਹੀ ਨਹੀਂ। ਉਹਨਾਂ ਨੇ ਪਾਰਟੀ ਰੱਖ ਲਈ ਜੀ, ਪਾਰਟੀ ਰੱਖ ਲਈ, ਡੀਜੇ ਲਾ ਲਿਆ, ਭੰਗੜੇ ਪੈਂਦੇ ਆ, ਗਾਣੇ ਫੈਲਾਤੇ ਹੋਣੇ ਉੱਦਾਂ ਦੇ, 1-2 ਗੋਲੀਆਂ ਚਲਾਉਣ ਲੱਗ ਪਏ, ਗੋਲੀ ਖੁਸ਼ੀ 'ਚ ਉੱਪਰ ਨੂੰ ਚਲਾਤੀ, ਉਹ ਕਿਸੇ ਦੀ ਪੁੜਪੜੀ 'ਚ ਲੱਗੀ, ਮੁੰਡਾ ਮਰ ਗਿਆ। ਜਾਣੀ ਇੱਕ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਦੂਸਰੇ ਦੇ ਘਰ ਦੇ ਵਿੱਚ ਤੁਸੀਂ ਸੱਥਰ ਵਿਛਾ ਦਿਓ, ਯਾਰ ਸਿਆਣੇ ਕੌਣ ਕਹੂਗਾ। ਉਹ ਜਿਹੜੇ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਭਾਈ ਆਪਾਂ ਇਦਾਂ ਕਰਕੇ ਫਿਰ ਮੁੜ ਕੇ ਕੱਖ ਨਹੀਂ ਲੱਭਣਾ। ਕਿਰਪਾ ਕਰਕੇ ਘਰਾਂ ਦੇ ਵਿੱਚ ਸਮਾਗਮ ਕਰਦੇ ਹੋ, ਕੁਛ ਵੀ ਕਰਦੇ ਹੋ, ਇਦਾਂ ਦੇ ਬੰਦਿਆਂ ਨੂੰ ਸੱਦਾ ਪੱਤਰ ਨਾ ਦਿਓ। ਜੇ ਕੋਈ ਇਦਾਂ ਦਾ ਕੋਈ ਫਰਕ ਨਹੀਂ ਪੈਂਦਾ, ਡੀਜੇ ਆਪਾਂ ਫਿਰ ਲਾ ਕੇ ਭੰਗੜੇ ਪਾ ਲਵਾਂਗੇ, ਡੀਜੇ ਵਾਲਿਆਂ ਨੂੰ ਕੋਈ ਇਦਾਂ ਦਾ ਗਾਣਾ ਨਹੀਂ ਕੋਈ ਚੱਲਣਾ ਚਾਹੀਦਾ, ਇੱਥੇ ਸਾਫ਼ ਕਰ ਦਿਓ। ਜਦੋਂ ਗੋਲੀਆਂ ਕਾਲੀਆਂ ਚੱਲਦੀਆਂ ਬੰਦ ਕਰਾ ਕੇ ਆਪੋ ਆਪਣੇ ਘਰਾਂ ਨੂੰ ਜਾਓ। ਜੇ ਸਮਾਗਮ 'ਚ ਕਿਤੇ ਬੈਠੇ ਹੋ ਗੋਲੀਆਂ ਚਲਾਉਂਦਾ, ਚੁੱਪ ਕਰਕੇ ਨਿੱਕੇ ਨਿਆਣੇ ਦੀ ਉਂਗਲੀ ਫੜੋ। ਜੇ ਉਹ ਕਹਿੰਦੇ ਨਾ ਮੈਂ ਅਜੇ ਆਈਸਕ੍ਰੀਮ ਖਾਣੀ ਆ, ਬਾਹਰੋਂ ਲੈ ਦਿਓ, ਚੁੱਪ ਕਰਕੇ ਘਰ ਨੂੰ ਜਾਓ, ਲੋਕਾਂ ਨੂੰ ਪਤਾ ਲੱਗ ਜੂ ਕਿ ਭਾਈ ਇਦਾਂ ਦੀ ਚੀਜ਼ ਅਸੀਂ ਪਸੰਦ ਨਹੀਂ ਕਰਦੇ। ਜੀ ਇੱਕ ਬੇਨਤੀ ਹੋਰ ਕਰ ਦਈਏ, ਪਿਛਲੇ ਦਿਨੀ ਮੇਰੇ ਖਿਆਲ ਨਾਲ ਪ੍ਰਸ਼ਾਸਨ ਨੇ ਵੀ ਕਿਹਾ ਵੀ ਨਾ ਇਹੋ ਜਿਹਾ ਗਾਣਾ ਵਜਾਉਣਾ ਤੇ ਨਾ ਇਹੋ ਜਿਹਾ ਗਾਣਾ ਚਲਾਉਣਾ ਤੇ ਨਾ ਗਾਉਣਾ ਜੀ। ਉਹਨਾਂ ਨੂੰ ਜ਼ਰੂਰ ਬੇਨਤੀ ਆ ਵੀ ਇਸ ਕੇਸ ਦੇ ਵਿੱਚ ਜ਼ਰੂਰ ਉਹ ਜਿੰਨੀਆਂ ਵੀ ਗੱਲਾਂ ਪਿਛਲੇ ਦਿਨੀ ਕਹੀਆਂ ਗਈਆਂ ਸੀ ਉਹਨਾਂ ਦੇ ਤਹਿਤ ਕਾਰਵਾਈ ਕਰਕੇ ਫਿਰ ਜ਼ਰੂਰ ਦੱਸੀ ਪ੍ਰਚਾਰੀ ਜਾਵੇ। ਵੀਰ ਮੇਰੇ ਜੇ ਅਸੀਂ ਕਿਹਾ ਸੀ ਜੇ ਕੋਈ ਸਾਡੇ ਕਾਬੂ ਹੈ ਤਾਂ ਅਸੀਂ ਟੰਗਿਆ ਵੀ ਜੀ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਚਲੀਏ, ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਖਰੀ ਬੇਨਤੀ ਫਿਰ ਉਹੀ ਹੈ ਕਿ ਮਹਾਰਾਜ ਥੋੜਾ ਜਿਹਾ ਬਚੀਏ ਆਪਾਂ ਆਸੇ-ਪਾਸੇ ਜੋ ਕੁਝ ਵਾਪਰਦਾ, ਜਿੰਨਾ ਹੋ ਸਕੇ ਉਹ ਤੋਂ ਦੂਰ ਰਿਹਾ ਕਰੋ। ਜਾਣਕਾਰੀ ਤੱਕ ਰੱਖਿਆ ਕਰੀ, ਉਹਦੇ 'ਚ ਇਨਵੋਲਵ ਹੋ ਕੇ ਜਦੋਂ ਆਪਾਂ ਭਾਵੁਕ ਹੋ ਜਾਂਦੇ ਹਾਂ ਨਾ, ਉਹ ਕਿਤੇ ਨਾ ਕਿਤੇ ਨੁਕਸਾਨ ਕਰਦੀ ਹੈ ਚੀਜ਼। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।